ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਸ਼ੋਅ ਦੇ ਵਿੱਚ। ਅੱਜ ਹੈ ਸ਼ੁੱਕਰਵਾਰ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਆਪਣੇ ਸਾਹਿਤ ਨਾਲ ਜੁੜੀ ਹੋਈ, ਆਪਣੇ ਸੱਭਿਆਚਾਰ ਦੇ ਨਾਲ ਜੁੜੀ ਹੋਈ ਕੋਈ ਨਾ ਕੋਈ ਗੱਲਬਾਤ ਜਾਂ ਕੁਛ ਹਲਕਾ ਫੁਲਕਾ ਮੁੱਦਾ ਹੁੰਦਾ ਹੈ। ਪਰ ਅੱਜ ਅਸੀਂ ਸਾਹਿਤ ਦੀ ਗੱਲ ਜ਼ਰੂਰ ਕਰਾਂਗੇ, ਪਰ ਜਿਹੜੇ ਮੁੱਦੇ ਹੋਣਗੇ ਉਹ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਈ ਮੁੱਦੇ ਹੋਣਗੇ। ਕਿਉਂਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨੀ ਹੈ। ਚੰਗੀ ਗੱਲ ਇਹ ਹੈ ਕਿ ਕਹਾਣੀ ਦੇ ਲੇਖਕ ਯਾਨੀ ਕਹਾਣੀਕਾਰ ਵੀ ਮੇਰੇ ਨਾਲ ਇਸ ਵੇਲੇ ਸਟੂਡੀਓ 'ਚ ਨੇ। ਉਹ ਆਪਣੀ ਕਹਾਣੀ ਆਪਣੀ ਜ਼ੁਬਾਨੀ ਤੁਹਾਡੇ ਲਈ ਤੁਹਾਡੇ ਨਾਲ ਸਾਂਝੀ ਕਰਨਗੇ, ਪੜ੍ਹ ਕੇ ਤੁਹਾਨੂੰ ਸੁਣਾਉਣਗੇ। ਉਸ ਤੋਂ ਬਾਅਦ ਕਹਾਣੀ ਪੂਰੀ ਸੁਣਨ ਤੋਂ ਬਾਅਦ ਜੇ ਤੁਹਾਡੇ ਮਨ ਦੇ ਵਿੱਚ ਕੋਈ ਗੱਲਾਂ ਬਾਤਾਂ ਹੋਈਆਂ ਤਾਂ ਅਸੀਂ ਉਹ ਗੱਲਾਂ ਵੀ ਜ਼ਰੂਰ ਸ਼ਾਮਿਲ ਕਰਾਂਗੇ। ਪਿਛਲੇ ਦਿਨੀਂ ਆਪਣੇ ਇੱਥੇ ਸਰੀ, ਡੈਲਟਾ, ਮੈਟਰੋ ਵੈਨਕੂਵਰ ਆਪਾਂ ਜੇ ਕਹਿ ਲਈਏ, ਪਿਛਲੇ ਹਫ਼ਤੇ ਦੇ ਦੌਰਾਨ ਕਈ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨੂੰ ਕੋਈ ਗੈਂਗ ਵਾਰ ਦਾ ਨਾਮ ਦੇ ਰਿਹਾ ਹੈ, ਕੋਈ ਨਾਮ ਦੇ ਰਿਹਾ ਹੈ। ਅਤੇ ਕਈ ਵਾਰ ਇਹ ਵੀ ਗੱਲ ਹੁੰਦੀ ਹੈ, ਲੋਕ ਬਹੁਤ ਸਾਰੇ ਸਵਾਲ ਉਠਾਉਂਦੇ ਨੇ ਕਿ ਇਹ ਕੀ ਹੋ ਰਿਹਾ ਹੈ। ਇੱਕ ਘਰ ਦੇ ਵਿੱਚ ਮਾਪਿਆਂ ਦਾ ਕਸੂਰ ਹੈ ਜਾਂ ਫਿਰ ਨੌਜਵਾਨਾਂ ਦੀਆਂ ਚਾਹਤਾਂ, ਉਹਨਾਂ ਦੀਆਂ ਖਾਹਿਸ਼ਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ ਕਿ ਉਹਨਾਂ ਨੂੰ ਹੋਰ ਕੁਝ ਦਿਖਾਈ ਨਹੀਂ ਦਿੰਦਾ, ਉਹ ਸੌਖੇ ਰਾਹ ਲੱਭ ਰਹੇ ਨੇ। ਘਰਾਂ ਦੇ ਵਿੱਚ ਕੀ ਚੱਲਦਾ, ਉਸ ਤੋਂ ਅਗਾਂਹ ਜਾ ਕੇ ਵੀ ਦੇਖੀਏ ਸਾਡੇ ਮਨਾਂ ਦੇ ਵਿੱਚ ਕੀ ਚੱਲਦਾ। ਇਹ ਪੜ੍ਹਨਾ, ਇਹ ਸਮਝਣਾ ਕੋਈ ਸੌਖਾ ਕੰਮ ਨਹੀਂ ਹੈ। ਪਰ ਇੱਕ ਕਹਾਣੀਕਾਰ, ਇੱਕ ਲੇਖਕ ਆਪਣੀ ਨਜ਼ਰ ਦੇ ਨਾਲ ਇਹ ਸਾਰਾ ਕੁਝ ਬਹੁਤ ਗਹਿਰਾਈ ਦੇ ਨਾਲ, ਡੂੰਘਾਈ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਅਤੇ ਉਹਨੂੰ ਕਾਗਜ਼ 'ਤੇ ਉਤਾਰਦਾ। ਜਦੋਂ ਇਹਨਾਂ ਘਟਨਾਵਾਂ ਦਾ ਪਿਛਲੇ ਦਿਨੀਂ ਸਿਲਸਿਲਾ ਚੱਲ ਰਿਹਾ ਸੀ, ਮੈਂ ਬੜੀ ਹੈਰਾਨ ਹੋ ਗਈ ਕਿ ਉਹ ਕਹਾਣੀ ਜਿਹੜੀ ਮੈਂ ਹਾਲੇ ਪੜ੍ਹ ਕੇ ਹਟੀ ਹਾਂ, ਮੈਨੂੰ ਇਸ ਤਰ੍ਹਾਂ ਲੱਗਾ ਕਿ ਉਸ ਕਹਾਣੀ ਦੇ ਜਿਹੜੇ ਪਾਤਰ ਨੇ ਉਹ ਆਲੇ ਦੁਆਲੇ ਤੁਰੇ ਫਿਰ ਰਹੇ ਨੇ। ਕਿਉਂਕਿ ਇੱਕ ਤੋਂ ਬਾਅਦ ਇੱਕ ਇਹ ਗੋਲੀਆਂ ਚੱਲਣ ਦੀਆਂ ਵਾਰਦਾਤਾਂ, ਮੌਤਾਂ ਦੀਆਂ ਵਾਰਦਾਤਾਂ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਾਡੇ ਆਪਣੇ ਬੱਚੇ ਸ਼ਾਮਿਲ ਸਨ, ਉਹ ਚੱਲ ਰਹੀਆਂ ਸਨ। ਹੁਣ ਸਵਾਲ ਬਹੁਤ ਸਾਰੇ, ਜਿਵੇਂ ਮੈਂ ਪਹਿਲਾਂ ਕਿਹਾ, ਕਿ ਉਠਾਏ ਗਏ ਆ, ਪਰ ਕੀ ਹੱਲ ਹੈ, ਕੀ ਸਲਿਊਸ਼ਨ ਹੈ, ਇਹ ਨਹੀਂ ਪਤਾ। ਅੱਜ ਇਹ ਜਿਹੜੀ ਕਹਾਣੀ ਹੈ, ਇਹਦੇ ਵਿੱਚ ਵੀ ਤੁਸੀਂ ਕੁਝ ਇਹੋ ਜਿਹੇ ਅੰਸ਼ ਜ਼ਰੂਰ ਮਹਿਸੂਸ ਕਰੋਗੇ ਕਿ ਇਸ ਕਹਾਣੀ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਜਿਹੜੇ ਪਾਤਰ ਨੇ, ਜਿਸ ਵੇਲੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਿਚਰ ਰਹੇ ਨੇ, ਰੋਜ਼ਮਰਾ ਦੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਡਿਸਕਸ਼ਨ ਕਰਦੇ ਨੇ। ਅੱਜ ਇਹ ਸਾਰਾ ਕੁਝ ਜਾਣਨ ਦੇ ਲਈ ਸਟੂਡੀਓ ਦੇ ਵਿੱਚ ਮੈਂ ਆਪਣੇ ਨਾਲ ਸ਼ਾਮਿਲ ਕੀਤਾ ਹਰਪ੍ਰੀਤ ਸੇਖਾ ਹੁਣਾਂ ਨੂੰ। ਉਹਨਾਂ ਦੀ ਕਹਾਣੀ, ਜਿਹਦਾ ਟਾਈਟਲ ਹੈ ਬੇਵਸਾਹੀ ਰੁੱਤ, ਇਹ ਸਿਰਜਣਾ ਮੈਗਜ਼ੀਨ ਦੇ 200ਵੇਂ ਅੰਕ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਉਹਦੇ ਵਿੱਚ ਇਹ ਛਪੀ ਹੈ। ਕਹਾਣੀ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ਅਤੇ ਅੱਜ ਮੈਂ ਚਾਹੁੰਦੀ ਹਾਂ ਕਿ ਹਰਪ੍ਰੀਤ ਸੇਖਾ ਇਹ ਕਹਾਣੀ ਤੁਹਾਡੇ ਨਾਲ ਵੀ ਆਪਣੀ ਜ਼ੁਬਾਨੀ ਜ਼ਰੂਰ ਸਾਂਝੀ ਕਰਨ। ਥੋੜ੍ਹਾ ਜਿਹਾ ਹਰਪ੍ਰੀਤ ਸੇਖਾ ਹੋਣਾ ਬਾਰੇ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਉਹ ਸਾਡੇ ਇੱਥੋਂ ਦੇ ਆਪਣੇ ਕਹਾਣੀਕਾਰ ਨੇ, ਜਿਨ੍ਹਾਂ ਦਾ ਇਸ ਵੇਲੇ ਇਹ ਕਹੋ ਕਿ ਪੰਜਾਬੀ ਸਾਹਿਤ ਦੇ ਵਿੱਚ ਇੱਕ ਖਾਸ ਸਥਾਨ ਬਣ ਚੁੱਕਾ ਹੈ। ਉਹਨਾਂ ਨੇ ਵੈਨਕੂਵਰ ਦੇ ਵਿੱਚ, BC ਦੇ ਵਿੱਚ ਹੀ ਨਹੀਂ, ਸਗੋਂ ਓਵਰਆਲ ਪੂਰੇ ਕੈਨੇਡਾ ਦੇ ਵਿੱਚ ਸਾਡੇ ਭਾਈਚਾਰੇ ਦੇ ਨਾਲ ਕੀ ਗੱਲਾਂ ਬਾਤਾਂ ਹੁੰਦੀਆਂ ਨੇ, ਕੀ ਕੁਝ ਵਾਪਰਦਾ ਹੈ, ਅਸੀਂ ਕਿਹੜੀਆਂ ਚੀਜ਼ਾਂ ਦੇ ਵਿੱਚੋਂ ਗੁਜ਼ਰਦੇ ਹਾਂ, ਕੀ ਸਾਡੀਆਂ ਸਮੱਸਿਆਵਾਂ ਨੇ ਅਤੇ ਅਸੀਂ ਕਿੱਥੇ ਖੜ੍ਹੇ ਹਾਂ, ਉਹ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਕਾਗਜ਼ 'ਤੇ ਉਤਾਰਿਆ। ਉਹਨਾਂ ਦੀ ਜਿਹੜੀ ਇੱਕ ਕਿਤਾਬ ਆਈ ਸੀ ਪਹਿਲੀ, ਬੀਜੀ ਮੁਸਕਰਾ ਪਏ, ਉਹ ਕਹਾਣੀਆਂ ਦੀ ਕਿਤਾਬ ਸੀ। ਇਸੇ ਤਰ੍ਹਾਂ ਟੈਕਸੀਨਾਮਾ ਉਹਨਾਂ ਦੀ ਕਿਤਾਬ ਬਹੁਤ ਮਕਬੂਲ ਹੋਈ ਹੈ। ਫਿਰ 12 ਬੂਹੇ ਆਈ, ਪ੍ਰਿਜ਼ਮ ਆਈ, ਜਿਹਨੂੰ ਇਨਾਮ ਵੀ ਮਿਲਿਆ। ਅਤੇ ਇਸੇ ਸਾਲ ਦੇ ਸ਼ੁਰੂ ਦੇ ਵਿੱਚ ਮੈਂ ਉਹਨਾਂ ਦੇ ਨਾਲ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਉਹਨਾਂ ਦਾ ਪਹਿਲਾ ਨਾਵਲ ਹਨੇਰੇ ਰਾਹ ਰਿਲੀਜ਼ ਹੋਇਆ ਸੀ। ਅਤੇ ਅੱਜ ਚੰਗਾ ਲੱਗ ਰਿਹਾ, ਇੱਕ ਵਾਰੀ ਫਿਰ ਹਰਪ੍ਰੀਤ ਸੇਖਾ ਜੀ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ। ਹਰਪ੍ਰੀਤ ਜੀ, ਜੀ ਆਇਆਂ ਨੂੰ। ਬਹੁਤ ਸ਼ੁਕਰੀਆ ਤੁਹਾਡਾ। ਥੋੜ੍ਹੇ ਜਿਹੇ ਮਾਈਕ ਦੇ ਨੇੜੇ ਹੋ ਜਾਓ ਪਲੀਜ਼। ਸ਼ੁਕਰੀਆ। ਸੋ ਹਰਪ੍ਰੀਤ ਜੀ, ਕਹਾਣੀ ਆਪਾਂ ਸਿੱਧੀ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਗੱਲਾਂ ਬਾਤਾਂ ਕਰਾਂਗੇ ਕਹਾਣੀ ਬਾਰੇ। ਮੈਂ ਚਾਹੁੰਦੀ ਹਾਂ ਕਿ ਸਾਡੇ ਸੁਣਨ ਵਾਲਿਆਂ ਦੇ ਨਾਲ ਇਹ ਕਹਾਣੀ ਆਪਾਂ ਸਾਂਝੀ ਕਰੀਏ, ਪਰ ਮੈਂ ਸ਼ੁਰੂ 'ਚ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਆਪਣੇ ਸੁਣਨ ਵਾਲਿਆਂ ਨੂੰ ਵੀ ਦੱਸ ਦਿੰਦੀ ਹਾਂ ਕਿ ਕਹਾਣੀ, ਕਿਉਂਕਿ ਵਿੱਚ ਕਮਰਸ਼ੀਅਲ ਬ੍ਰੇਕ ਅਤੇ ਨਿਊਜ਼ ਵੀ ਆਉਣੀਆਂ, ਥੋੜ੍ਹੀ ਟੁੱਟਵੀਂ ਤੁਹਾਨੂੰ ਸੁਣਾਈ ਜਾਏਗੀ, ਪਰ ਲਗਾਤਾਰ ਤੁਸੀਂ ਸੁਣਦੇ ਰਹਿਣਾ ਇਸ ਕਹਾਣੀ ਨੂੰ। ਬੇਵਸਾਹੀ ਰੁੱਤ, ਹਰਪ੍ਰੀਤ ਸੇਖਾ ਜੀ। ਸ਼ੁਕਰੀਆ ਜੀ। ਇਹ ਬੱਦਲ ਚੁੱਕੇ ਕਿਉਂ ਨਹੀਂ ਜਾਂਦੇ, ਸੂਰਜ ਨੂੰ ਦੇਖਿਆ ਜਿਵੇਂ ਮੁੱਤਾਂ ਹੀ ਹੋ ਗਈਆਂ, ਖਿੜਕੀ ਵਿੱਚੋਂ ਬਾਹਰ ਦੇਖਦਿਆਂ ਮੇਰੇ ਮਨ ਵਿੱਚ ਆਈ। ਬੱਦਲਾਂ ਦੀ ਗੱਲ ਹੀ ਮੇਰਾ ਸਹਾਇਕ ਕਰ ਰਿਹਾ ਸੀ ਜਦੋਂ ਮੇਰੀ ਪਤਨੀ ਕਿਰਨ ਨੇ ਫੋਨ ਕਰਕੇ ਮੈਨੂੰ ਕੰਮ ਤੋਂ ਘਰ ਬੁਲਾ ਲਿਆ। ਭਾਅ ਜੀ, ਜੇ ਆ ਮੀਂਹ ਪੈਣੋਂ ਹਟੇ ਤਾਂ ਬਾਹਰਲੇ ਪੇਂਟ ਦਾ ਕੰਮ ਮੁਕਾਈਏ, ਕਿੰਨੇ ਘਰਾਂ ਦਾ ਕਰਨ ਵਾਲਾ ਪਿਆ। ਇਹ ਬੱਦਲ ਜੇ ਚੁੱਕੇ ਹੀ ਨਹੀਂ ਜਾਂਦੇ, ਕਿੰਨੇ ਵੀਕ ਹੋ ਗਏ।
ਮੇਰੇ ਸਹਾਇਕ ਨੇ ਕਿਹਾ ਸੀ। ਮੈਂ ਉਸ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੇਰੇ ਅਧੂਰੇ ਪਏ ਕੰਮ ਦਾ ਫਿਕਰ ਨਹੀਂ ਸੀ। ਮੇਰੇ ਅੰਦਰ ਤਾਂ ਵੱਡੇ ਫਿਕਰਾਂ ਦੀ ਹਨੇਰੀ ਝੁੱਲ ਰਹੀ ਸੀ। ਤੇ ਉਦੋਂ ਹੀ ਕਿਰਨ ਦਾ ਫੋਨ ਆ ਗਿਆ। ਸਾਡੇ ਬੇਟੇ ਅਮੀਤ ਦੇ ਖੂਨ ਟੈਸਟ ਦੀ ਰਿਪੋਰਟ ਪਹੁੰਚਣ ਦਾ ਡਾਕਟਰ ਦੇ ਕਲੀਨਿਕ ਤੋਂ ਫੋਨ ਆਇਆ ਸੀ। ਮਾਹਰ ਡਾਕਟਰ ਸਾਨੂੰ ਅਗਲੇ ਹਫ਼ਤੇ ਮਿਲਣਾ ਚਾਹੁੰਦਾ ਸੀ। ਜੇ ਅੱਜ ਫੋਨ ਨਾ ਆਉਂਦਾ ਤਾਂ ਕਿਰਨ ਨੇ ਆਪ ਫੋਨ ਕਰਕੇ ਰਿਪੋਰਟ ਬਾਰੇ ਪੁੱਛਣਾ ਸੀ। ਤੇ ਜਦ ਫੋਨ ਆ ਗਿਆ, ਕਿਰਨ ਘਬਰਾ ਗਈ। ਉਸਨੇ ਉਦੋਂ ਹੀ ਮੈਨੂੰ ਫੋਨ ਕਰ ਲਿਆ। ਡਾਕਟਰ ਨੇ ਸੱਦਿਆ। ਇੰਨੀ ਕੁ ਗੱਲ ਉਸਨੇ ਮਸਾਂ ਕਹੀ। ਮੇਰੀਆਂ ਲੱਤਾਂ ਵੀ ਜਵਾਬ ਦੇ ਗਈਆਂ। ਅੱਖਾਂ ਅੱਗੇ ਹਨੇਰਾ ਛਾ ਗਿਆ। ਪਿਛਲੀਆਂ 2 ਰਾਤਾਂ ਅਸੀਂ ਕੰਢਿਆਂ ਉੱਤੇ ਕੱਟੀਆਂ ਸਨ। ਕਿਰਨ ਨੇ ਪਤਾ ਨਹੀਂ ਕਿੰਨੀਆਂ ਸੁੱਖਾਂ ਸੁੱਖ ਲਈਆਂ ਸਨ। ਕੁਝ ਸਾਲ ਪਹਿਲਾਂ ਦੀ ਗੱਲ ਹੁੰਦੀ ਤਾਂ ਮੈਂ ਕਹਿਣਾ ਸੀ, ਭਲੀਏ ਮਾਨਸੇ, ਰੱਬ ਨੂੰ ਵੀ ਕੋਈ ਛੁੱਟੀ ਚਾਹੀਦੀ ਹੈ। ਹਮੇਸ਼ਾ ਹੀ ਨਾ ਵਿਚਾਰੇ ਨੂੰ ਕੰਮ ਲਾਈ ਰੱਖਿਆ ਕਰੋ। ਪਰ ਹੁਣ ਤਾਂ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ ਸੀ, ਮਿਹਰ ਕਰੀਂ ਦਾਤਿਆ। ਅਮੀਤ ਦੀਆਂ ਸੁੰਨੀਆਂ ਅੱਖਾਂ ਮੁੜ ਮੇਰੇ ਅੱਗੇ ਆ ਗਈਆਂ। ਕਿਤੇ ਇਸ ਤੋਂ ਅੱਗੇ ਸੋਚਣ ਤੋਂ ਬਚਣ ਲਈ ਮੈਂ ਝੱਟ ਕਿਹਾ ਸੀ, ਇੱਦਾਂ ਨਾ ਕਰੀ ਸੱਚੇ ਪਾਤਸ਼ਾਹ, ਪਹਿਲਾਂ ਹੀ ਬਥੇਰੀ ਹੋ ਗਈ। ਮੈਂ ਉਦੋਂ ਹੀ ਘਰ ਵੱਲ ਚੱਲ ਪਿਆ। ਜਦੋਂ ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ, ਸਾਡੇ ਕੁੱਤੇ ਸ਼ੈਡੋ ਨੇ ਨਾ ਪੂਛ ਹਿਲਾਈ ਤੇ ਨਾ ਹੀ ਕੰਨ ਥੱਲੇ ਸੁੱਟੇ। ਉਹ ਆਪਣੀ ਹਾਜ਼ਰੀ ਲਵਾਉਣ ਦਰਵਾਜ਼ੇ ਤੱਕ ਆਇਆ ਅਤੇ ਮੇਰੇ ਮੂਹਰੇ ਚੱਲ ਕੇ ਕਿਰਨ ਕੋਲ ਲੈ ਗਿਆ। ਕਿਰਨ ਦੀਆਂ ਅੱਖਾਂ ਰੋ ਕੇ ਸੁੱਜੀਆਂ ਹੋਈਆਂ ਸਨ। ਉਹ ਧਾ ਕੇ ਮੇਰੇ ਨਾਲ ਚੁੰਬੜ ਗਈ ਤੇ ਹੁਬਕੀਆਂ ਵਿੱਚ ਬੋਲੀ, ਰੱਬ ਕਿਉਂ ਸਾਡੇ ਮਗਰ ਹੱਥ ਧੋ ਕੇ ਪੈ ਗਿਆ। ਮੇਰੇ ਮੂੰਹੋਂ ਕੁਝ ਦੇਰ ਕੋਈ ਬੋਲ ਨਾ ਨਿਕਲਿਆ। ਸ਼ੈਡੋ ਸਾਡੇ ਦੁਆਲੇ ਊਂ ਦੀ ਆਵਾਜ਼ ਕੱਢਦਾ ਗੇੜੇ ਕੱਢਣ ਲੱਗਾ, ਜਿਵੇਂ ਉਸ ਦੀ ਕੋਈ ਪੇਸ਼ ਨਾ ਜਾ ਰਹੀ ਹੋਵੇ। ਕੁਝ ਨਹੀਂ ਹੁੰਦਾ, ਤੂੰ ਐਵੇਂ ਘਬਰਾ ਜਾਂਦੀ ਹੈ। ਜ਼ਰੂਰੀ ਤਾਂ ਨਹੀਂ ਕਿ ਕੋਈ ਮਾੜੀ ਖਬਰੀ ਹੋਵੇਗੀ। ਕਈ ਵਾਰ ਡਾਕਟਰ ਐਵੇਂ ਪੈਸੇ ਬਣਾਉਣ ਲਈ ਸੱਦ ਲੈਂਦੇ ਆ। ਕਿਰਨ ਨੂੰ ਵਰਾਉਣ ਲਈ ਮੈਂ ਆਖ ਦਿੱਤਾ, ਭਾਵੇਂ ਉਸ ਵਕਤ ਇਹ ਦਲੀਲ ਮੈਨੂੰ ਆਪ ਵੀ ਠੀਕ ਨਹੀਂ ਸੀ ਲੱਗਦੀ। ਉਸ ਨੂੰ ਇਸ ਤਰ੍ਹਾਂ ਰੋਂਦੀ ਦੇਖ ਮੇਰਾ ਆਪਣਾ ਮਨ ਪਤਲਾ ਪੈਣ ਲੱਗਾ। ਪਰ ਮੈਂ ਕਿਰਨ ਸਾਹਮਣੇ ਕਮਜ਼ੋਰ ਨਹੀਂ ਸੀ ਦਿਖਣਾ ਚਾਹੁੰਦਾ। ਮੈਂ ਫਿਰ ਕਿਹਾ, ਤੂੰ ਪੁੱਛ ਲੈਣਾ ਸੀ ਕਿ ਰਿਪੋਰਟ ਕਿਵੇਂ ਹੈ। ਪਰ ਕਿਰਨ ਨੇ ਕੋਈ ਹੰਗਾਰਾ ਨਾ ਦਿੱਤਾ। ਤੂੰ ਐਵੇਂ ਹੀ ਰੋਣ ਲੱਗ ਪਈ, ਪਹਿਲਾਂ ਪੁੱਛ ਤਾਂ ਲੈਂਦੀ। ਲੈ, ਇਹਦੇ ਪੁੱਛਣ ਵਾਲਾ ਕੀ ਸੀ। ਜੇ ਸਭ ਕੁਝ ਠੀਕ ਹੁੰਦਾ ਤਾਂ ਡਾਕਟਰ ਨੇ ਸੱਦਣਾ ਹੀ ਨਹੀਂ ਸੀ। ਆਖਦੀ ਕਿਰਨ ਫੇਰ ਰੋ ਪਈ। ਆਪਣੇ ਕਿਆਫੇ ਲਾਉਣ ਨਾਲੋਂ ਆਪਾਂ ਨੂੰ ਪੁੱਛ ਲੈਣਾ ਚਾਹੀਦਾ। ਲਿਆ ਦੇ ਨੰਬਰ, ਮੈਂ ਫੋਨ ਕਰਕੇ ਪੁੱਛਦਾ। ਇਹ ਗੱਲ ਮੈਂ ਕਿਰਨ ਨੂੰ ਧਰਵਾਸਾ ਦੇਣ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਹੌਸਲਾ ਦੇਣ ਲਈ ਕਹੀ। ਜਦੋਂ ਮੈਂ ਫੋਨ ਕੀਤਾ, ਡਾਕਟਰ ਦੀ ਰਿਸੈਪਸ਼ਨਿਸਟ ਬੋਲੀ, ਰਿਪੋਰਟ ਬਾਰੇ ਤਾਂ ਡਾਕਟਰ ਆਪ ਹੀ ਗੱਲ ਕਰਦੇ ਹੁੰਦੇ ਆ। ਮੈਨੂੰ ਤਾਂ ਉਹਨਾਂ ਨੇ ਤੁਹਾਨੂੰ ਸੱਦਣ ਲਈ ਹੀ ਕਿਹਾ। ਮੈਨੂੰ ਮਹਿਸੂਸ ਹੋਇਆ ਜਿਵੇਂ ਕਿਰਨ ਸਾਰੀ ਦੀ ਸਾਰੀ ਅੱਖਾਂ ਵਿੱਚ ਸਿਮਟ ਕੇ ਮੇਰੇ ਵੱਲ ਦੇਖ ਰਹੀ ਹੋਵੇ। ਕਿਰਨ ਨੂੰ ਧਰਵਾਸਾ ਦੇਣ ਲਈ ਮੈਂ ਆਪਣੇ ਵੱਲੋਂ ਐਵੇਂ ਹੀ ਰਿਸੈਪਸ਼ਨਿਸਟ ਨੂੰ ਆਖ ਦਿੱਤਾ, ਫਿਰ ਤਾਂ ਠੀਕ ਹੈ ਜੀ, ਜੇ ਫਿਕਰ ਵਾਲੀ ਗੱਲ ਨਹੀਂ ਤਾਂ। ਮੇਰੇ ਫੋਨ ਰੱਖਦਿਆਂ ਹੀ ਕਿਰਨ ਬੋਲੀ, ਤੁਸੀਂ ਪੁੱਛ ਤਾਂ ਲੈਣਾ ਸੀ ਕਿ ਰਿਪੋਰਟ ਵਿੱਚ ਕੀ ਆਇਆ। ਉਹ ਕਹਿੰਦੀ, ਚਿੰਤਾ ਵਾਲੀ ਗੱਲ ਨਹੀਂ, ਦੇਖਿਆ ਤੂੰ ਉੱਦਾਂ ਹੀ ਰੋਣ ਲੱਗ ਜਾਂਦੀ ਹੈ। ਕਿਰਨ ਨੂੰ ਧਰਵਾਸਾ ਦੇ ਕੇ ਮੈਂ ਆਦਤਨ ਹੀ ਬੀਬੀ ਬਾਪੂ ਵਾਲੇ ਕਮਰੇ ਵਿੱਚ ਚਲਾ ਗਿਆ, ਜਿਵੇਂ ਕਿਸੇ ਔਖੇ ਵੇਲੇ ਉਹਨਾਂ ਦੀ ਸਲਾਹ ਲੈਣ ਜਾਂਦਾ ਸੀ। ਉਹਨਾਂ ਦੇ ਖਾਲੀ ਪਏ ਬੈੱਡ ਦੇਖ ਕੇ ਮੇਰਾ ਮਨ ਹੋਰ ਵੀ ਉਦਾਸ ਹੋ ਗਿਆ। ਮੈਂ ਖਿੜਕੀ ਕੋਲ ਜਾ ਖੜਾ। ਪਤਝੜ ਦਾ ਮੌਸਮ ਸੀ। ਬਹੁਤ ਦਿਨਾਂ ਤੋਂ ਬੱਦਲਾਂ ਨੇ ਅਸਮਾਨ ਨੂੰ ਘੇਰਿਆ ਹੋਇਆ ਸੀ। ਮੇਰੇ ਅੰਦਰ ਸੁੰਨ ਵਰਤੀ ਪਈ ਸੀ। ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕਰਾਂ। ਡਾਕਟਰ ਨੇ ਕਿਉਂ ਸੱਦਿਆ ਹੋਇਆ? ਇਹ ਪ੍ਰਸ਼ਨ ਮੁੜ ਸਿਰ ਚੁੱਕ ਖਲੋਤਾ। ਡਰ ਦੀ ਤਲਵਾਰ ਉਵੇਂ ਹੀ ਲਟਕ ਰਹੀ ਮਹਿਸੂਸ ਹੋਈ। ਕਿਰਨ ਦੀ ਹਾਲਤ ਦੇਖਣ ਲਈ ਮੈਂ ਖਿੜਕੀ ਤੋਂ ਪਾਸੇ ਹੋ ਕੇ ਮੁੜ ਫੈਮਿਲੀ ਰੂਮ ਵਿੱਚ ਚਲਾ ਗਿਆ। ਉਹ ਉਵੇਂ ਹੀ ਬੈਠੀ ਸੀ। ਮੈਨੂੰ ਦੇਖ ਕੇ ਇੱਕਦਮ ਬੋਲੀ, ਤੁਹਾਨੂੰ ਸੱਚੀ ਲੱਗਦਾ ਕਿ ਸਭ ਕੁਝ ਠੀਕ ਹੋਵੇਗਾ? ਠੀਕ ਹੀ ਹੋਊਗਾ, ਘਬਰਾ ਨਾ, ਆਖਦਾ ਹੋਇਆ ਮੈਂ ਕਿਰਨ ਕੋਲ ਬੈਠ ਗਿਆ। ਅਸੀਂ ਕੁਝ ਦੇਰ ਉੱਦਾਂ ਹੀ ਬੈਠੇ ਰਹੇ। ਫਿਰ ਕਿਰਨ ਬੋਲੀ, ਹੋ ਸਕਦਾ ਸਾਰਾ ਕੁਝ ਠੀਕ ਹੀ ਹੋਵੇ। ਸਪੈਸ਼ਲਿਸਟ ਫਾਲੋਅਪ ਅਪਾਇੰਟਮੈਂਟ ਦਿੰਦੇ ਹੀ ਹੁੰਦੇ ਆ। ਆਪਾਂ ਪਿਛਲੀ ਅਪਾਇੰਟਮੈਂਟ ਲੈਣ ਵੇਲੇ ਘਬਰਾਹਟ 'ਚ ਅਗਲੀ ਲੈਣੀ ਭੁੱਲ ਹੀ ਗਏ ਸੀ। ਕਿਰਨ ਦੀ ਇਸ ਗੱਲ ਨਾਲ ਮੈਨੂੰ ਵੀ ਕੁਝ ਧਰਵਾਸਾ ਜਿਹਾ ਹੋ ਗਿਆ। ਸ਼ੈਡੋ ਕਿਰਨ ਦੇ ਪੈਰ ਚੱਟਣ ਲੱਗਾ। ਹਾਂ ਪੁੱਤ, ਸਭ ਠੀਕ ਹੀ ਹੋਊ, ਉਹ ਸ਼ੈਡੋ ਨੂੰ ਪੁਚਕਾਰਨ ਲੱਗੀ। ਫਿਰ ਘੜੀ ਵੱਲ ਦੇਖਦੀ ਹੋਈ ਬੋਲੀ, ਅਮੀਤ ਦੇ ਸਕੂਲੋਂ ਮੁੜਨ ਦਾ ਟਾਈਮ ਹੋਣ ਵਾਲਾ ਹੈ। ਉਹਦੇ ਲਈ ਕੁਝ ਖਾਣਾ ਬਣਾ ਦਿਆਂ ਜੇ ਭੋਰਾ ਖਾ ਲਵੇ। ਆਪਣੇ ਜਮਾਤੀ ਮਾਨਵ ਦੇ ਕਤਲ ਹੋਣ ਤੋਂ ਬਾਅਦ ਅਮੀਤ ਤਾਂ ਆਮ ਹੀ ਕਹਿਣ ਲੱਗਾ ਸੀ ਕਿ ਉਸ ਨੂੰ ਭੁੱਖ ਨਹੀਂ। ਮਹੀਨਾ ਹੋ ਚੱਲਿਆ ਸੀ। ਭੋਰਾ ਖਾਣਾ ਖਾ ਕੇ ਪਲੇਟ ਪਾਸੇ ਕਰ ਦਿੰਦਾ। ਕਿਰਨ ਉੱਠ ਕੇ ਰਸੋਈ ਵਿੱਚ ਚਲੀ ਗਈ। ਸ਼ੈਡੋ ਵੀ ਉਸ ਦੇ ਮਗਰ ਹੀ ਤੁਰ ਪਿਆ। ਇਹਨੂੰ ਸੈਰ ਕਰਵਾ ਲਿਆਓ, ਫਿਰ ਹਨੇਰਾ ਹੋ ਜਾਣਾ। ਅੱਜ ਸਵੇਰੇ ਵੀ ਲਿਜਾ ਨਹੀਂ ਹੋਇਆ, ਜੀ ਨਹੀਂ ਕੀਤਾ ਕੁਛ ਕਰਨ ਨੂੰ, ਕਿਰਨ ਬੋਲੀ। ਪਹਿਲਾਂ ਅਮੀਤ ਹੀ ਸ਼ੈਡੋ ਨੂੰ ਸ਼ਾਮ ਦੀ ਸੈਰ ਕਰਨ ਲਿਜਾਂਦਾ ਸੀ। ਸਵੇਰ ਵੇਲੇ ਕਿਰਨ ਲੈ ਜਾਂਦੀ। ਮਾਨਵ ਤੋਂ ਬਾਅਦ ਅਮੀਤ ਲਿਜਾਣੋਂ ਹਟ ਗਿਆ। ਮੈਂ ਝੱਟ ਇਹ ਡਿਊਟੀ ਸੰਭਾਲ ਲਈ। ਮੇਰਾ ਅੰਦਰ ਵੀ ਡਰਨ ਲੱਗਾ ਸੀ ਅਮੀਤ ਨੂੰ ਭੇਜਦੇ ਹੋਏ।
ਮੈਂ ਸ਼ੈਡੋ ਨੂੰ ਰੱਸੀ ਪਾਈ ਅਤੇ ਉਸ ਦੀ ਗੇਂਦ ਅਤੇ ਬੈਗ ਚੁੱਕ ਕੇ ਤੁਰ ਪਿਆ। ਸ਼ੈਡੋ ਮੇਰੇ ਮੂਹਰੇ ਹੋ ਕੇ ਤੁਰਦਾ, ਜਿਵੇਂ ਮੈਨੂੰ ਰਾਹ ਦੱਸਦਾ ਹੋਵੇ। ਪਹਿਲੇ ਦਿਨ ਤਾਂ ਮੈਂ ਸੋਚਿਆ ਕਿ ਸ਼ਾਇਦ ਇਹ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਇਸੇ ਲਈ ਹੀ ਮੂਹਰੇ ਹੋ ਕੇ ਚੱਲ ਰਿਹਾ ਸੀ। ਬੱਚਿਆਂ ਨੂੰ ਸਕੂਲੋਂ ਛੁੱਟੀ ਦਾ ਸਮਾਂ ਹੋ ਚੱਲਿਆ ਸੀ। ਅਸੀਂ ਉਮੀਦ ਦੇ ਐਲੀਮੈਂਟਰੀ ਵੇਲੇ ਦੇ ਸਕੂਲ ਕੋਲੋਂ ਲੰਘ ਰਹੇ ਸਾਂ। ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈਣ ਜਾ ਰਹੇ ਸਨ। ਮੈਂ ਸ਼ੈਡੋ ਦੀ ਰੱਸੀ ਨੂੰ ਨੇੜੇ ਤੋਂ ਫੜ ਲਿਆ। ਸਵੇਰੇ ਸੈਰ ਨਾ ਕੀਤੀ ਹੋਣ ਕਰਕੇ ਇਸ ਵਿੱਚ ਜ਼ਿਆਦਾ ਹੀ ਤਾਕਤ ਸੀ। ਇਸ ਨੂੰ ਹੌਲੀ ਕਰਨ ਲਈ ਮੈਨੂੰ ਜ਼ੋਰ ਲਾਉਣਾ ਪੈ ਰਿਹਾ ਸੀ। ਕਿਹਾ ਸੀ ਕਿ ਛੋਟਾ ਜਿਹਾ ਕੁੱਤਾ ਲੈ ਲਾ। ਮੇਰੇ ਦਿਮਾਗ 'ਚ ਆਈ, ਛੋਟੇ ਤਾਂ ਕੁੜੀਆਂ ਵਾਸਤੇ ਹੁੰਦੇ ਆ। ਉਮੀਦ ਦਾ ਇਹ ਜਵਾਬ ਯਾਦ ਕਰਕੇ ਮੇਰੇ ਅੰਦਰ ਮੁੜ ਡਰ ਜਾਗ ਪਿਆ। ਜਦੋਂ ਕੁੱਤਾ ਲਿਆ ਸੀ, ਉਦੋਂ ਵੀ ਮੈਨੂੰ ਉਮੀਦ ਦੀ ਇਹ ਗੱਲ ਥੋੜ੍ਹੀ ਜਿਹੀ ਮਹਿਸੂਸ ਹੋਈ ਸੀ ਕਿ ਇਹ ਆਪਣੇ ਆਪ ਨੂੰ ਰਫ ਟਫ ਕਿਉਂ ਦਿਖਾਉਣਾ ਚਾਹੁੰਦਾ ਹੈ। ਪਰ ਉਦੋਂ ਮੈਂ ਸੋਚਿਆ ਸੀ ਕਿ ਇਸ ਉਮਰੇ ਮੁੰਡਿਆਂ ਨੂੰ ਇਹ ਖਾਹਿਸ਼ ਹੋ ਹੀ ਜਾਂਦੀ ਹੈ। ਬੱਚਿਆਂ ਨੂੰ ਸਕੂਲਾਂ ਤੋਂ ਲੈਣ ਜਾਂਦੇ ਬਜ਼ੁਰਗਾਂ ਵੱਲ ਦੇਖ ਕੇ ਮੇਰੇ ਦਿਮਾਗ ਵਿੱਚ ਬੀਬੀ ਤੇ ਬਾਪੂ ਆ ਗਏ। ਮੇਰੇ ਅੰਦਰੋਂ ਇੱਕ ਚੀਸ ਜਿਹੀ ਉੱਠੀ। ਹੋਰ ਬੈਠੇ ਰਹਿੰਦੇ 10 ਸਾਲ, ਉਹਨਾਂ ਦੇ ਹੁੰਦਿਆਂ ਉਮੀਦ ਦਾ ਕੋਈ ਫਿਕਰ ਨਹੀਂ ਸੀ, ਮੈਂ ਸੋਚਿਆ। ਫਿਰ ਉਮੀਦ ਦੇ ਬੋਲ ਦਿਮਾਗ ਵਿੱਚ ਆ ਗਏ। ਬੀਬੀ ਬਾਪੂ ਮੇਰੇ ਅਸਲੀ ਮਾਪੇ ਸੀ, ਉਹਨਾਂ ਨੇ ਮੈਨੂੰ ਪਾਲਿਆ। ਮੇਰੇ ਅੰਦਰੋਂ ਹੌਕੇ ਵਰਗਾ ਸਾਹ ਨਿਕਲਿਆ। ਗੁੱਸੇ 'ਚ ਆ ਗਿਆ ਹੋਣਾ, ਮੈਂ ਸੋਚਿਆ। ਅਗਲੇ ਹੀ ਪਲ ਮੇਰੇ ਦਿਮਾਗ ਵਿੱਚ ਬੀਬੀ ਆ ਗਈ। ਮੈਂ ਘਰਾਂ ਨੂੰ ਰੰਗ ਕਰਨ ਦੀ ਨਵੀਂ ਹੀ ਆਪਣੀ ਕੰਪਨੀ ਖੋਲ੍ਹੀ ਸੀ। ਕੰਮ ਦੀ ਮਾਰੋ ਮਾਰ ਸੀ। ਮੈਂ ਦੇਰ ਰਾਤ ਤੱਕ ਕੰਮ 'ਤੇ ਲੱਗਾ ਰਹਿੰਦਾ। ਇੱਕ ਰਾਤ ਕੰਮ ਤੋਂ ਮੁੜਿਆ ਤਾਂ ਬੀਬੀ ਕੋਲ ਆ ਬੈਠੀ। ਸੁੱਤੀ ਨਹੀਂ ਬੀਬੀ ਅੱਜ? ਮੈਂ ਪੁੱਛਿਆ। ਉਹ ਬੋਲੀ, ਕਾਕਾ ਇੰਨਾ ਕੰਮ ਕਰਕੇ ਕਿਉਂ ਦੇ ਗਾਲਦਾ? ਅਸਲੀ ਕਮਾਈ ਤਾਂ ਬੱਚਾ ਹੈ ਆਪਣਾ, ਇਹਦੇ ਵੱਲ ਧਿਆਨ ਦੇ। ਕੋਈ ਗੱਲ ਹੋਈ ਹੈ? ਉਮੀਦ ਦੇ ਸਕੂਲੋਂ ਕੋਈ ਲਾਂਭਾ ਆਇਆ? ਮੈਂ ਪੁੱਛਿਆ। ਲਾਂਭਾ ਇਹਦਾ ਭੁਰਾ ਭਰਦਾ ਕੀ ਆਉਣਾ ਹੈ? ਇੱਕ ਦਿਨ ਕਹਿੰਦਾ ਡੈਡੀ ਘਰੇ ਕਾਹਤੋਂ ਨਹੀਂ ਰਹਿੰਦੇ। ਅੱਜ ਰੇਡੀਓ 'ਤੇ ਵੀ ਗੱਲਾਂ ਕਰਦੇ ਸੀ ਵੀ ਮਾਪਿਆਂ ਨੂੰ ਜਵਾਕਾਂ ਨਾਲ ਬੈਠਣਾ ਚਾਹੀਦਾ। ਕਹਿੰਦੇ ਜਿੰਨਾ ਜ਼ਿਆਦਾ ਉਹਨਾਂ ਨੂੰ ਟਾਈਮ ਦਿਓਗੇ ਓਨਾ ਜ਼ਿਆਦਾ ਮੋਹ ਪੈਂਦਾ। ਨਾਲੇ ਕਹਿੰਦੇ ਟੀਚਰਾਂ ਨੂੰ ਮਿਲਦੇ ਰਹਿਣਾ ਚਾਹੀਦਾ। ਤੁਸੀਂ ਸਕੂਲ ਛੱਡਣਗੇ ਮਿਲ ਕੇ ਤਾਂ ਆਉਣੇ ਆ ਟੀਚਰਾਂ ਨੂੰ। ਉਹ ਹੋਰ ਗੱਲ ਹੈ ਕਾਕਾ, ਮੇਰੇ ਲੀੜੇ ਪੇਟ ਨਾਲ ਲਿਬੜੇ ਹੁੰਦੇ ਆ, ਨਹੀਂ ਤਾਂ ਕਦੇ ਵਿੱਚੋਂ ਗੇੜਾ ਕੱਢ ਆਇਆ ਕਰਾਂ। ਨਾਲੇ ਹਾਲੇ ਇਹ ਛੋਟਾ, ਜਦੋਂ ਵੱਡਾ ਹੋ ਗਿਆ ਉਦੋਂ ਜਾਇਆ ਕਰਾਂਗੇ। ਮੇਰੀ ਇਹ ਗੱਲ ਸੁਣ ਕੇ ਬੀਬੀ ਚੁੱਪ ਕਰ ਗਈ, ਪਰ ਉੱਥੇ ਹੀ ਬੈਠੀ ਰਹੀ। ਮੇਰੇ ਚਿੱਤ 'ਚ ਆਈ ਕਿ ਜਦੋਂ ਮੈਂ ਸਕੂਲ ਪੜ੍ਹਦਾ ਸੀ, ਬਾਪੂ ਨੇ ਕਿਹੜਾ ਮੇਰੇ ਸਕੂਲ ਦਾ ਕਦੇ ਮੂੰਹ ਦੇਖਿਆ ਸੀ। ਮੈਂ ਤਾਂ ਵਿਗੜਿਆ ਨਹੀਂ, ਨਾ ਬਾਪੂ ਬੀਬੀ ਨਾ ਮੋਹ ਘਟਿਆ। ਇਹ ਰੇਡੀਓ ਵਾਲੇ ਮੈਂ ਭਕਾਈ ਮਾਰਦੇ ਰਹਿੰਦੇ ਆ। ਪਰ ਮੈਂ ਇਹ ਗੱਲ ਬੀਬੀ ਨੂੰ ਕਹੀ ਨਾ। ਉਸ ਦੇ ਚਿਹਰੇ 'ਤੇ ਫਿਕਰ ਦੇਖ ਕੇ ਮੈਂ ਆਖ ਦਿੱਤਾ, ਕੋਈ ਨਾ ਤੂੰ ਫਿਕਰ ਨਾ ਕਰ, ਮੈਂ ਜਾਇਆ ਕਰੂੰ। ਬੀਬੀ ਨੂੰ ਤਾਂ ਮੈਂ ਆਖ ਦਿੱਤਾ ਸੀ, ਪਰ ਮੈਂ ਕਦੇ ਗਿਆ ਨਹੀਂ ਸੀ। ਕਿਰਨ ਕਦੇ ਪੇਰੈਂਟ ਟੀਚਰ ਮੀਟਿੰਗ 'ਤੇ ਜਾ ਆਉਂਦੀ। ਉਹ ਦੱਸਦੀ ਕਿ ਅਮੀਤ ਪੜ੍ਹਾਈ ਵਿੱਚ ਚੰਗਾ ਸੀ। ਮੈਂ ਕਦੇ ਲੋੜ ਹੀ ਮਹਿਸੂਸ ਨਹੀਂ ਸੀ ਕੀਤੀ। ਬਾਪੂ ਅਮੀਤ ਨੂੰ ਸਕੂਲ ਛੱਡ ਕੇ ਪਾਰਕ ਚਲਾ ਜਾਂਦਾ ਅਤੇ ਬੀਬੀ ਅਮੀਤ ਨੂੰ ਸਕੂਲੋਂ ਲੈ ਆਉਂਦੀ। ਵਧੀਆ ਗੱਡੀ ਚੱਲੀ ਜਾਂਦੀ ਸੀ। ਜੇ ਬਾਪੂ ਬੀਬੀ ਬਿਮਾਰ ਨਾ ਹੁੰਦੇ ਤਾਂ ਕਿਰਨ ਨੇ ਵੀ ਕੰਮ ਨਹੀਂ ਸੀ ਛੱਡਣਾ। ਬੀਬੀ ਦੀ ਗੱਲ ਯਾਦ ਕਰਕੇ ਮੇਰੇ ਚਿੱਤ 'ਚ ਆਈ, ਹੁਣ ਬੀਬੀ ਦੇ ਆਖੇ ਲੱਗ ਕੇ ਉਦੋਂ ਹੀ ਹਿਸਾਬ ਸਿਰ ਕੰਮ ਰੱਖਿਆ ਹੁੰਦਾ। ਪਰ ਅਗਲੇ ਹੀ ਪਲ ਸੋਚਿਆ, ਜੇ ਕੰਮ ਘੱਟ ਵੀ ਕਰ ਦਿੰਦਾ, ਸਕੂਲ 'ਚ ਤਾਂ ਨਹੀਂ ਸਾਰਾ ਦਿਨ ਜਵਾਕਾਂ ਦੇ ਨਾਲ ਰਿਹਾ ਜਾਂਦਾ, ਉੱਥੋਂ ਸਿੱਖਦੇ ਆਏ ਸਾਰਾ ਕੁਝ। ਨਹੀਂ, ਸਾਡਾ ਨਹੀਂ ਅਮੀਤ ਇੱਦਾਂ ਦਾ ਹੋ ਸਕਦਾ। ਮੈਂ ਆਪਣੇ ਆਪ ਨੂੰ ਧਰਵਾਸਾ ਦੇਣ ਦੀ ਕੋਸ਼ਿਸ਼ ਕੀਤੀ। ਸ਼ੋਰ ਮਚਾਉਂਦੀ ਕਾਰ ਨੇ ਮੈਨੂੰ ਸੋਚਾਂ ਵਿੱਚੋਂ ਕੱਢਿਆ। ਕਾਰਵੈਟ ਕਾਰ ਸੀ। ਸ਼ਾਇਦ ਕਾਰ ਦਾ ਜ਼ੋਰ ਦਿਖਾਉਣ ਲਈ ਡਰਾਈਵਰ ਨੇ ਰੇਸ ਦਿੱਤੀ ਸੀ। ਅਮੀਤ ਨੇ ਵੀ ਭਵਿੱਖ ਵਿੱਚ ਅਜਿਹੀ ਹੀ ਕਾਰ ਲੈਣ ਲਈ ਇੱਕ ਦਿਨ ਖਾਹਿਸ਼ ਜ਼ਾਹਰ ਕੀਤੀ ਸੀ, ਭਾਵੇਂ ਉਸਨੇ ਹਾਲੇ ਤੱਕ ਡਰਾਈਵਰ ਲਾਇਸੈਂਸ ਲੈਣ ਲਈ ਅਰਜ਼ੀ ਵੀ ਨਹੀਂ ਸੀ ਭਰੀ। ਮੈਂ ਉਸ ਨੂੰ ਝਟ ਕਿਹਾ ਸੀ, ਤੇਰੀ ਪਹਿਲੀ ਕਾਰ ਤਾਂ ਹੋਂਡਾ ਸਿਵਿਕ ਜਾਂ ਟੋਯੋਟਾ ਕਰੋਲਾ ਹੋਵੇਗੀ। ਇੰਨਾ ਕਾਹ ਕੇ ਮੇਰੀ ਤਸੱਲੀ ਨਹੀਂ ਸੀ ਹੋਈ ਅਤੇ ਮੈਂ ਅੱਗੇ ਕਿਹਾ, ਪੜ੍ਹਨ ਲਿਖਣ ਵਾਲੇ ਬੱਚੇ ਨਹੀਂ ਰੱਖਦੇ ਮਹਿੰਗੀਆਂ ਸਪੋਰਟਸ ਕਾਰਾਂ। ਉਹ ਡੈਡ, ਸਿਵਿਕ ਅਤੇ ਕਰੋਲਾ ਤਾਂ ਸਸਤੀਆਂ ਜਿਹੀਆਂ ਕਾਰਾਂ ਹੁੰਦੀਆਂ। ਅਮੀਤ ਬੋਲਿਆ ਸੀ। ਕੁਝ ਕੁ ਪਲਾਂ ਬਾਅਦ ਫਿਰ ਬੋਲਿਆ ਸੀ, ਮੈਂ ਆਪਣੇ ਡਾਲਰਾਂ ਨਾਲ ਖਰੀਦਾਂਗਾ ਸਪੋਰਟਸ ਕਾਰ। ਮੈਂ ਅੱਗੋਂ ਕੁਝ ਨਹੀਂ ਸੀ ਆਖਿਆ। ਸੋਚਿਆ ਸੀ ਜਦੋਂ ਸਮਾਂ ਆਊ ਦੇਖੀ ਜਾਵੇਗੀ। ਹੁਣ ਤਾਂ ਇਹ ਐਵੇਂ ਸ਼ੇਖ ਚਿੱਲੀ ਵਾਂਗ ਸੁਪਨੇ ਲੈਂਦਾ ਰਹਿੰਦਾ। ਪਰ ਇਸ ਕਾਰ ਦੇ ਸ਼ੋਰ ਨੇ ਮੇਰੇ ਅੰਦਰ ਸ਼ੋਰ ਹੋਰ ਤੇਜ਼ ਕਰ ਦਿੱਤਾ ਸੀ। ਮਨ ਵਿੱਚ ਆਇਆ ਕਿ ਕਿਉਂ ਅਮੀਤ ਸੋਚਦਾ ਇਹੋ ਜਿਹੀਆਂ ਕਾਰਾਂ ਬਾਰੇ। ਮੈਂ ਆਪਣੀ ਜਾਣ ਪਛਾਣ ਵਾਲੇ ਲੋਕਾਂ ਦੇ ਨਿਆਣਿਆਂ ਬਾਰੇ ਸੋਚਿਆ। ਕਿਸੇ ਕੋਲ ਵੀ ਅਜਿਹੀ ਕਾਰ ਨਹੀਂ ਸੀ। ਮਹਿੰਗੀਆਂ ਕਾਰਾਂ ਦੇ ਉੱਚੇ ਸੁਪਨੇ ਲੈਣ ਵਾਲੇ ਨਿਆਣੇ ਜ਼ਿਆਦਾ ਤਿਲਕਦੇ ਆ। ਕਿਸੇ ਦੀ ਕਹੀ ਹੋਈ ਇਹ ਗੱਲ ਮੇਰੇ ਦਿਮਾਗ ਵਿੱਚ ਆਈ। ਮੈਨੂੰ ਫਿਰ ਕਾਰ ਦਾ ਸ਼ੋਰ ਸੁਣਿਆ। ਹੁਣ ਇਹ ਦੂਜੇ ਪਾਸੇ ਨੂੰ ਜਾ ਰਹੀ ਸੀ। ਇਹ ਤਾਂ ਜਿਵੇਂ ਮੇਰੀਆਂ ਸੋਚਾਂ ਨਾਲੋਂ ਵੀ ਤੇਜ਼ ਸੀ। ਇੱਕ ਅਲੂਆਂ ਜਿਹਾ ਆਪਣਾ ਮੁੰਡਾ ਇਸ ਨੂੰ ਚਲਾ ਰਿਹਾ ਸੀ। ਮੇਰੇ ਦਿਮਾਗ ਵਿੱਚ ਕੁਝ ਦਿਨ ਪਹਿਲਾਂ ਦੀ ਗੱਲ ਆ ਗਈ।
ਕੰਮ ਕਰਦਿਆਂ ਅਚਾਨਕ ਹੀ ਬੁਰਸ਼ ਰੋਕ ਕੇ ਮੇਰਾ ਸਹਾਇਕ ਬੋਲਿਆ ਸੀ, "ਭਾਅ ਜੀ, ਹਮੇਸ਼ਾ ਡਰ ਲੱਗਿਆ ਰਹਿੰਦਾ। ਸਾਡੇ ਗੁਆਂਢ 'ਚ ਵੀ ਅੱਜ ਭਲਕ ਬਸ ਗੋਲੀ ਚੱਲੀ ਲਿਓ।" ਮੇਰੇ ਹੱਥੋਂ ਉੱਥੇ ਹੀ ਬੁਰਸ਼ ਰੁਕ ਗਿਆ। ਮਾਨਵ ਦੇ ਕਤਲ ਤੋਂ ਬਾਅਦ ਇਹੋ ਜਿਹੀ ਗੱਲ ਤੋਂ ਮੈਂ ਤੜਪਕਣ ਲੱਗਾ ਸੀ। ਮੈਂ ਉਸ ਵੱਲ ਦੇਖਿਆ। ਉਹ ਬੋਲਿਆ, 16-17 ਸਾਲਾਂ ਦਾ ਸ਼ੋਰ ਹੋਊ, ਕੋਈ ਨਵੀਂ ਮਸਟਿੰਗ ਕਾਰ ਲਈ ਫਿਰਦਾ। ਯਾਰ ਕਿਹੋ ਜਿਹੇ ਮਾਪੇ ਜਿਹੜੇ ਇਹੋ ਜਿਹੀਆਂ ਮਹਿੰਗੀਆਂ ਕਾਰਾਂ ਲੈ ਦਿੰਦੇ ਆ ਨਿਆਣਿਆਂ ਨੂੰ। ਮੈਂ ਕਿਹਾ, ਮਾਪੇ ਕਿੱਥੋਂ ਲੈ ਕੇ ਦਿੰਦੇ ਆ, ਇਹ ਤਾਂ ਨਸ਼ੇ ਵੇਚ ਕੇ ਲੈਂਦੇ ਆ। ਸਾਡੀ ਗੱਲ ਸੁਣ ਕੇ ਪਲੰਬਰ ਵੀ ਕੰਮ ਕਰਨਾ ਛੱਡ ਕੇ ਬੋਲਿਆ, ਇਹ ਨਵੀਂ ਪੀੜ੍ਹੀ ਵਾਲੇ ਹੈ ਨਹੀਂ ਮਹਿੰਗੀਆਂ ਕਾਰਾਂ ਲੈਣ ਜੋਗੇ, ਇਹ ਤਾਂ ਸਟਰੀਟ ਲੈਵਲ 'ਤੇ ਵੇਚਦੇ ਆ। ਪਹਿਲੀ ਪੀੜ੍ਹੀ ਵਾਲੇ ਗੈਂਗਸਟਰ ਸੀਗੇ ਵੱਡੀਆਂ ਤੋਪਾਂ। ਗੋਲੀ ਤਾਂ ਨਿੱਤ ਕਿਤੇ ਨਾ ਕਿਤੇ ਚੱਲ ਜਾਂਦੀ ਹੈ। ਭੋਰਾ ਭਰ ਨਿਆਣੇ ਚੁੱਕੀ ਫਿਰਦੇ ਆ ਗੰਨਾਂ। ਪਤਾ ਨਹੀਂ ਕਦੋਂ ਮੁੱਕੇਗੀ ਇਹ ਗੈਂਗਵਾਰ, ਡਰਦੇ ਰਹੀਦਾ। ਮੇਰਾ ਸਹਾਇਕ ਬੋਲਿਆ। ਉਹ ਆਪਸ ਵਿੱਚ ਗੱਲੀਂ ਪੈ ਗਏ ਸਨ। ਮੇਰਾ ਧਿਆਨ ਉਹਨਾਂ ਦੀਆਂ ਗੱਲਾਂ ਵੱਲੋਂ ਆਪਣੇ ਅੰਦਰ ਵੱਲ ਮੁੜ ਗਿਆ ਸੀ। ਮੇਰੇ ਮੂਹਰੇ ਅਮੀਤ ਆ ਗਿਆ ਸੀ। ਹਰਪ੍ਰੀਤ ਸੇਖਾ ਜੀ ਦੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ। ਇਸ ਵੇਲੇ ਇੱਕ ਕਮਰਸ਼ੀਅਲ ਬ੍ਰੇਕ ਅਤੇ ਖਬਰਾਂ ਦਾ ਸਮਾਂ ਹੋ ਰਿਹਾ ਹੈ। ਖਬਰਾਂ ਤੋਂ ਬਾਅਦ ਇਹ ਕਹਾਣੀ ਦਾ ਜਿਹੜਾ ਅਗਲਾ ਹਿੱਸਾ ਹੈ ਉਹ ਤੁਹਾਡੇ ਲਈ ਪੇਸ਼ ਕੀਤਾ ਜਾਏਗਾ। ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਸੇਖਾ ਉਹਨਾਂ ਦੀ ਲਿਖੀ ਹੋਈ ਕਹਾਣੀ ਬੇਵਸਾਹੀ ਰੁੱਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਹਰਪ੍ਰੀਤ ਸੇਖਾ ਹੁਣੀ ਆਪਣੀ ਕਹਾਣੀ ਆਪਣੀ ਜ਼ੁਬਾਨੀ ਅੱਜ ਪੜ੍ਹ ਕੇ ਤੁਹਾਨੂੰ ਸੁਣਾ ਰਹੇ ਨੇ। ਅੱਜ ਇਸ ਕਹਾਣੀ ਦਾ ਪਹਿਲਾ ਹਿੱਸਾ ਜਿਹੜਾ ਉਹ ਪੜ੍ਹਿਆ ਜਾ ਚੁੱਕਾ। ਦੂਸਰਾ ਹਿੱਸਾ ਪੜ੍ਹਨ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਸਮ ਅਪ ਕਰਨਾ ਚਾਹੁੰਦੀ ਹਾਂ ਕਿ ਕਹਾਣੀ ਦੇ ਵਿੱਚ ਪਿੱਛੇ ਕੀ ਚੱਲ ਰਿਹਾ ਸੀ। ਉਹਦੇ ਵਿੱਚ ਇਹ ਹੈ ਕਿ ਦੋ ਮਾਪੇ ਨੇ ਆਪਣੇ ਬੱਚੇ ਦੀ ਬਲੱਡ ਟੈਸਟ, ਉਹਨਾਂ ਦੇ ਬੱਚੇ ਦੀ ਬਲੱਡ ਟੈਸਟ ਦੀ ਰਿਪੋਰਟ ਆਉਣ ਵਾਲੀ ਹੈ, ਉਹਦਾ ਇੰਤਜ਼ਾਰ ਕਰ ਰਹੇ ਆ। ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਆ, ਫਿਕਰਮੰਦ ਹੈਗੇ ਆ। ਉਸ ਤੋਂ ਬਾਅਦ ਥੋੜ੍ਹੇ ਜਿਹੇ ਹਿੱਸੇ ਦੇ ਵਿੱਚ ਉਹਨਾਂ ਦੀ ਕਨਵਰਸੇਸ਼ਨ ਆਪਸ ਦੇ ਵਿੱਚ ਉਹ ਫਿਕਰਮੰਦੀ ਵਾਲੀ ਕਨਵਰਸੇਸ਼ਨ ਦਿਖਾਉਣ ਤੋਂ ਬਾਅਦ ਇਹ ਗੱਲ ਕੀਤੀ, ਉਹ ਜਿਹੜਾ ਲੀਡ ਰੋਲ ਦੇ ਵਿੱਚ ਕਹਾਣੀ ਸੁਣਾਉਣ ਵਾਲਾ ਹੈ ਜਾਂ ਜਿਹੜਾ ਮੇਨ ਪਾਤਰ ਹੈ ਆਪ ਆਪਣੀ ਜ਼ੁਬਾਨ ਤੋਂ ਕਹਾਣੀ ਕਹਿ ਰਿਹਾ ਹੈ, ਉਹਦੀਆਂ ਆਪਣੇ ਮਨ ਦੇ ਵਿੱਚ ਕੁਝ ਗੱਲਾਂ ਚੱਲ ਰਹੀਆਂ ਨੇ, ਕੁਝ ਅਗਲੀਆਂ ਪਿਛਲੀਆਂ ਉਹਨੂੰ ਯਾਦ ਆ ਰਹੀਆਂ ਨੇ, ਜਿਹਦੇ ਵਿੱਚ ਜਿੱਥੇ ਉਹ ਕੰਮ ਕਰ ਰਿਹਾ ਐਜ਼ ਪੇਂਟਰ ਉਸ ਸਮੇਂ ਦੀਆਂ ਗੱਲਾਂ, ਕੰਮ ਦੇ ਦੌਰਾਨ ਜਿਹੜੇ ਉਹਦੇ ਸਾਥੀ ਗੱਲਾਂ ਬਾਤਾਂ ਕਰਦੇ ਆ, ਜਿਹਦੇ ਵਿੱਚ ਖਾਸ ਤੌਰ 'ਤੇ ਗੱਲ ਆਉਂਦੀ ਆ ਗੈਂਗਸ ਬਾਰੇ, ਗੋਲੀਆਂ ਚੱਲਣ ਬਾਰੇ। ਉਹ ਗੱਲਾਂ ਕਰਦੇ ਨੇ ਕਿ ਇਹ ਗੱਲਾਂ ਬਹੁਤ ਆਮ ਹੋ ਗਈਆਂ ਨੇ, ਫਿਕਰ ਰਹਿੰਦਾ ਇਸ ਚੀਜ਼ ਦਾ ਵੀ ਕਿਤੇ ਵੀ ਗੋਲੀ ਚੱਲ ਸਕਦੀ ਆ। ਇਸ ਤੋਂ ਇਲਾਵਾ ਥੋੜ੍ਹਾ ਜਿਹਾ ਜ਼ਿਕਰ ਆਉਂਦਾ ਹੈ ਉਸ ਮੁੱਖ ਪਾਤਰ ਦਾ ਜਿਹੜਾ ਕਹਾਣੀ ਸੁਣਾ ਰਿਹਾ ਹੈ, ਉਹਦੇ ਮਨ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਹੈ ਕਿਉਂਕਿ ਆਪਣੇ ਬੱਚੇ ਦੀ ਬਲੱਡ ਟੈਸਟ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ। ਆਪਣੇ ਆਪ ਨਾਲ ਇਹ ਵੀ ਗੱਲਾਂ ਕਰ ਰਿਹਾ ਕਿ ਜੇ ਮਾਪੇ, ਉਹਦੇ ਆਪਣੇ ਮਾਪੇ ਬਿਮਾਰ ਨਾ ਹੁੰਦੇ ਤਾਂ ਸ਼ਾਇਦ ਉਹਦੇ ਆਪਣੇ ਬੇਟੇ ਦੀ ਦੇਖਭਾਲ ਉਹ ਬਿਹਤਰ ਕਰ ਸਕਦੇ। ਕੁਝ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਤੇ ਅੱਗੇ ਹਰਪ੍ਰੀਤ ਸੇਖਾ ਜੀ ਕਹਾਣੀ ਜਾਰੀ ਰੱਖਣਗੇ। ਹਰਪ੍ਰੀਤ ਜੀ। ਸ਼ੁਕਰੀਆ ਜੀ। ਅਮੀਤ ਨਵਾਂ ਹਾਈ ਸਕੂਲ ਜਾਣ ਲੱਗਾ ਸੀ। ਪਤਾ ਨਹੀਂ ਗੱਲ ਕਿਵੇਂ ਸ਼ੁਰੂ ਹੋਈ ਸੀ। ਸ਼ਾਇਦ TV 'ਤੇ ਖਬਰਾਂ ਦੇਖਦਿਆਂ ਅਮੀਤ ਬੋਲਿਆ ਸੀ, "ਡੈਡੀ, ਪੰਜਾਬੀ ਗੈਂਗਸਟਰ ਮਾੜੇ ਬੰਦੇ ਨਹੀਂ ਸੀ। ਅਸਲ 'ਚ ਪਹਿਲੀ ਪੀੜ੍ਹੀ ਦੇ ਗੈਂਗਸਟਰਾਂ ਦਾ ਸਮਾਜ 'ਤੇ ਇੱਕ ਚੰਗਾ ਅਸਰ ਵੀ ਸੀ। ਉਸ ਬਾਰੇ ਕੋਈ ਗੱਲ ਹੀ ਨਹੀਂ ਕਰਦਾ।" ਅਮੀਤ ਦੇ ਮੂੰਹੋਂ ਸੁਣੀ ਇਸ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਸੀ। ਮੈਂ ਇਹ ਸੁਣਿਆ ਸੀ ਕਿ 25-30 ਸਾਲ ਪਹਿਲਾਂ ਛਿੜੀ ਗੈਂਗਵਾਰ ਦੇ ਕੁਝ ਮੋਢੀ ਪੰਜਾਬੀ ਮੁੰਡੇ ਨਵੀਂ ਪੀੜ੍ਹੀ ਦੇ ਹੀਰੋ ਸਨ। ਪਹਿਲੀ ਪੀੜ੍ਹੀ ਦੇ ਕਿੰਦੀ ਨਾਲ ਤੇ ਰੌਣ ਜਵਾਨ ਵੱਲੋਂ ਦੂਜੇ ਗੈਂਗਾਂ ਅਤੇ ਪੁਲਿਸ ਨੂੰ TV 'ਤੇ ਦਿੱਤੀਆਂ ਸਿੱਧੀਆਂ ਧਮਕੀਆਂ ਇਹਨਾਂ ਵਿੱਚ ਬਹੁਤ ਹਰਮਨ ਪਿਆਰੀਆਂ ਹੋ ਗਈਆਂ ਸਨ। ਉਸ ਵਕਤ ਸੋਸ਼ਲ ਮੀਡੀਆ ਪ੍ਰਚਲਿਤ ਨਹੀਂ ਸੀ ਹੋਇਆ। ਬਾਅਦ ਵਿੱਚ ਕਿਸੇ ਨੇ YouTube ਤੇ TV ਦੀਆਂ ਖਬਰਾਂ ਦੇ ਉਹ ਕਲਿੱਪ ਪਾ ਦਿੱਤੇ ਸਨ। ਅਮੀਤ ਫਿਰ ਬੋਲਿਆ ਸੀ, "ਸਾਡੇ ਲੋਕ ਡਾਊਨਟਾਊਨ ਦੇ ਪੱਬਾਂ 'ਚ ਜਾਣੋਂ ਡਰਦੇ ਸਨ। ਕੋਈ ਵੀ ਪਾਗਲ ਗੋਰਾ ਬੇਇੱਜ਼ਤੀ ਕਰ ਦਿੰਦਾ ਸੀ, ਪਰ ਹੁਣ ਉਹ ਡਰਦੇ ਆਪਣੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਦੇ।" ਅੰਗਰੇਜ਼ੀ 'ਚ ਇਸ ਤਰ੍ਹਾਂ ਮਠਾਰ ਗੱਲਾਂ ਕਰਦਾ ਉਦੋਂ ਅਮੀਤ ਮੈਨੂੰ ਬਹੁਤ ਸਿਆਣਾ ਲੱਗਾ ਸੀ। ਪਰ ਹੁਣ ਉਹੀ ਗੱਲਾਂ ਯਾਦ ਕਰਕੇ ਮੈਨੂੰ ਡਰ ਲੱਗਣ ਲੱਗਾ ਸੀ। ਇਹ ਉਮਰ ਹੀ ਤਿਲਕਣ ਦੀ ਹੁੰਦੀ ਹੈ। ਕਈ ਵਾਰੀ ਚੰਗੇ ਭਲੇ ਨਿਆਣੇ ਤਿਲਕ ਜਾਂਦੇ ਹੈ। ਪਲੰਬਰ ਦੀ ਗੱਲ ਨੇ ਮੇਰਾ ਧਿਆਨ ਉਹਨਾਂ ਵੱਲ ਮੋੜਿਆ। ਇਸ ਗੱਲ ਨੇ ਮੈਨੂੰ ਹੋਰ ਫਿਕਰਮੰਦ ਕਰ ਦਿੱਤਾ ਸੀ। ਸੱਚਾ ਪਾਤਸ਼ਾਹ, ਵਹਿਮ ਹੀ ਹੋਵੇ ਮੇਰੇ ਮੂੰਹੋਂ ਨਿਕਲ ਗਿਆ। ਇਹ ਮੈਂ ਇੰਨਾ ਉੱਚੀ ਵੀ ਨਹੀਂ ਸੀ ਕਿਹਾ ਕਿ ਸ਼ੈਡੋ ਨੂੰ ਸੁਣ ਜਾਂਦਾ, ਪਰ ਉਹ ਪਤਾ ਨਹੀਂ ਕਿਉਂ ਰੁਕ ਗਿਆ ਸੀ। ਸਾਡੀ ਜ਼ਿੰਦਗੀ ਵੀ ਪਿਛਲੇ 2 ਦਿਨਾਂ ਤੋਂ ਰੁਕੀ ਪਈ ਸੀ। ਪਹਿਲਾਂ ਵੀ 2 ਵਾਰ ਇਸੇ ਤਰ੍ਹਾਂ ਹੋਇਆ ਸੀ। 5 ਸਾਲ ਪਹਿਲਾਂ ਬਾਪੂ ਦੇ ਕੈਂਸਰ ਬਾਰੇ ਪਤਾ ਲੱਗਣ 'ਤੇ ਸਾਡੀ ਰਵਾਂ ਚੱਲ ਰਹੀ ਜ਼ਿੰਦਗੀ ਇੱਕਦਮ ਰੁਕ ਗਈ ਸੀ। ਅਮੀਤ ਉਦੋਂ 11 ਕੁ ਸਾਲਾਂ ਦਾ ਸੀ। ਉਹ ਬੀਬੀ ਬਾਪੂ ਵਾਲੇ ਕਮਰੇ 'ਚ ਹੀ ਸੌਂਦਾ ਸੀ। ਸਾਲ ਦੇ ਫਰਕ ਨਾਲ ਬੀਬੀ ਨੂੰ ਕੈਂਸਰ ਨੇ ਘੇਰ ਲਿਆ। ਅਮੀਤ ਵੱਲੋਂ ਮੈਂ ਜਮਾਂ ਹੀ ਵੇਸਲਾ ਹੋ ਗਿਆ।
ਇਸ ਦੇ ਸੁੱਕੇ ਬੁੱਲ੍ਹਾਂ ਵੱਲ ਮੇਰਾ ਧਿਆਨ ਹੀ ਨਾ ਜਾਂਦਾ। ਕਿਰਨ ਦੱਸਦੀ ਕਿ ਅਮੀਤ ਸਕੂਲੋਂ ਆਪਣਾ ਖਾਣਾ ਉਵੇਂ ਹੀ ਮੋੜ ਲਿਆਉਂਦਾ ਸੀ, ਪਰ ਮੈਂ ਇਸ ਗੱਲ ਨੂੰ ਗੌਲਿਆ ਹੀ ਨਾ। ਅਮੀਤ ਸਕੂਲੋਂ ਆਉਣ ਸਾਰ ਪਹਿਲਾਂ ਬੀਬੀ ਬਾਪੂ ਦੇ ਕਮਰੇ ਵਿੱਚ ਜਾਂਦਾ। ਕਿਰਨ ਦੱਸਦੀ ਸੀ ਕਿ ਇੱਕ ਦਿਨ ਬੀਬੀ ਗੁਸਲਖਾਨੇ ਵਿੱਚ ਸੀ। ਉਸ ਨੂੰ ਕਮਰੇ ਵਿੱਚ ਨਾ ਦੇਖ ਕੇ ਅਮੀਤ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਕਈ ਵਾਰ ਉਹ ਸਕੂਲੋਂ ਕਿਰਨ ਨੂੰ ਫੋਨ ਕਰ ਦਿੰਦਾ ਕਿ ਉਸ ਨੂੰ ਅੱਧੀ ਛੁੱਟੀ ਵੇਲੇ ਘਰ ਲੈ ਜਾਵੇ, ਅਤੇ ਉਹ ਆਉਣ ਸਾਰ ਤੇਜ਼ੀ ਨਾਲ ਬੀਬੀ ਬਾਪੂ ਦੇ ਕਮਰੇ ਵਿੱਚ ਜਾਂਦਾ। ਉਹਨਾਂ ਨਾਲ ਗੱਲਾਂ ਕਰਕੇ ਮੁੜ ਸਕੂਲ ਚਲਾ ਜਾਂਦਾ। ਰਾਤ ਨੂੰ ਵੀ ਕਈ ਵਾਰ ਜਦੋਂ ਬਾਪੂ ਅੱਧੀ ਰਾਤ ਤੋਂ ਨੀਂਦ ਨਾ ਆਉਣ ਕਰਕੇ ਗੱਲਾਂ ਕਰਨ ਲੱਗ ਜਾਂਦਾ, ਜਾਂ ਬੀਬੀ ਬਾਪੂ ਵਿੱਚੋਂ ਕੋਈ ਉਲਟੀ ਕਰ ਰਿਹਾ ਹੁੰਦਾ, ਜਾਂ ਉਹਨਾਂ ਦੀ ਹੁੰਗਰ ਸੁਣ ਕੇ ਭੱਜ ਕੇ ਉਹਨਾਂ ਦੇ ਕਮਰੇ ਵਿੱਚ ਆਉਂਦਾ। ਮੈਂ ਕਈ ਵਾਰ ਆਖਦਾ ਵੀ, ਅਮੀਤ ਮੈਂ ਹੁੰਦਾ ਤਾਂ ਹਾਂ ਉਹਨਾਂ ਦੇ ਕਮਰੇ 'ਚ, ਫਿਰ ਤੂੰ ਕਿਉਂ ਭੱਜਦਾ? ਮੈਨੂੰ ਲੱਗਾ ਕਿ ਤੁਸੀਂ ਸੁੱਤੇ ਪਏ ਆ, ਸਾਰੇ ਠੀਕ ਹੈ ਨਾ? ਪੁੱਛ ਕੇ ਉਹ ਬੀਬੀ ਬਾਪੂ ਨੂੰ ਵਾਰੀ-ਵਾਰੀ ਜੱਫੀ ਪਾਉਂਦਾ ਅਤੇ ਆਪਣੇ ਕਮਰੇ ਵਿੱਚ ਮੁੜ ਜਾਂਦਾ। ਮੈਨੂੰ ਅੰਦਰੇ ਅੰਦਰ ਖੁਸ਼ੀ ਹੁੰਦੀ ਕਿ ਅਮੀਤ ਕਿੰਨਾ ਖਿਆਲ ਰੱਖਦਾ ਸੀ। ਇਹ ਗੱਲਾਂ ਬਾਅਦ ਵਿੱਚ ਮੈਂ ਅਮੀਤ ਦੇ ਸਕੂਲ ਕਾਉਂਸਲਰ ਨੂੰ ਆਪਣੇ ਜਾਣੇ ਅਮੀਤ ਦੇ ਚੰਗੇ ਸੁਭਾਅ ਦੀ ਨਿਸ਼ਾਨੀ ਵਜੋਂ ਦੱਸੀਆਂ ਸਨ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਬੀਬੀ ਬਾਪੂ ਦੋਨੋਂ ਹੀ ਕੁਝ ਮਹੀਨਿਆਂ ਦੀ ਵਿੱਥ ਨਾਲ ਕੈਂਸਰ ਤੋਂ ਹਾਰ ਮੰਨ ਲਈ ਸੀ, ਅਤੇ ਅਮੀਤ ਨੇ ਬਿਲਕੁਲ ਹੀ ਚੁੱਪ ਵੱਟ ਲਈ ਸੀ। ਉਹ ਸਕੂਲੋਂ ਆ ਕੇ ਬੀਬੀ ਬਾਪੂ ਵਾਲੇ ਕਮਰੇ ਵਿੱਚ ਲੇਟ ਜਾਂਦਾ ਅਤੇ ਉਹਨਾਂ ਦੀਆਂ ਫੋਟੋਆਂ ਵੱਲ ਦੇਖੀ ਜਾਂਦਾ, ਜਾਂ ਆਪਣੇ ਆਈਪੌਡ ਦੀ ਸਕਰੀਨ 'ਤੇ ਅੱਖਾਂ ਗੱਡੀ ਰੱਖਦਾ ਜਿਸ 'ਤੇ ਉਸਨੇ ਬੀਬੀ ਬਾਪੂ ਦੀ ਫੋਟੋ ਲਾਈ ਹੋਈ ਸੀ। ਅਸੀਂ ਸਮਝਦੇ ਸੀ ਕਿ ਉਹ ਕੁਝ ਦਿਨਾਂ ਬਾਅਦ ਠੀਕ ਹੋ ਜਾਵੇਗਾ। ਉਹਨਾਂ ਦਿਨਾਂ ਵਿੱਚ ਸਕੂਲ ਦੇ ਕਾਉਂਸਲਰ ਨੇ ਸਾਨੂੰ ਸਕੂਲ ਸੱਦਿਆ ਸੀ। ਅਮੀਤ ਸਕੂਲ ਵਿੱਚ ਕਿਸੇ ਮੁੰਡੇ ਨਾਲ ਖਿੱਭੜ ਪਿਆ ਸੀ। ਲੜਾਈ ਤਾਂ ਇੱਕ ਪਾਸੇ, ਇਸ ਦੇ ਅਧਿਆਪਕਾਂ ਨੇ ਤਾਂ ਕਦੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ। ਉਹ ਤਾਂ ਸਗੋਂ ਇਸ ਨੂੰ ਚੈਟਰ ਬਾਕਸ ਆਖਦੇ ਸਨ, ਜਿਹੜਾ ਆਪਣੀਆਂ ਗੱਲਾਂ ਨਾਲ ਸਾਰੀ ਕਲਾਸ ਦਾ ਜੀਅ ਲਵਾਈ ਰੱਖਦਾ ਸੀ। ਹੁਣ ਕਿਸੇ ਗੋਰੇ ਬੱਚੇ ਨੇ ਇਸ ਦੀ ਚਮੜੀ ਦੇ ਰੰਗ ਕਾਰਨ ਇਸ ਨੂੰ ਮਜ਼ਾਕ ਨਾਲ ਬਰਾਊਨੀ ਆਖ ਦਿੱਤਾ ਸੀ, ਅਤੇ ਇਹ ਉਸ ਨਾਲ ਹੱਥੋਂ ਪਾਈ ਕਰਨ ਤੱਕ ਗਿਆ ਸੀ। ਉਹ ਮੁੰਡਾ ਆਖਦਾ ਸੀ ਕਿ ਉਹ ਪਹਿਲਾਂ ਵੀ ਅਮੀਤ ਨੂੰ ਇਸ ਤਰ੍ਹਾਂ ਆਖ ਦਿੰਦਾ ਸੀ, ਅਤੇ ਇਹ ਉਸ ਨੂੰ ਜਵਾਬ ਵਿੱਚ ਉਸ ਦੀ ਚਮੜੀ ਦੇ ਰੰਗ ਕਾਰਨ ਕਰੈਕਰਜ਼ ਆਖ ਦਿੰਦਾ ਸੀ। ਉਹ ਇਸ ਤਰ੍ਹਾਂ ਇੱਕ ਦੂਜੇ ਨੂੰ ਐਲੀਮੈਂਟਰੀ ਸਕੂਲ ਦੇ ਦਿਨਾਂ ਤੋਂ ਹੀ ਛੇੜਦੇ ਆ ਰਹੇ ਸਨ, ਪਰ ਇਸ ਵਾਰ ਅਮੀਤ ਭੜਕ ਪਿਆ ਸੀ। ਮੈਂ ਕਾਉਂਸਲਰ ਨੂੰ ਮਿਲਣ ਸਾਰੀ ਅਮੀਤ ਦੀ ਵਕਾਲਤ ਕਰਨ ਲਈ ਅਮੀਤ ਦੇ ਚੰਗੇ ਸੁਭਾਅ ਦੀਆਂ ਗੱਲਾਂ ਦੱਸੀਆਂ ਸਨ। ਕਾਉਂਸਲਰ ਨੇ ਮੈਨੂੰ ਸਮਝਾਉਂਦਿਆਂ ਹੋਇਆ ਕਿਹਾ ਸੀ, ਇਸ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਆਪਣਾ ਦਾਦਾ ਦਾਦੀ ਗਵਾ ਦਿੱਤੇ ਹਨ। ਪਹਿਲਾਂ ਇਹ ਉਹਨਾਂ ਦੇ ਮਰਨ ਦੇ ਡਰ ਦੀ ਲਗਾਤਾਰ ਲਟਕਦੀ ਤਲਵਾਰ ਨਾਲ ਸਹਿਮਿਆ ਹੋਇਆ ਸੀ, ਹੁਣ ਇਹ ਉਹਨਾਂ ਦੇ ਵਿਛੋੜੇ ਦੇ ਸਦਮੇ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨੂੰ ਲਗਾਤਾਰ ਕਾਉਂਸਲਿੰਗ ਦੀ ਜ਼ਰੂਰਤ ਹੈ। ਫਿਰ ਉਸਨੇ ਸਲਾਹ ਦਿੱਤੀ ਸੀ ਕਿ ਅਸੀਂ ਇਸ ਨੂੰ ਇੱਕ ਪਾਲਤੂ ਜਾਨਵਰ ਲੈ ਦਈਏ। ਮੈਂ ਕਿਰਨ ਦੇ ਜ਼ੋਰ ਪਾਉਣ 'ਤੇ ਇਹ ਸਲਾਹ ਮੰਨ ਲਈ। ਅਮੀਤ ਸ਼ੈਡੋ ਨਾਲ ਪਰਚਣ ਲੱਗਾ ਸੀ, ਪਰ ਫਿਰ ਵੀ ਕਦੇ-ਕਦੇ ਉਹ ਬੀਬੀ ਬਾਪੂ ਵਾਲੇ ਕਮਰੇ ਵਿੱਚ ਲੇਟ ਜਾਂਦਾ ਅਤੇ ਉਹਨਾਂ ਦੀ ਫੋਟੋ ਵੱਲ ਦੇਖੀ ਜਾਂਦਾ, ਅਤੇ ਮੁੜ ਉਸ ਦਾ ਚਿਹਰਾ ਮੁਰਝਾ ਜਾਂਦਾ। ਕਿਰਨ ਉਸ ਨੂੰ ਇਸ ਤਰ੍ਹਾਂ ਲੇਟਿਆ ਦੇਖ ਕੇ ਸ਼ੈਡੋ ਨੂੰ ਅੰਦਰ ਲੈ ਆਉਂਦੀ, ਅਤੇ ਉਹ ਸਿੱਧਾ ਅਮੀਤ ਕੋਲ ਜਾ ਕੇ ਉਸ ਨੂੰ ਚੱਟਣ ਲੱਗ ਜਾਂਦਾ। ਅਮੀਤ ਮੁੜ ਤੋਂ ਗੱਲਾਂ ਕਰਨ ਲੱਗਾ ਸੀ। ਸ਼ਾਮ ਨੂੰ ਸਕੂਲ ਤੋਂ ਬਾਅਦ ਉਹ ਸ਼ੈਡੋ ਨੂੰ ਤੋਰਨ ਲੈ ਜਾਂਦਾ। ਦੇਰ ਤੱਕ ਮੁੜਦਾ ਹੀ ਨਾ ਤਾਂ ਸਾਨੂੰ ਫਿਕਰ ਹੋਣ ਲੱਗ ਜਾਂਦਾ। ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਨਾਲ ਚਲਿਆ ਜਾਇਆ ਕਰਾਂਗਾ। ਉਹ ਬੋਲਿਆ, ਜਾਂ ਤੁਸੀਂ ਲੈ ਜਾਓ ਜਾਂ ਮੈਂ। ਮੈਂ ਸੋਚਿਆ ਕਿ ਵੱਡਾ ਹੋ ਰਿਹਾ ਹੈ, ਬਾਪ ਨਾਲ ਤੁਰਦਿਆਂ ਸ਼ਰਮ ਮਹਿਸੂਸ ਕਰਦਾ ਹੋਵੇਗਾ। ਇਸ ਉਮਰ ਵਿੱਚ ਮੈਂ ਵੀ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਸੀ। ਮੈਂ ਕਿਹਾ, ਜਦੋਂ ਤੂੰ ਹਨੇਰਾ ਹੋਏ ਤੱਕ ਵਾਪਸ ਨਹੀਂ ਮੁੜਦਾ ਤਾਂ ਸਾਨੂੰ ਫਿਕਰ ਹੋਣ ਲੱਗ ਜਾਂਦਾ। ਤੂੰ ਆਪਦੇ ਕਿਸੇ ਦੋਸਤ ਨੂੰ ਨਾਲ ਲੈ ਜਾਇਆ ਕਰ। ਤੁਸੀਂ ਤਾਂ ਐਵੇਂ ਫਿਕਰ ਕਰਨ ਲੱਗ ਜਾਂਦੇ ਆ, ਮੈਂ ਕੋਈ 7 ਸਾਲਾਂ ਦਾ? ਅਮੀਤ ਨੇ ਜਵਾਬ ਦਿੱਤਾ ਸੀ, ਅਤੇ ਫਿਰ ਕੁਝ ਦਿਨਾਂ ਬਾਅਦ ਮਾਨਵ ਉਸ ਦੇ ਨਾਲ ਜਾਣ ਲੱਗਾ ਸੀ। ਸਾਡਾ ਫਿਕਰ ਘਟ ਗਿਆ ਸੀ। ਮਾਨਵ ਨੂੰ ਕੁੱਤਿਆਂ ਨਾਲ ਲਗਾਓ ਸੀ, ਪਰ ਉਸ ਦੇ ਮਾਪੇ ਉਸ ਨੂੰ ਕੁੱਤਾ ਨਹੀਂ ਸੀ ਲੈ ਕੇ ਦਿੰਦੇ। ਉਹ ਕਈ ਵਾਰੀ ਸ਼ੈਡੋ ਨਾਲ ਖੇਡਣ ਲਈ ਅਮੀਤ ਦੇ ਨਾਲ ਸਕੂਲੋਂ ਸਿੱਧਾ ਸਾਡੇ ਘਰ ਆ ਜਾਂਦਾ, ਅਤੇ ਫਿਰ ਕਿਰਨ ਦੇ ਕਹਿਣ ਵਾਂਗ ਰੱਬ ਸਾਡੇ ਮਗਰ ਹੱਥ ਧੋ ਕੇ ਹੀ ਪੈ ਗਿਆ ਸੀ। ਮਾਨਵ ਦਾ ਕਤਲ ਹੋ ਗਿਆ ਸੀ। ਉਹ ਆਪਣੀ ਮਾਸੀ ਦੇ ਪੁੱਤ ਨਾਲ ਕਾਰ ਵਿੱਚ ਕਿਤੇ ਗਿਆ ਸੀ। ਕਿਸੇ ਨੇ ਉਹਨਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਸੀ। ਮਾਨਵ ਦਾ ਗੋਲੀਆਂ ਨਾਲ ਵਿੰਨ੍ਹਿਆ ਚਿਹਰਾ ਯਾਦ ਕਰਕੇ ਮੈਂ ਕੰਬ ਗਿਆ। ਮਿਹਰ ਕਰੀਂ ਦਾਤਿਆ, ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ। ਇਹੀ ਸ਼ਬਦ ਮਾਨਵ ਦੇ ਸੰਸਕਾਰ ਵੇਲੇ ਕਈ ਵਾਰ ਮੂੰਹੋਂ ਨਿਕਲੇ ਸਨ। ਕਾਸਕਟ ਵਿੱਚ ਪਈ ਮਾਨਵ ਦੀ ਦੇਹ, ਉਸ ਦੀ ਮਾਂ, ਭੈਣ ਅਤੇ ਹੋਰ ਔਰਤਾਂ ਦੇ ਵਰਲਾਪ ਦੀਆਂ ਦਿਲ ਵਿੰਨ੍ਹਵੀਆਂ ਆਵਾਜ਼ਾਂ ਸੁਣ ਕੇ ਕਈ ਵਾਰ ਇਹ ਸ਼ਬਦ ਆਪ ਮੁਹਾਰੇ ਹੀ ਮੇਰੇ ਮੂੰਹੋਂ ਨਿਕਲੇ ਸਨ। ਮਾਨਵ ਦੀਆਂ ਦਿਖਾਈਆਂ ਜਾ ਰਹੀਆਂ ਫੋਟੋਆਂ, ਉਸ ਦੇ ਜਿੱਤੇ ਮੈਡਲ, ਉਸ ਦੀਆਂ ਬਣਾਈਆਂ ਤਸਵੀਰਾਂ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਸ ਦੀ ਕੋਈ ਮਾੜੀ ਸੰਗਤ ਵੀ ਹੋ ਸਕਦੀ ਸੀ। ਇੱਕ ਦੋ ਵਾਰ ਮਨ ਵਿੱਚ ਆਇਆ ਕਿ ਚੰਗਾ ਹੁੰਦਾ ਜੇ ਅਮੀਤ ਵੀ ਆ ਜਾਂਦਾ ਅਤੇ ਉਹ ਆਪਣੇ ਦੋਸਤ ਦਾ ਆਖਰੀ ਵਾਰ ਚਿਹਰਾ ਦੇਖ ਲੈਂਦਾ। ਫਿਰ ਖਿਆਲ ਆਇਆ ਕਿ ਚੰਗਾ ਹੀ ਹੋਇਆ ਜਿਹੜਾ ਉਹ ਨਹੀਂ ਸੀ ਆਇਆ। ਜਵਾਨ ਹੋ ਰਿਹਾ ਖੂਨ ਹੈ, ਇਸ ਤਰ੍ਹਾਂ ਦਾ ਮਾਹੌਲ ਦੇਖ ਕੇ ਉਬਾਲਾ ਵੀ ਖਾ ਸਕਦਾ ਹੈ। ਫਿਰ ਦਿਮਾਗ ਵਿੱਚ ਸ਼ੱਕ ਪੈਦਾ ਹੋਇਆ ਕਿ ਪਤਾ ਨਹੀਂ ਕਿਉਂ ਨਹੀਂ ਆਇਆ।
ਉਸਨੇ ਸੰਸਕਾਰ 'ਤੇ ਜਾਣੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਕੈਂਡਲ ਲਾਈਟ ਵਿਜ਼ਲ 'ਤੇ ਜਾਵੇਗਾ। ਮੈਂ ਦੁਬਾਰਾ ਕਿਹਾ ਵੀ ਨਹੀਂ ਸੀ, ਸਗੋਂ ਕਿਰਨ ਨੂੰ ਉਸ ਕੋਲ ਘਰ ਹੀ ਰਹਿਣ ਦਿੱਤਾ ਸੀ। ਮਾਨਵ ਨੂੰ ਸ਼ਰਧਾਂਜਲੀ ਦੇਣ ਮੌਕੇ ਅਸੀਂ ਤਿੰਨੋਂ ਹੀ ਗਏ ਸੀ। ਅਮੀਤ ਰੋਇਆ ਨਹੀਂ ਸੀ। ਬੀਬੀ ਬਾਪੂ ਦੇ ਸੰਸਕਾਰਾਂ ਵੇਲੇ ਉਹ ਸਾਰਾ ਸਮਾਂ ਹੰਝੂ ਕੀਰਦਾ ਰਿਹਾ ਸੀ, ਪਰ ਮਾਨਵ ਨੂੰ ਸ਼ਰਧਾਂਜਲੀ ਵੇਲੇ ਉਹ ਚੁੱਪ-ਚਾਪ ਹੱਥ ਵਿੱਚ ਮੋਮਬੱਤੀ ਫੜੀ ਖੜਾ ਰਿਹਾ ਸੀ। ਮੈਂ ਵਾਰ-ਵਾਰ ਉਸ ਦੇ ਚਿਹਰੇ ਵੱਲ ਦੇਖਦਾ ਰਿਹਾ ਸੀ ਕਿ ਉਸ ਦੇ ਮਨ ਵਿੱਚ ਚੱਲ ਰਹੇ ਵਿਚਾਰਾਂ ਨੂੰ ਪੜ੍ਹ ਸਕਾਂ। ਮੈਂ ਅਮੀਤ ਦੇ ਚਿਹਰੇ ਤੋਂ ਸੱਚ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਚੁੱਪ ਸੀ। ਤੇ ਅਖੀਰ ਮੈਂ ਵਾਪਸੀ ਵੇਲੇ ਪੁੱਛ ਹੀ ਲਿਆ, ਅਮੀਤ ਇੰਨਾ ਚੁੱਪ ਕਿਉਂ ਹੈ, ਕੀ ਸੋਚ ਰਿਹਾ? ਉਸਨੇ ਮੇਰੇ ਵੱਲ ਇੱਕ ਪਲ ਲਈ ਦੇਖਿਆ, ਫਿਰ ਬੋਲਿਆ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਮੈਨੂੰ ਉਸ ਦੇ ਕਹਿਣ ਦੇ ਅੰਦਾਜ਼ ਤੋਂ ਲੱਗਾ ਜਿਵੇਂ ਉਸਨੇ ਕਿਹਾ ਹੋਵੇ, ਕਿਹੋ ਜਿਹਾ ਮੂਰਖਤਾ ਭਰਿਆ ਸਵਾਲ ਹੈ। ਪਰ ਮੈਨੂੰ ਆਪ ਹੀ ਲੱਗਾ ਕਿ ਸੱਚ ਹੀ ਮੈਂ ਮੂਰਖਤਾ ਭਰਿਆ ਸਵਾਲ ਪੁੱਛਿਆ ਸੀ। ਮਾਨਵ ਉਸ ਦਾ ਜਮਾਤੀ ਸੀ, ਉਸ ਨਾਲ ਸ਼ੈਡੋ ਨੂੰ ਸੈਰ ਕਰਨ ਜਾਂਦਾ ਸੀ। ਉਹ ਮਾਨਵ ਬਾਰੇ ਹੀ ਸੋਚ ਰਿਹਾ ਹੋਵੇਗਾ, ਪਰ ਮੇਰਾ ਡਰ ਜਾਣਨਾ ਚਾਹੁੰਦਾ ਸੀ ਕਿ ਵਾਕਿਆ ਹੀ ਮਾਨਵ ਬੇਕਸੂਰ ਸੀ ਜਾਂ ਉਸ ਦੇ ਨਸ਼ਿਆਂ ਜਾਂ ਕਿਸੇ ਗੈਂਗ ਨਾਲ ਸੰਬੰਧ ਸਨ। ਕੀ ਇਸ ਬਾਰੇ ਅਮੀਤ ਨੂੰ ਕੋਈ ਜਾਣਕਾਰੀ ਸੀ? ਇਸ ਬਾਰੇ ਮੈਂ ਅਮੀਤ ਨੂੰ ਘਟਨਾ ਵਾਲੇ ਦਿਨ ਵੀ ਪੁੱਛਿਆ ਸੀ। ਮੈਂ ਪੁੱਛਿਆ ਸੀ, ਅਮੀਤ ਇਹ ਮਾਨਵ ਲੱਗਦਾ ਤਾਂ ਸਿਆਣਾ ਮੁੰਡਾ ਸੀ। ਲੱਗਦੇ ਤੋਂ ਕੀ ਮਤਲਬ? ਅਮੀਤ ਨੇ ਘੂਰੀ ਵੱਟ ਕੇ ਕਿਹਾ ਸੀ ਅਤੇ ਉੱਠ ਕੇ ਬੀਬੀ ਬਾਪੂ ਵਾਲੇ ਕਮਰੇ ਵਿੱਚ ਜਾ ਕੇ ਬੂਹਾ ਢੋਲਿਆ ਸੀ। ਇਸ ਜਵਾਬ ਦੇ ਮੈਨੂੰ ਦੋ ਅਰਥ ਸਮਝ ਲੱਗੇ ਸਨ ਕਿ ਮਾਨਵ ਸਿਆਣਾ ਮੁੰਡਾ ਨਹੀਂ ਸੀ, ਇਹ ਮੇਰਾ ਭਰਮ ਹੀ ਸੀ, ਅਤੇ ਦੂਜਾ ਕਿ ਮਾਨਵ ਸਿਰਫ ਲੱਗਦਾ ਹੀ ਸਿਆਣਾ ਨਹੀਂ ਸੀ, ਸਗੋਂ ਸੱਚਮੁੱਚ ਹੀ ਸੀ। ਕੁਝ ਮਿੰਟ ਮੈਂ ਬੈਠਾ ਇਸ ਬਾਰੇ ਹੀ ਸੋਚਦਾ ਰਿਹਾ। ਜਦੋਂ ਮੈਂ ਕਿਸੇ ਨਤੀਜੇ 'ਤੇ ਨਾ ਪਹੁੰਚ ਸਕਿਆ ਤਾਂ ਮੈਂ ਉੱਠ ਕੇ ਅਮੀਤ ਦੇ ਕੋਲ ਚਲਾ ਗਿਆ। ਮੈਨੂੰ ਕਮਰੇ ਵਿੱਚ ਵੜਦਾ ਦੇਖ ਕੇ ਉਹ ਬੋਲਿਆ, ਡੈਡ ਮੈਨੂੰ ਇਕੱਲਾ ਛੱਡ ਦਿਓ, ਤੁਸੀਂ ਮੈਨੂੰ ਹੋਰ ਗੁੱਸਾ ਦਿਵਾਓਗੇ। ਮੈਂ ਉਨੀ ਪੈਰੀਂ ਹੀ ਵਾਪਸ ਮੁੜ ਪਿਆ। ਉਸ ਵੇਲੇ ਮੇਰੇ ਉੱਤੇ ਉਸ ਦੀ ਹਾਲਤ ਸਮਝਣ ਨਾਲੋਂ ਮੇਰੇ ਅੰਦਰਲਾ ਡਰ ਭਾਰੂ ਸੀ। ਜੇ ਮਾਨਵ ਦਾ ਕਤਲ ਨਸ਼ਿਆਂ ਨਾਲ ਸੰਬੰਧਿਤ ਸੀ ਤਾਂ ਹੋ ਸਕਦਾ ਹੈ ਕਿ ਇਸ ਤੋਂ ਅੱਗੇ ਸੋਚਦੇ ਨੂੰ ਵੀ ਮੈਨੂੰ ਕਾਂਬਾ ਛਿੜ ਜਾਂਦਾ। ਇਹ ਨਿੱਤ ਦਿਹਾੜੇ ਖਬਰਾਂ ਵਿੱਚ ਹੁੰਦਾ ਸੀ ਕਿ ਨਸ਼ੇ ਦੇ ਤਸਕਰਾਂ ਨੇ ਸਕੂਲਾਂ ਵਿੱਚ ਘੁਸਪੈਠ ਕਰ ਲਈ ਸੀ ਅਤੇ ਉਹਨਾਂ ਦਾ ਪਹਿਲਾ ਨਿਸ਼ਾਨਾ ਉਦਾਸ ਬੱਚੇ ਜਾਂ ਛੇਤੀ ਅਮੀਰ ਹੋਣ ਦੇ ਸੁਪਨੇ ਲੈਣ ਵਾਲੇ ਬੱਚੇ ਹੁੰਦੇ ਹਨ। ਉਹ ਉਹਨਾਂ ਨੂੰ ਪਹਿਲਾਂ ਨਸ਼ੇ ਖਾਣ ਲਾਉਂਦੇ ਹਨ, ਫਿਰ ਵੇਚਣ ਲਾਉਂਦੇ ਹਨ। ਮਾਨਵ ਦੇ ਕਤਲ ਤੋਂ ਅਗਲੇ ਦਿਨ ਜਦੋਂ ਅਸੀਂ ਉਸ ਦੇ ਘਰ ਅਫਸੋਸ ਕਰਨ ਗਏ ਤਾਂ ਇਹ ਗੱਲ ਮੈਨੂੰ ਆਪਣਾ ਵਹਿਮ ਲੱਗੀ। ਮਾਨਵ ਦੇ ਘਰ ਰੋਣ ਕਰਲਾਉਣ ਦੀਆਂ ਆਵਾਜ਼ਾਂ ਵਿੱਚ ਮਾਨਵ ਦੀ ਮਾਂ ਦੀ ਲੇਰ ਉੱਠਦੀ, ਪੁੱਤ ਏ ਮੋੜਾ। ਉਸ ਦੀ ਲੇਰ ਮੈਨੂੰ ਧੁਰ ਅੰਦਰ ਤੱਕ ਝੰਜੋੜ ਜਾਂਦੀ। ਮਾਨਵ ਦਾ ਡੈਡੀ ਪਰਲ ਪਰਲ ਹੰਝੂ ਘੇਰੀ ਜਾ ਰਿਹਾ ਸੀ। ਕਦੇ ਕਦੇ ਵਿੱਚੋਂ ਉਹ ਬੋਲਦਾ, ਫਿਰ ਉਸ ਤੋਂ ਗੱਲ ਪੂਰੀ ਨਾ ਹੁੰਦੀ। ਨਿਆਣਾ ਸੀ ਹਾਲੇ ਤਾਂ, 2 ਮਿੰਟ ਪਾਸੇ ਜਾਣਾ ਤਾਂ ਆ ਕੇ ਮਾਂ ਨੂੰ ਜੱਫੀ ਪਾ ਲੈਣੀ, ਜਿਵੇਂ ਪਤਾ ਨਹੀਂ ਕਦੋਂ ਦਾ ਵਿਛੜਿਆ ਹੋਵੇ। ਪਤਾ ਨਹੀਂ ਕਿਸੇ ਨੇ ਕਿਹੜੇ ਜਨਮਾਂ ਦਾ ਬਦਲਾ ਲਿਆ ਅਤੇ ਉਸ ਦਾ ਫਿਰ ਬੋਲ ਰੁਕ ਜਾਂਦਾ। ਮਾਨਵ ਦੇ ਦਾਦੇ ਨੇ ਖੰਘੂਰਾ ਮਾਰ ਕੇ ਗਲ ਸਾਫ਼ ਕੀਤਾ ਅਤੇ ਬੋਲਿਆ, ਇਹ ਤਾਂ ਬਹੁਤ ਭੋਲਾ ਸੀ। ਇਹਦੇ ਮਸੇਰ ਦੀ ਸੁਣਦਿਆਂ ਕਿਸੇ ਹੋਰ ਮੁੰਡਿਆਂ ਨਾਲ ਲਾਗ ਡਾਟ ਸੀ। ਇਹ ਤਾਂ ਉਹਦੇ ਨਾਲ ਝੂਟੀ ਲੈਣ ਗਿਆ ਸੀ। ਉਹਨੇ ਨਵਾਂ ਲਾਇਸੈਂਸ ਲਿਆ ਸੀ। ਕੀ ਪਤਾ ਸੀ, ਨਹੀਂ ਤਾਂ ਅਸੀਂ ਇਹਨੂੰ ਨਾਲ ਹੀ ਜਾਣ ਦਿੰਦੇ। ਹੁਣ ਇਹਨੂੰ ਕੌਣ ਟਾਲ ਸਕਦਾ? ਵਿੱਚੋਂ ਹੀ ਕਿਸੇ ਨੇ ਕਿਹਾ। ਜੇ ਮਾੜਾ ਮੋਟਾ ਵੀ ਕੁਛ ਪਤਾ ਹੁੰਦਾ ਤਾਂ ਅਗਲਾ ਨਿਆਣੇ ਨੂੰ ਲੈ ਕੇ ਕਿਸੇ ਹੋਰ ਦੇਸ਼ ਮੂੰਹ ਹੋ ਜਾਵੇ। ਕਿਸੇ ਹੋਰ ਨੇ ਕਿਹਾ, ਕਿੱਥੇ ਛੱਡਦੇ ਆ ਗੈਂਗਾਂ ਵਾਲੇ, ਜਦੋਂ ਇੱਕ ਵਾਰ ਮਗਰ ਪੈ ਜਾਣ। ਦੇਖੀ ਤਾਂ ਜਾਂਦੇ ਆ ਕਿੰਨੇ ਸਾਲਾਂ ਤੋਂ। ਨਾਲੇ ਜਵਾਕ ਗਿਆ, ਨਾਲੇ ਵਾਧੂ ਦਾ ਕਲੰਕ। ਪਤਾ ਨਹੀਂ ਕਿੰਨੇ ਕੁ ਹੋਰ ਬੇਕਸੂਰਾਂ ਦੀ ਬਲੀ ਚੜ੍ਹਨੀ ਹੈ। ਕੋਈ ਹੋਰ ਬੋਲਿਆ ਸੀ ਅਤੇ ਉਸ ਪਰਿਵਾਰ ਦੇ ਆਪਣੇ ਆਪ ਨੂੰ ਕਲੰਕ ਤੋਂ ਬੇਦਾਗ ਹੋਣ ਲਈ ਤਰਲੇ ਅਤੇ ਲੇਰਾਂ ਮੇਰੇ ਮਨ ਵਿੱਚ ਕਈ ਦਿਨ ਚੱਲਦੇ ਰਹੇ ਸਨ ਅਤੇ ਹੁਣ ਸ਼ੈਡੋ ਨਾਲ ਕੁੱਤਿਆਂ ਵਾਲੇ ਪਾਰਕ ਵਿੱਚ ਪਹੁੰਚ ਕੇ ਫਿਰ ਦਿਮਾਗ ਵਿੱਚ ਆ ਗਏ। ਮਾਨਵ ਦੀ ਮਾਂ ਦੇ ਵਰਲਾਪ ਨੂੰ ਚੇਤੇ ਕਰਕੇ ਇੱਕ ਦਿਨ ਕਿਰਨ ਬੈਠੀ ਬੈਠੀ ਅਚਾਨਕ ਹੀ ਬੋਲੀ, ਜਦੋਂ ਮਾਨਵ ਦੀ ਰੋਂਦੀ ਕਰਲਾਉਂਦੀ ਮੰਮੀ ਅੱਖਾਂ ਮੂਹਰੇ ਆ ਜਾਂਦੀ ਹੈ ਨਾ, ਮੇਰਾ ਤਾਂ ਜੀਅ ਨੂੰ ਕੁਛ ਹੋਣ ਲੱਗਦਾ। ਕੁਝ ਪਲ ਚੁੱਪ ਰਹਿ ਕੇ ਉਹ ਫਿਰ ਬੋਲੀ, ਤੁਹਾਨੂੰ ਲੱਗਦਾ ਵੀ ਮਾਨਵ ਇਨਵੋਲਵ ਹੋਊਗਾ? ਮੇਰਾ ਮਨ ਤਾਂ ਨਹੀਂ ਮੰਨਦਾ। ਚਲੋ ਆਪਾਂ ਮਾਨਵ ਦੇ ਪੇਰੈਂਟਸ ਨੂੰ ਮਿਲ ਕੇ ਆਈਏ। ਫਿਊਨਰਲ ਤੋਂ ਬਾਅਦ ਆਪਾਂ ਗਏ ਹੀ ਨਹੀਂ ਉਹਨਾਂ ਦੇ ਘਰ। ਅਗਲੇ ਦਿਨ ਜਦੋਂ ਅਸੀਂ ਉਹਨਾਂ ਦੇ ਘਰ ਗਏ, ਮਾਨਵ ਦੀ ਮਾਂ ਕਿਰਨ ਦੇ ਗੱਲ ਲੱਗ ਕੇ ਤਾਂ ਹੀ ਰੋ ਪਈ। ਫਿਰ ਕੁਝ ਸੁਰਤ ਫੜ ਕੇ ਬੋਲੀ, ਲੋਕੀ ਮਾਪਿਆਂ ਨੂੰ ਦੋਸ਼ ਦੇਈ ਜਾਂਦੇ ਆ ਵੀ ਬੱਚਿਆਂ ਦਾ ਧਿਆਨ ਨਹੀਂ ਰੱਖਦੇ। ਮੈਂ ਤਾਂ ਹਰੇਕ ਟੀਚਰ ਪੇਰੈਂਟਸ ਮੀਟਿੰਗ 'ਤੇ ਜਾਂਦੀ ਰਹੀ ਹਾਂ। ਬੱਚਿਆਂ ਦੀ ਚੰਗੀ ਸੰਭਾਲ ਕਰਨ ਖਾਤਰ ਕੋਈ ਨੌਕਰੀ ਵੀ ਨਹੀਂ ਕੀਤੀ। ਹੁਣ ਤੱਕ ਸਾਰਾ ਹੋਮਵਰਕ ਨਾਲ ਕਰਵਾਉਂਦੀ ਰਹੀ ਹਾਂ। ਇਹਦੇ ਡੈਡੀ ਵੀ ਪੂਰਾ ਧਿਆਨ ਰੱਖਦੇ ਸੀ। ਜਦੋਂ ਮਾਨਵ ਡੌਗੀ ਨੂੰ ਸੈਰ ਕਰਵਾਉਣ ਅਮੀਤ ਨਾਲ ਜਾਣ ਲੱਗਾ, ਇੱਕ ਦਿਨ ਮਗਰ ਗਏ ਦੇਖਣ ਵੀ ਕੋਈ ਗਲਤ ਐਲਤ ਫੈਲਤ ਤਾਂ ਨਹੀਂ ਕਰਦੇ। ਅਸੀਂ ਤਾਂ ਸ਼ੁਕਰ ਕਰਦੇ ਸੀ ਵੀ ਅਮੀਤ ਵਰਗੇ ਪੜ੍ਹਨ ਵਾਲੇ ਮੁੰਡੇ ਦਾ ਫਰੈਂਡ ਬਣਿਆ, ਪਰ ਹਨੇਰੀ ਇਹੋ ਜਿਹੀ ਵਗੀ ਹੈ। ਕਦੇ ਕਦੇ ਚਿੱਤ 'ਚ ਆਉਂਦਾ ਕਿਤੇ ਸੱਚੀ ਤਾਂ ਨਹੀਂ। ਆਖਦੀ ਉਹ ਮੁੜ ਰੋਣ ਲੱਗ ਪਈ। ਉਸ ਨੂੰ ਜੱਫੀ ਪਾ ਕੇ ਚੁੱਪ ਕਰਾਉਂਦੀ ਕਿਰਨ ਆਪ ਵੀ ਰੋ ਪਈ।
ਫਿਰ ਅਚਾਨਕ ਹੀ ਅਮੀਤ ਇਕੱਲਾ ਹੈ ਘਰ ਆ ਕੇ ਉੱਠ ਖਲੋਤੀ। ਘਰ ਆ ਕੇ ਉਹ ਬਿਨਾਂ ਕੋਈ ਖੜਕਾ ਕੀਤਿਆਂ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਵੜੀ ਅਤੇ ਤੇਜ਼ੀ ਨਾਲ ਅਮੀਤ ਦੇ ਕਮਰੇ ਵਿੱਚ ਚਲੀ ਗਈ। ਉਹ ਆਪਣੇ ਆਈਪੌਡ ਵਿੱਚ ਅੱਖਾਂ ਗੱਡੀ ਬੈਠਾ ਸੀ। ਕਿਰਨ ਨੇ ਜਾਣ ਸਾਰ ਉਸ ਨੂੰ ਜੱਫੀ ਪਾ ਲਈ। ਅਮੀਤ ਨੇ ਉਸ ਦੀਆਂ ਬਾਹਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਿਆਂ ਕਿਹਾ, "ਵਟਸ ਰੌਂਗ ਵਿਦ ਯੂ ਮਾਮ?" ਕਿਰਨ ਬੋਲੀ, "ਪੁੱਤ ਦੱਸ, ਜੇ ਕਿਸੇ ਗਲਤ ਸੰਗਤ 'ਚ ਫਸਿਆ। ਤੈਨੂੰ ਕੁਛ ਨਹੀਂ ਕਹਿੰਦੇ, ਸਾਨੂੰ ਇੱਕ ਵਾਰੀ ਦੱਸ ਦੇ, ਅਸੀਂ ਤੈਨੂੰ ਲੈ ਕੇ ਕਿਤੇ ਹੋਰ ਚਲੇ ਜਾਵਾਂਗੇ।" ਅਮੀਤ ਨੇ ਉਸ ਦੀਆਂ ਬਾਹਾਂ ਆਪਣੇ ਦੁਆਲਿਓਂ ਪਾਸੇ ਕਰ ਦਿੱਤੀਆਂ ਅਤੇ ਬੋਲਿਆ, "ਯੂ ਆਰ ਸੋ ਅਨੋਇੰਗ ਮਾਮ," ਅਤੇ ਉਸ ਨੇ ਬੀਬੀ ਬਾਪੂ ਵਾਲੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਹਰਪ੍ਰੀਤ ਸੇਖਾ ਹੋਣਾ ਦੀ ਇਹ ਕਹਾਣੀ ਤੁਸੀਂ ਇਸ ਵੇਲੇ ਸੁਣ ਰਹੇ ਹੋ, ਬੇਵਸਾਹੀ ਕਹਾਣੀ ਬਾਰੇ। ਸ਼ਾਇਦ ਤੁਹਾਨੂੰ ਹੁਣ ਤੱਕ ਜਿਨ੍ਹਾਂ ਨੇ ਕਹਾਣੀ ਸੁਣੀ ਹੈ ਉਹਦਾ ਕੌਨਟੈਕਸਟ ਪਤਾ ਲੱਗ ਰਿਹਾ ਹੋਊਗਾ ਕਿ ਪਿਛਲੇ ਦਿਨ ਹੀ ਜੋ ਸਾਡੇ ਇੱਥੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗੈਂਗਸ ਦੇ ਨਾਲ ਜੁੜੀਆਂ ਤੁਸੀਂ ਖਬਰਾਂ ਸੁਣਦੇ ਰਹੇ ਹੋ ਜਾਂ ਘਟਨਾਵਾਂ ਲਗਾਤਾਰ ਉੱਪਰੋਂ ਥਲੀ ਹੁੰਦੀਆਂ ਰਹੀਆਂ। ਇਹ ਉਸ ਕੌਨਟੈਕਸਟ ਦੇ ਵਿੱਚ ਇਹ ਨਹੀਂ ਹੈ ਕਿ ਇਹ ਪਿਛਲੇ ਹਫ਼ਤੇ ਸਾਰਾ ਕੁਝ ਹੋਇਆ ਅਤੇ ਹਰਪ੍ਰੀਤ ਲਿਖ ਕੇ ਲੈ, ਨਹੀਂ, ਇਹ ਪਿਛਲੇ ਕਿੰਨੇ ਸਾਲਾਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ। ਕਿੰਨੇ ਘਰਾਂ ਦੀ ਇਹ ਕਹਾਣੀ ਹੈ, ਸ਼ਾਇਦ ਸਾਨੂੰ ਅੰਦਾਜ਼ਾ ਵੀ ਨਹੀਂ ਹੈ। ਪਰ ਇਹ ਕਹਾਣੀ ਕਿਵੇਂ ਬਣ ਗਈ, ਜਿਹੜੀ ਹੁਣ ਇੱਕਦਮ ਸਾਨੂੰ ਐਵੇਂ ਲੱਗ ਰਹੀ ਹੈ ਜਿਵੇਂ ਇਹ ਤਾਜ਼ਾ ਕਹਾਣੀ ਲਿਖੀ ਗਈ ਹੋਵੇ, ਇਹਦੇ ਬਾਰੇ ਵੀ ਗੱਲਾਂ ਕਰਾਂਗੇ ਆਪਾਂ। ਕਹਾਣੀ ਦਾ ਹਾਲੇ ਹਿੱਸਾ ਬਾਕੀ ਹੈ ਕਿਉਂਕਿ ਖਬਰਾਂ ਦਾ ਸਮਾਂ ਹੋਣ ਜਾ ਰਿਹਾ ਹੈ। ਖਬਰਾਂ ਤੋਂ ਬਾਅਦ ਕਹਾਣੀ ਪੜ੍ਹੀ ਜਾਏਗੀ ਅਤੇ ਜੇ ਸਮਾਂ ਬਚਿਆ, ਸਾਡੇ ਜਿਹੜੇ ਲਿਸਨਰਸ ਇਸ ਵੇਲੇ ਕਹਾਣੀ ਸੁਣ ਰਹੇ ਨੇ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜਨਾ ਚਾਹਾਂਗੇ। ਫਿਲਹਾਲ ਇੱਕ ਕਮਰਸ਼ੀਅਲ ਬ੍ਰੇਕ, ਉਸ ਤੋਂ ਬਾਅਦ ਖਬਰਾਂ ਤੋਂ ਬਾਅਦ ਕਹਾਣੀ ਬੇਵਸਾਹੀ ਜਾਰੀ ਰਹੇਗੀ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂ ਸ਼ੋਅ ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਏ ਨੇ ਕਹਾਣੀਕਾਰ ਹਰਪ੍ਰੀਤ ਸੇਖਾ। ਇਹਨਾਂ ਦੀ ਨਵੀਂ ਕਹਾਣੀ ਜਿਹੜੀ ਸਿਰਜਣਾ ਮੈਗਜ਼ੀਨ ਦੇ ਵਿੱਚ ਛਪ ਚੁੱਕੀ ਹੈ, ਉਹ ਅੱਜ ਕੱਲ੍ਹ ਇੱਥੇ ਦੇ ਜੋ ਸਾਡਾ ਮਾਹੌਲ ਹੈ ਵੈਨਕੂਵਰ, ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ, ਅਤੇ ਕੁਝ ਇਹੋ ਜਿਹਾ ਮਾਹੌਲ ਜਿਹੜਾ ਪਿਛਲੇ 8-10 ਦਿਨਾਂ ਤੋਂ ਸਮਝ ਲਓ ਬਣਿਆ ਹੋਇਆ, ਉਹਦੇ ਵਿੱਚ ਬਹੁਤ ਢੁੱਕ ਰਹੀ ਹੈ। ਮੈਨੂੰ ਕਈ ਮੈਸੇਜਿਸ ਪਹੁੰਚੇ ਨੇ, ਕਈ ਸਾਡੇ ਸੁਣਨ ਵਾਲੇ ਨੇ ਇਹ ਗੱਲ ਕਹੀ ਹੈ, ਕਹਿੰਦੇ ਕਿ ਬਹੁਤ ਟਾਈਮਲੀ ਤੁਸੀਂ ਇਹ ਕਹਾਣੀ ਲੈ ਕੇ ਆਉਂਦੀ ਆ। ਮੈਂ ਇਹ ਸਪਸ਼ਟ ਕਰ ਦਿਆਂ ਕਿ ਇਹ ਹਰਪ੍ਰੀਤ ਸੇਖਾ ਹੋਣਾ ਨੇ ਇੱਕਦਮ ਕਹਾਣੀ ਨਹੀਂ ਲਿਖੀ। ਮੈਂ ਪਹਿਲਾਂ ਵੀ ਇਹ ਗੱਲ ਦੱਸ ਕੇ ਹਟੀ ਹਾਂ, ਇਹ ਪਹਿਲਾਂ ਦੀ ਲਿਖੀ ਹੋਈ, ਕਦੋਂ ਲਿਖੀ ਸੀ, ਕਿਹੜੇ ਹਾਲਾਤ ਦੇ ਵਿੱਚ ਲਿਖੀ ਸੀ, ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਬਾਅਦ ਦੇ ਵਿੱਚ। ਫਿਲਹਾਲ ਇਸ ਕਹਾਣੀ ਦਾ ਜਿਹੜਾ ਪਿਛਲਾ ਹਿੱਸਾ ਤੁਸੀਂ ਸੁਣ ਚੁੱਕੇ ਹੋ, ਹੁਣ ਆਪਾਂ ਅਗਲਾ ਹਿੱਸਾ ਜਿਹੜਾ ਬਾਕੀ ਬਚਿਆ ਹਿੱਸਾ ਹੈ ਹਰਪ੍ਰੀਤ ਹੋਣਾ ਦੀ ਜ਼ੁਬਾਨੀ ਸੁਣਦੇ ਹਾਂ। ਜਿਨ੍ਹਾਂ ਨੇ ਪਿਛਲਾ ਹਿੱਸਾ ਮਿਸ ਕੀਤਾ, ਮੈਂ ਇਹ ਕਹਾਂਗੀ ਕਿ ਉਹਦਾ ਸਲਿਊਸ਼ਨ ਇਹੀ ਹੈ। ਇੱਕ ਤਾਂ ਇਹ ਕਿ ਤੁਸੀਂ ਇਹਨਾਂ ਦੀ ਕਹਾਣੀ ਪੜ੍ਹ ਸਕਦੇ ਹੋ। ਦੂਸਰੀ ਚੀਜ਼ ਇਹ ਹੈ ਕਿ ਇਸ ਪ੍ਰੋਗਰਾਮ ਦੀ ਅਸੀਂ ਵੀਡੀਓ ਰਿਕਾਰਡਿੰਗ ਵੀ ਕਰ ਰਹੇ ਹਾਂ। ਜਲਦੀ ਹੀ ਇਸ ਕਹਾਣੀ ਨੂੰ YouTube 'ਤੇ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਹਰਪ੍ਰੀਤ ਜੀ। ਸ਼ੁਕਰੀਆ ਜੀ। ਅਗਲੇ ਦਿਨ ਕਿਰਨ ਨੇ ਅਮੀਤ ਦੇ ਕਮਰੇ ਦਾ ਕੋਨਾ ਛਾਣ ਮਾਰਿਆ, ਪਰ ਉੱਥੇ ਕੈਂਡੀਆਂ ਜਾਂ ਚਾਕਲੇਟ ਅਤੇ ਫੋਲਕਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ ਲੱਭਿਆ। ਅਸੀਂ ਸਕੂਲ ਦੇ ਕਾਉਂਸਲਰ ਨੂੰ ਜਾ ਮਿਲੇ ਸੀ। ਉਸ ਨੇ ਸੁਝਾਅ ਦਿੱਤਾ ਸੀ ਕਿ ਅਸੀਂ ਆਪਣੇ ਫੈਮਿਲੀ ਡਾਕਟਰ ਨੂੰ ਮਿਲੀਏ, ਉਹ ਡਿਪਰੈਸ਼ਨ ਦੀ ਦਵਾਈ ਲਿਖ ਦੇਵੇਗਾ। ਪਰ ਅਮੀਤ ਨੇ ਕਾਉਂਸਲਰ ਦੇ ਸਾਹਮਣੇ ਹੀ ਆਖ ਦਿੱਤਾ ਸੀ, ਮੈਨੂੰ ਕਿਸੇ ਦਵਾਈ ਦੀ ਲੋੜ ਨਹੀਂ। ਅਸੀਂ ਵੀ ਨਹੀਂ ਸੀ ਚਾਹੁੰਦੇ ਕਿ ਉਹ ਇਸ ਉਮਰੇ ਕਿਸੇ ਅਜਿਹੀ ਦਵਾਈ ਦਾ ਸਹਾਰਾ ਲਵੇ। ਅਸੀਂ ਸੋਚਦੇ ਸੀ ਕਿ ਜੇ ਸਿਰਫ ਡਿਪਰੈਸ਼ਨ ਹੈ ਤਾਂ ਉਹ ਕੁਝ ਚਿਰ ਬਾਅਦ ਠੀਕ ਹੋ ਜਾਵੇਗਾ, ਜਿਵੇਂ ਬੀਬੀ ਬਾਪੂ ਦੀ ਮੌਤ ਤੋਂ ਬਾਅਦ ਠੀਕ ਹੋ ਗਿਆ ਸੀ। ਪਰ ਉਸ ਦੇ ਭੁੱਖ ਨਾ ਲੱਗਣ ਦੀ ਚਿੰਤਾ ਰਹਿੰਦੀ ਸੀ, ਜਾਂ ਫਿਰ ਡਰ ਕਿ ਕਿਤੇ ਇੱਕ ਦਿਨ ਕਿਰਨ ਬੋਲੀ, ਉਹ ਬੀਬੀ ਬਾਪੂ ਵਾਲੇ ਕਮਰੇ ਜਾ ਕੇ ਪੈ ਜਾਂਦਾ, ਆਪਾਂ ਉਸ ਕਮਰੇ ਨੂੰ ਰੈਕ ਰੂਮ ਬਣਾ ਲੈਂਦੇ ਹਾਂ, ਸਾਰੇ ਉੱਥੇ ਬੈਠਿਆ ਕਰਾਂਗੇ। ਜੇ ਉੱਥੇ ਜਾ ਕੇ ਲੇਟੇਗਾ ਵੀ ਤਾਂ ਸਾਡੇ ਕੋਲ ਤਾਂ ਹੋਵੇਗਾ। ਮੈਨੂੰ ਕਿਰਨ ਦੀ ਸਲਾਹ ਚੰਗੀ ਲੱਗੀ। ਫਿਰ ਮੈਨੂੰ ਚੇਤੇ ਆ ਗਿਆ ਸੀ ਕਿ ਉਸਨੇ ਬੀਬੀ ਬਾਪੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਕਿਸੇ ਵੀ ਚੀਜ਼ ਨੂੰ ਕਮਰੇ ਵਿੱਚੋਂ ਕੱਢਣ ਨਹੀਂ ਸੀ ਦਿੱਤਾ। ਕਹਿੰਦਾ ਸੀ ਜਿਸ ਤਰ੍ਹਾਂ ਚੀਜ਼ਾਂ ਉਹਨਾਂ ਨੇ ਰੱਖੀਆਂ ਸਨ ਉਸੇ ਤਰ੍ਹਾਂ ਹੀ ਪਈਆਂ ਰਹਿਣ ਦਿਓ। ਮੈਂ ਸੋਚਿਆ ਕਿ ਕਮਰੇ ਵਿੱਚ ਕੋਈ ਬਦਲਾਅ ਕਰਨ ਤੋਂ ਪਹਿਲਾਂ ਅਮੀਤ ਨੂੰ ਪੁੱਛ ਲੈਂਦਾ ਹਾਂ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਬੋਲਿਆ, ਪਲੀਜ਼ ਡੈਡ, ਇਸ ਕਮਰੇ ਦੀ ਕਿਸੇ ਚੀਜ਼ ਨੂੰ ਨਾ ਛੇੜਿਓ। ਉਸ ਦੀ ਆਵਾਜ਼ ਵਿਚਲੇ ਤਰਲੇ ਨੂੰ ਸੁਣ ਕੇ ਮੈਂ ਕਮਰੇ ਵਿੱਚ ਤਬਦੀਲੀ ਕਰਨ ਦਾ ਇਰਾਦਾ ਉਸੇ ਵੇਲੇ ਤਿਆਗ ਦਿੱਤਾ। ਪਰ ਮੈਂ ਕਿਹਾ, ਤੂੰ ਸਾਡੇ ਬਾਰੇ ਵੀ ਸੋਚ, ਅਸੀਂ ਤੇਰੇ ਲਈ ਕਿੰਨਾ ਫਿਕਰਮੰਦ ਹਾਂ। ਚੱਲ, ਤੇਰੀ ਖਾਤਰ ਕੋਈ ਬਦਲਾਅ ਨਹੀਂ ਕਰਦੇ, ਪਰ ਤੂੰ ਸਾਡੇ ਆਖੇ ਲੱਗ। ਕੀ ਇੱਕ ਵਾਰ ਸਾਡੇ ਨਾਲ ਡਾਕਟਰ ਦੇ ਚੱਲ, ਵਟ ਐਵਰ। ਉਸ ਦੇ ਇਸ ਜਵਾਬ ਨੂੰ ਮੈਂ ਉਸ ਦੀ ਸਹਿਮਤੀ ਸਮਝੀ। ਪਹਿਲਾਂ ਸਾਡੇ ਵਾਰ-ਵਾਰ ਕਹਿਣ 'ਤੇ ਵੀ ਉਹ ਜਵਾਬ ਦਿੰਦਾ ਸੀ ਕਿ ਮੈਨੂੰ ਕੁਝ ਨਹੀਂ ਹੋਇਆ, ਮੈਂ ਨਹੀਂ ਜਾਣਾ ਡਾਕਟਰ ਦੇ। ਉਹ ਫਿਰ ਬੋਲਿਆ ਸੀ, ਮੈਂ ਤੁਹਾਡੇ ਨਾਲ ਡਾਕਟਰ ਕੋਲ ਚਲਾ ਜਾਵਾਂਗਾ ਜੇ ਤੁਸੀਂ ਉਸ ਨੂੰ ਇਹ ਨਹੀਂ ਦੱਸੋਗੇ ਕਿ ਮੇਰੇ ਦੋਸਤ ਦਾ ਕਤਲ ਹੋਇਆ। ਪਰ ਮੇਰੇ ਅੰਦਰ ਡਰ ਉੱਠਿਆ, ਇਹ ਇਸ ਤਰ੍ਹਾਂ ਦੀ ਸ਼ਰਤ ਕਿਉਂ ਰੱਖਦਾ ਹੈ? ਪਰ ਮੈਂ ਆਖ ਦਿੱਤਾ, ਓਕੇ, ਨਹੀਂ ਦੱਸਦੇ।
ਫੈਮਿਲੀ ਡਾਕਟਰ ਨੂੰ ਅਸੀਂ ਸਿਰਫ ਇਹ ਹੀ ਦੱਸਿਆ ਕਿ ਇਸ ਨੂੰ ਭੁੱਖ ਨਹੀਂ ਲੱਗਦੀ। ਅਮੀਤ ਦੇ ਚਿਹਰੇ 'ਤੇ ਸ਼ਾਈ ਮੁਰਦੇ ਹਾਣੀ ਬਾਰੇ ਅਸੀਂ ਸੋਚਿਆ ਕਿ ਡਾਕਟਰ ਆਪ ਹੀ ਪੜ੍ਹ ਲਵੇਗਾ। ਡਾਕਟਰ ਨੇ ਖੂਨ ਟੈਸਟ ਵਾਸਤੇ ਭੇਜ ਦਿੱਤਾ। ਅਮੀਤ ਦੇ ਖੂਨ ਵਿੱਚ ਪਲੇਟਲੈਟਸ ਦੀ ਘਾਟ ਸੀ। ਰਿਪੋਰਟ ਆਈ ਤੋਂ ਫੈਮਿਲੀ ਡਾਕਟਰ ਨੇ ਦੱਸਿਆ, ਇਸ ਦੇ ਕਈ ਕਾਰਨ ਹੋ ਸਕਦੇ ਹਨ। ਹੋ ਸਕਦਾ ਕਿ ਇਸ ਦੇ ਬਣਦੇ ਹੀ ਘੱਟ ਹੋਣ। ਸਪੈਸ਼ਲਿਸਟ 'ਤੇ ਭੇਜ ਦੇਣਾ। ਫੈਮਿਲੀ ਡਾਕਟਰ ਨੇ ਖੂਨ ਵਿੱਚ ਪਲੇਟਲੈਟਸ ਦੀ ਘਾਟ ਦੇ ਕਾਰਨਾਂ ਵਿੱਚੋਂ ਕੈਂਸਰ ਬਾਰੇ ਸ਼ਾਇਦ ਜਾਣ ਕੇ ਨਹੀਂ ਸੀ ਦੱਸਿਆ। ਉਸ ਨੇ ਸਮਝਿਆ ਹੋਵੇਗਾ ਕਿ ਅਸੀਂ ਕੈਂਸਰ ਦਾ ਨਾਂ ਸੁਣ ਕੇ ਘਬਰਾ ਜਾਵਾਂਗੇ। ਬੀਬੀ ਬਾਪੂ ਦੋਨੋਂ ਹੀ ਕੈਂਸਰ ਨਾਲ ਗਏ ਸੀ। ਮੈਨੂੰ ਉਹੀ ਰੌਲਾ ਪਾਉਂਦੀ ਕਾਰ ਫਿਰ ਸੜਕ ਤੋਂ ਲੰਘਦੀ ਸੁਣੀ। ਇਹ ਕਿਵੇਂ ਗੇੜੇ ਦਿੰਦਾ? ਕਿਤੇ ਕੁੱਤੇ ਨੂੰ ਸਿਆਣ ਕੇ ਅਮੀਤ ਸੋਚਦਾ ਮੈਂ ਕੰਬ ਗਿਆ। ਸ਼ੈਡੋ ਨੇ ਇਸ ਵਾਰ ਮੂੰਹ ਚੁੱਕ ਕੇ ਕਾਰ ਵੱਲ ਪਾਸੇ ਦੇਖਿਆ। ਕਾਰ ਲੰਘ ਗਈ ਸੀ। ਸ਼ੈਡੋ ਨੇ ਮੇਰੇ ਵੱਲ ਦੇਖਿਆ। ਦੱਸ ਸ਼ੈਡੋ, ਜੇ ਤੈਨੂੰ ਕੁਝ ਪਤਾ ਤਾਂ ਦੱਸ ਯਾਰ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ। ਮੈਂ ਸ਼ੈਡੋ ਨਾਲ ਇਸ ਆਸ ਨਾਲ ਤੱਕ ਰਿਹਾ ਸੀ ਕਿ ਉਹ ਮੈਨੂੰ ਕੋਈ ਸੁਰਾਗ ਦੇਵੇ ਕਿ ਜੇਬ ਵਿੱਚ ਰੱਖੇ ਮੇਰੇ ਫੋਨ ਦੀ ਘੰਟੀ ਖੜਕ ਪਈ। ਕਿਰਨ ਬੋਲੀ, ਅੱਜ ਫੇਰ ਉਵੇਂ ਮੋੜ ਲਿਆਇਆ ਖਾਣਾ। ਹੁਣ ਵੀ ਨਹੀਂ ਖਾਂਦਾ ਕੁਝ। ਮੇਰੇ ਤਾਂ ਚਿੱਤ ਨੂੰ ਕੁਝ ਹੁੰਦਾ। ਅਗਲਾ ਹਫ਼ਤਾ ਪਤਾ ਨਹੀਂ ਕਦੋਂ ਆਉਣਾ। ਸਪੈਸ਼ਲਿਸਟ ਦੀ ਮਿਹਨਤ ਕਰਕੇ ਦੇਖ ਲਈਏ, ਜੇ ਪਹਿਲਾਂ ਦੇ ਦੇਵੇ ਅਪੁਆਇੰਟਮੈਂਟ। ਹਾਂ ਦੇਖ ਲਾ ਕਰਕੇ, ਮੈਂ ਆਖ ਦਿੱਤਾ। ਅਤੇ ਕੁਝ ਮਿੰਟਾਂ ਬਾਅਦ ਹੀ ਕਿਰਨ ਦਾ ਦੁਬਾਰਾ ਫੋਨ ਆ ਗਿਆ। ਉਹ ਬੋਲੀ, ਆ ਜਾਓ ਛੇਤੀ ਛੇਤੀ। ਉਹ ਕਹਿੰਦਾ ਹੁਣੇ ਆ ਜਾਓ। ਮੈਂ ਤੇਜ਼ੀ ਨਾਲ ਸ਼ੈਡੋ ਨੂੰ ਲੈ ਕੇ ਘਰ ਮੁੜ ਪਿਆ ਅਤੇ ਅਸੀਂ ਮਾਹਰ ਡਾਕਟਰ ਦੇ ਚਲੇ ਗਏ। ਇਸ ਮਾਹਰ ਡਾਕਟਰ ਦੀ ਪਿਛਲੀ ਅਪੁਆਇੰਟਮੈਂਟ ਵੇਲੇ ਤੋਂ ਹੀ ਅਸੀਂ ਹਿੱਲੇ ਹੋਏ ਸੀ। ਉਸ ਨੇ ਦੱਸਿਆ ਸੀ ਕਿ ਅਮੀਤ ਦੇ ਖੂਨ ਵਿੱਚ ਪਲੇਟਲੈਟਸ ਦੀ ਕਮੀ ਦਾ ਕਾਰਨ ਬਲੱਡ ਕੈਂਸਰ ਵੀ ਹੋ ਸਕਦਾ ਹੈ ਅਤੇ ਨਸ਼ਿਆਂ ਦੀ ਵਰਤੋਂ ਵੀ ਹੋ ਸਕਦੀ ਹੈ। ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਸੁਣ ਕੇ ਮੈਨੂੰ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ ਸੀ। ਮੈਂ ਨਾਲ ਖੜੀ ਕਿਰਨ ਦਾ ਹੱਥ ਘੁੱਟ ਕੇ ਫੜ ਲਿਆ ਸੀ। ਡਾਕਟਰ ਅਮੀਤ ਦੇ ਚਿਹਰੇ ਵੱਲ ਦੇਖਦਾ ਕਹਿਣ ਲੱਗਾ, ਯੂ ਡੋਂਟ ਟੇਕ ਡਰੱਗਸ ਡੂ ਯੂ? ਅਮੀਤ ਦੀਆਂ ਮੁੱਠੀਆਂ ਮਿਚ ਗਈਆਂ ਸਨ। ਉਸ ਨੇ ਦੰਦ ਕਿਰਚ ਕੇ ਕਿਹਾ, ਨੋ। ਮੈਨੂੰ ਯਕੀਨ ਹੈ ਕਿ ਤੂੰ ਚੰਗਾ ਬੱਚਾ ਹੈ। ਮੈਂ ਹੋਰ ਬਲੱਡ ਟੈਸਟਾਂ ਵਾਸਤੇ ਭੇਜਾਂਗਾ। ਜੇ ਤੁਹਾਨੂੰ ਤਕਲੀਫ ਨਹੀਂ ਤਾਂ ਕੁਝ ਸਮੇਂ ਲਈ ਬਾਹਰ ਬੈਠ ਜਾਓ। ਉਸ ਨੇ ਅਮੀਤ ਨੂੰ ਕਿਹਾ ਅਤੇ ਫਿਰ ਮੇਰੇ ਵੱਲ ਦੇਖ ਕੇ ਬੋਲਿਆ, ਤੁਸੀਂ ਇੱਕ ਮਿੰਟ ਰੁਕਿਓ। ਅਮੀਤ ਅਤੇ ਕਿਰਨ ਬਾਹਰ ਨਿਕਲਣ ਤੋਂ ਬਾਅਦ ਉਹ ਬੋਲਿਆ, ਜਿਸ ਤਰ੍ਹਾਂ ਦਾ ਅੱਜ ਕੱਲ੍ਹ ਸ਼ਹਿਰ ਦਾ ਮਾਹੌਲ ਹੈ, ਆਪਾਂ ਨੂੰ ਡਰੱਗ ਵਾਲੀ ਸ਼ੱਕ ਕੱਢਣ ਲਈ ਪਹਿਲਾਂ ਡਰੱਗ ਟੈਸਟ ਕਰਵਾ ਲੈਣਾ ਚਾਹੀਦਾ। ਮੈਨੂੰ ਤਾਂ ਕੁਝ ਵੀ ਨਹੀਂ ਸੀ ਆਉੜ ਰਿਹਾ। ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਸੀ। ਮੇਰੇ ਮੂੰਹੋਂ ਮਸਾਂ ਹੀ ਨਿਕਲਿਆ ਸੀ, ਜਿਵੇਂ ਤੁਹਾਨੂੰ ਠੀਕ ਲੱਗਦਾ। ਮੈਂ ਅਮੀਤ ਅਤੇ ਕਿਰਨ ਨੂੰ ਅੰਦਰ ਸੱਦ ਲਿਆ ਅਤੇ ਕਿਹਾ, ਅਮੀਤ, ਡਾਕਟਰ ਸਾਹਿਬ ਨੂੰ ਤੇਰੀ ਕੰਸੈਂਟ ਚਾਹੀਦੀ ਹੈ ਬਲੱਡ ਟੈਸਟ ਵਾਸਤੇ ਭੇਜਣ ਲਈ। ਅਮੀਤ ਨੇ ਡੌਰ ਭੌਰੀਆਂ ਅੱਖਾਂ ਨਾਲ ਇੱਕ ਨਜ਼ਰ ਮੇਰੇ ਵੱਲ ਵੇਖਿਆ ਅਤੇ ਫਿਰ ਡਾਕਟਰ ਵੱਲ। ਮੈਨੂੰ ਲੱਗਾ ਜਿਵੇਂ ਉਸਨੇ ਇੱਕ ਚੀਚੀ ਵੱਟੀ ਹੋਵੇ, ਪਰ ਉਹ ਬੋਲਿਆ ਕੁਝ ਨਾ। ਕਾਰ ਵਿੱਚ ਬੈਠਦਿਆਂ ਹੀ ਅਮੀਤ ਬੋਲਿਆ, ਕਿੱਡਾ ਸਟੂਪਿਡ ਡਾਕਟਰ ਹੈ। ਮੈਂ ਇਸ ਦਾ ਗੰਦਾ ਚਿਹਰਾ ਮੁੜ ਕੇ ਨਹੀਂ ਦੇਖਣਾ। ਕਿਰਨ ਹੰਝੂ ਕੇਰੀ ਜਾ ਰਹੀ ਸੀ। ਅਮੀਤ ਫਿਰ ਬੋਲਿਆ, ਤੁਸੀਂ ਕਿਹੋ ਜਿਹੇ ਮਾਪਿਓ ਜਿਹੜੇ ਇੱਕ ਬੇਵਕੂਫ ਡਾਕਟਰ ਨੂੰ ਇਹ ਨਹੀਂ ਆਖ ਸਕੇ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਦਾ ਨਹੀਂ ਹੈ। ਮੈਂ ਕਿਸੇ ਖੂਨ ਟੈਸਟ ਵਾਸਤੇ ਨਹੀਂ ਜਾਣਾ। ਮੈਨੂੰ ਘਰੇ ਲੈ ਚੱਲੋ। ਗੁੱਸੇ ਵਿੱਚ ਆ ਕੇ ਅਮੀਤ ਸਿਰਫ ਅੰਗਰੇਜ਼ੀ ਵਿੱਚ ਹੀ ਗੱਲ ਕਰਦਾ। ਮੇਰੇ ਚਿੱਤ ਵਿੱਚ ਆਈ ਕਿ ਕਹਾਂ, ਜੇ ਕੋਈ ਡਰੱਗ ਨਹੀਂ ਵਰਤਦਾ ਤਾਂ ਬਲੱਡ ਟੈਸਟ ਤੋਂ ਡਰਦਾ ਕਿਉਂ ਹੈ? ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਮੈਂ ਕੁਝ ਪਲ ਸੋਚ ਕੇ ਬੋਲਿਆ, ਡਾਕਟਰ ਆਪਣਾ ਦੁਸ਼ਮਣ ਤਾਂ ਨਹੀਂ। ਉਸ ਨੂੰ ਸ਼ੱਕ ਕੱਢ ਲੈਣ ਦਈਏ। ਆਪਾਂ ਨੂੰ ਕਾਹਦਾ ਡਰ? ਕਿਰਨ ਦਾ ਰੋਕਿਆ ਹੋਇਆ ਬੰਨ੍ਹ ਟੁੱਟ ਗਿਆ। ਉਸ ਦਾ ਰੋਣ ਨਿਕਲ ਗਿਆ। ਉਸ ਨੇ ਪਹਿਲਾਂ ਉੱਚੀ ਲੇਰ ਮਾਰੀ ਅਤੇ ਫਿਰ ਆਪਣੀ ਆਵਾਜ਼ ਨੂੰ ਕਾਬੂ ਕਰ ਲਿਆ। ਚਲੋ ਲੈਬ 'ਚ ਚੱਲੋ, ਆਖ ਕੇ ਅਮੀਤ ਬਾਹਰ ਦੇਖਣ ਲੱਗਾ। ਮੈਨੂੰ ਲੱਗਾ ਸ਼ਾਇਦ ਕਿਰਨ ਦੀ ਹਾਲਤ ਨੂੰ ਦੇਖ ਕੇ ਉਸ ਨੇ ਇਹ ਕਿਹਾ ਹੋਵੇ। ਲੈਬਾਰਟਰੀ ਵਿੱਚੋਂ ਮੁੜ ਕੇ ਘਰ ਵੜਦਿਆਂ ਹੀ ਉਹ ਫੁੱਟ ਪਿਆ। ਉਹ ਦਹਾੜਿਆ, ਤੁਸੀਂ ਆਪਣੇ ਹੀ ਖੂਨ 'ਤੇ ਕਿਉਂ ਨਹੀਂ ਭਰੋਸਾ ਕਰਦੇ? ਉਹ ਬਾਹਾਂ ਨੂੰ ਪਟਕਾਉਣ ਲੱਗਾ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਹਿ ਰਹੇ ਸਨ। ਇੱਧਰੋਂ ਉੱਧਰ ਗੇੜੇ ਦਿੰਦਾ ਉਹ ਉੱਚੀ ਉੱਚੀ ਬੋਲ ਰਿਹਾ ਸੀ, ਤੁਸੀਂ ਮੈਨੂੰ ਉਸ ਸੜਿਆਂਦ ਮਾਰਦੇ ਡਾਕਟਰ ਸਾਹਮਣੇ ਜਲੀਲ ਹੋਣ ਦਿੱਤਾ। ਅਮੀਤ ਨੇ ਸਾਡੇ ਸਾਹਮਣੇ ਪਹਿਲਾਂ ਕਦੇ ਵੀ ਇਸ ਤਰ੍ਹਾਂ ਦੇ ਗੰਦੇ ਸ਼ਬਦ ਨਹੀਂ ਸੀ ਵਰਤੇ। ਤੁਸੀਂ ਮੈਨੂੰ ਉਸ ਗੰਦੀ ਔਰਤ ਸਾਹਮਣੇ ਜਲੀਲ ਕਰਵਾਇਆ। ਉਹ ਲੈਬਾਰਟਰੀ ਵਿੱਚ ਖੂਨ ਟੈਸਟ ਕਰਨ ਵਾਲੀ ਔਰਤ ਬਾਰੇ ਆਖ ਰਿਹਾ ਸੀ। ਤੁਹਾਨੂੰ ਪਤਾ ਹੈ ਕਿ ਉਹ ਕਿੰਨਾ ਬੇਇੱਜ਼ਤੀ ਭਰਪੂਰ ਸੀ ਜਦੋਂ ਉਸਨੇ ਮੈਨੂੰ ਪੁੱਛਿਆ ਕਿ ਮੈਂ ਟੈਸਟ ਕਿਉਂ ਕਰਵਾ ਰਿਹਾ ਸੀ। ਤੁਸੀਂ ਉਸ ਦੀ ਘਿਨਾਉਣੀ ਤੱਕਣੀ ਵੇਖੀ ਸੀ ਮਮ? ਤੁਸੀਂ ਦੇਖੀ ਸੀ ਡੈਡ? ਤੁਹਾਨੂੰ ਲੱਗਦਾ ਕਿ ਬੀਬੀ ਬਾਪੂ ਦਾ ਖੂਨ ਨਸ਼ੇੜੀ ਹੋਵੇਗਾ? ਤੁਸੀਂ ਮੈਨੂੰ ਬਹੁਤ ਜਲੀਲ ਕਰਵਾਇਆ, ਬਹੁਤ ਜਲੀਲ ਕਰਵਾਇਆ। ਉਸ ਦੀ ਆਵਾਜ਼ ਭਾਰੀ ਹੋ ਗਈ ਸੀ। ਉਹ ਮੈਨੂੰ ਇੱਕਦਮ ਜਵਾਨ ਹੋ ਗਿਆ ਲੱਗਾ। ਮੇਰਾ ਤਾਂ ਇਸ ਵੱਲ ਕਦੇ ਧਿਆਨ ਹੀ ਨਹੀਂ ਸੀ ਗਿਆ ਕਿ ਕਦੋਂ ਉਸ ਦੀ ਆਵਾਜ਼ ਬੱਚਿਆਂ ਤੋਂ ਜਵਾਨਾਂ ਵਾਲੀ ਹੋ ਗਈ ਸੀ। ਉਹ ਮੈਨੂੰ ਕੋਈ ਹੋਰ ਹੀ ਮੀਤ ਲੱਗ ਰਿਹਾ ਸੀ। ਮੈਨੂੰ ਉਸ ਤੋਂ ਡਰ ਆ ਰਿਹਾ ਸੀ। ਉਸ ਦਾ ਲੱਤਾਂ ਬਾਹਾਂ ਪਟਕਣਾ ਮੈਨੂੰ ਲੱਗ ਰਿਹਾ ਸੀ ਜਿਵੇਂ ਉਹ ਸੱਚਮੁੱਚ ਹੀ ਕਿਸੇ ਨਸ਼ੇ ਦੇ ਅਸਰ ਹੇਠ ਕਰ ਰਿਹਾ ਹੋਵੇ। ਅਤੇ ਫਿਰ ਉਹ ਬੀਬੀ ਬਾਪੂ ਦੇ ਕਮਰੇ ਵਿੱਚ ਜਾ ਕੇ ਬੈਠ ਗਿਆ। ਬੀਬੀ ਬਾਪੂ ਮੈਨੂੰ ਕਦੇ ਵੀ ਇਸ ਤਰ੍ਹਾਂ ਬੇਇੱਜ਼ਤ ਨਾ ਹੋਣ ਦਿੰਦੇ। ਉਹ ਮੈਨੂੰ ਕਦੇ ਵੀ ਇਸ ਸਭ ਵਿੱਚੋਂ ਨਾ ਨਿਕਲ ਦਿੰਦੇ। ਉਹੀ ਮੇਰੇ ਅਸਲੀ ਮਾਪੇ ਸਨ। ਉਹਨਾਂ ਨੇ ਹੀ ਮੈਨੂੰ ਪਾਲਿਆ।
ਤੁਹਾਨੂੰ ਤਾਂ ਆਪਣੇ ਕੰਮਾਂ ਤੋਂ ਵੇਲ ਨਹੀਂ ਸੀ ਮਿਲਦੀ। ਪਹਿਲਾਂ ਉਹ ਮੈਨੂੰ ਛੱਡ ਕੇ ਚਲੇ ਗਏ, ਫਿਰ ਮੇਰਾ ਦੋਸਤ ਛੱਡ ਗਿਆ ਜਿਸ ਨੂੰ ਵੀ ਮੈਂ ਲਾਈਕ ਕਰਦਾ, ਉਹੀ ਕਿਉਂ ਮਰ ਜਾਂਦਾ, ਕਿਉਂ ਹੁੰਦਾ ਮੇਰੇ ਨਾਲ ਇਹ, ਆਖਦਾ ਉਹ ਉੱਚੀ ਉੱਚੀ ਰੋ ਪਿਆ। ਕਿਰਨ ਉਸ ਦੇ ਨੇੜੇ ਹੋਣ ਲੱਗੀ ਤਾਂ ਉਸਨੇ ਧੱਕ ਕੇ ਪਰਾਂ ਕਰ ਦਿੱਤੀ। ਮੈਨੂੰ ਹੱਥ ਨਾ ਲਾਵੋ, ਪਰਾਂ ਹੋ ਜਾਓ। ਇਹ ਸਭ ਕੁਝ ਤਾਂ ਪਿਛਲੀ ਅਪੁਆਇੰਟਮੈਂਟ ਤੋਂ ਬਾਅਦ ਹੋਇਆ ਸੀ। ਇਸ ਵਾਰ ਜਦੋਂ ਅਸੀਂ ਡਾਕਟਰ ਦੇ ਗਏ, ਮਾਹਰ ਡਾਕਟਰ ਬੋਲਿਆ, ਯੰਗਮੈਨ ਦਾ ਕੀ ਹਾਲ ਹੈ, ਨਾਲ ਨਹੀਂ ਆਇਆ? ਮੈਂ ਆਪਣੇ ਚਿੱਤ 'ਚ ਕਿਹਾ, ਛੇਤੀ ਰਿਪੋਰਟ ਬਾਰੇ ਦੱਸ। ਕਿਰਨ ਨੇ ਝੂਠ ਮਾਰਿਆ, ਉਹਨੇ ਟਿਊਸ਼ਨ 'ਤੇ ਜਾਣਾ ਸੀ, ਸਾਨੂੰ ਬਲੱਡ ਰਿਪੋਰਟ ਬਾਰੇ ਜਾਣਨ ਦੀ ਕਾਹਲ ਸੀ। ਡਰੱਗ ਵਗੈਰਾ ਤੋਂ ਉਹ ਕਲੀਨ ਹੈ, ਇਸ ਪੱਖੋਂ ਕੋਈ ਚਿੰਤਾ ਦੀ ਗੱਲ ਨਹੀਂ। ਕਈ ਬੱਚਿਆਂ ਦੇ ਖੂਨ ਵਿੱਚ ਕੁਦਰਤੀ ਹੀ ਘੱਟ ਪਲੇਟਲੈਟਸ ਬਣਦੇ ਹਨ। ਕੈਂਸਰ ਬਾਰੇ ਆਪਾਂ ਹੋਰ ਟੈਸਟ ਕਰਵਾ ਲਵਾਂਗੇ। ਪਰ ਮੈਨੂੰ ਡਾਕਟਰ ਦੀਆਂ ਅਗਲੀਆਂ ਗੱਲਾਂ ਨਹੀਂ ਸੁਣੀਆਂ। ਕਲੀਨ ਸੁਣ ਕੇ ਜਿਵੇਂ ਮੇਰੇ ਮਨ ਤੋਂ ਮਣਾ ਮੂੰਹੀ ਭਾਰ ਲੱਥ ਗਿਆ ਹੋਵੇ। ਮੈਂ ਕਿਰਨ ਵੱਲ ਦੇਖਿਆ, ਉਸਨੇ ਦੋਹੇਂ ਹੱਥ ਜੋੜ ਕੇ ਉੱਪਰ ਵੱਲ ਕੀਤੇ ਅਤੇ ਕਿਹਾ, ਸ਼ੁਕਰ ਹੈ। ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਜੀ ਇਹ ਕਹਾਣੀ ਸਾਂਝੀ ਕਰਨ ਦੇ ਲਈ। ਸਾਡੇ ਸਾਰੇ ਸੁਣਨ ਵਾਲਿਆਂ ਨੇ ਇਹ ਕਹਾਣੀ ਸੁਣੀ ਹੈ। ਕੁਝ ਇਸ ਕਹਾਣੀ ਬਾਰੇ ਗੱਲਬਾਤ ਕਰਨੀ ਹੋਵੇ, ਤੁਸੀਂ ਕੋਈ ਵੀ ਤੁਹਾਡੇ ਮਨ ਦੇ ਵਿੱਚ ਖਿਆਲ ਹੈ, ਜ਼ਰੂਰ ਮੈਨੂੰ ਹੁਣੇ ਸਟੂਡੀਓ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 6042040600 604-204-0600। ਹਰਪ੍ਰੀਤ ਸੇਖਾ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਰਹਿਣਗੇ। ਕੁਝ ਗੱਲਾਂ ਬਾਤਾਂ ਮੈਂ ਆਪਣੇ ਵੱਲੋਂ ਵੀ ਇਹਨਾਂ ਦੇ ਨਾਲ ਕਰੂੰਗੀ, ਪਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਖਿਆਲ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਮੈਂ ਇੱਕ ਵਾਰੀ ਫਿਰ ਦੱਸਦੀ ਹਾਂ 6042040600। ਸ਼ੇਰੇ ਪੰਜਾਬ AM 600 ਤੁਸੀਂ ਸੁਣ ਰਹੇ ਹੋ। ਅਤੇ ਹੁਣ ਹਰਪ੍ਰੀਤ ਸੇਖਾ ਉਹਨਾਂ ਦੀ ਕਹਾਣੀ ਮੁਕੰਮਲ ਹੋ ਚੁੱਕੀ ਹੈ। ਇਹਨਾਂ ਨੇ ਪਿਛਲੇ 3 ਹਿੱਸਿਆਂ ਦੇ ਵਿੱਚ ਇਹ ਕਹਾਣੀ ਤੁਹਾਡੇ ਲਈ ਪੇਸ਼ ਕੀਤੀ ਹੈ। ਸਾਡੇ ਲਿਸਨਰਸ ਜਿਹੜੇ ਇਸ ਕਹਾਣੀ ਨੂੰ ਸੁਣ ਰਹੇ ਸਨ, ਕੀ ਮਹਿਸੂਸ ਕਰਦੇ ਆ, ਕੀ ਕਹਿਣਾ ਚਾਹੁੰਦੇ ਆ, ਮੈਂ ਹਰਪ੍ਰੀਤ ਜੀ ਤੁਹਾਡੀ ਇਜਾਜ਼ਤ ਦੇ ਨਾਲ ਕਾਲਰਸ ਲੈ ਰਹੀ ਹਾਂ। ਜ਼ਰੂਰ ਜੀ। ਪਹਿਲੇ ਹੀ ਸਾਡੇ ਲਿਸਨਰ ਨੇ ਪਰਮਿੰਦਰ ਸਿੰਘ ਜੀ। ਪਰਮਿੰਦਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਬਾਈ ਜੀ ਹੁਣ ਕਹਾਣੀ ਲਿਖਣ ਲਈ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ ਜੀ। ਤੁਹਾਡਾ ਵੀ ਧੰਨਵਾਦ ਭੈਣ ਜੀ, ਤੁਸੀਂ ਲੇਖ ਲੈ ਕੇ ਆਏ ਹੋ। ਅੱਗੇ ਤੋਂ ਵੀ ਕੋਸ਼ਿਸ਼ ਕਰੋ ਭੈਣ, ਜਿਹੜੇ ਕੈਨੇਡੀਅਨ ਕਲਚਰ ਬਾਰੇ ਲਿਖਦੇ ਆ ਨਾ ਜੀ, ਉਹਨਾਂ ਨੂੰ, ਲੇਖਕਾਂ ਨੂੰ ਵੱਧ ਤੋਂ ਵੱਧ ਤੁਸੀਂ ਉਤਸ਼ਾਹਿਤ ਕਰੋ ਤੇ ਲੈ ਕੇ ਆਇਆ ਕਰੋ ਜੀ। ਪਰਮਿੰਦਰ ਜੀ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਆਪਣੇ ਵੱਲੋਂ। ਥੈਂਕ ਯੂ ਸੋ ਮਚ। ਕਹਾਣੀ ਬਾਰੇ ਤਾਂ ਨਹੀਂ ਕੁਝ ਕਹਿਣਾ ਤੁਸੀਂ? ਹਾਂਜੀ, ਕਹਾਣੀ ਭੈਣ ਜੀ ਬਹੁਤ ਸੋਹਣੀ ਸੀਗੀ। ਪੂਰੀ ਸੁਣੀ ਤੁਸੀਂ? ਨਹੀਂ ਭੈਣ ਜੀ, ਮੈਂ ਲਾਸਟ ਪਾਰਟ ਹੀ ਸੁਣੀ ਸੀ। ਅੱਛਾ, ਤਾਂ ਵੀ ਚੰਗਾ ਲੱਗਾ ਤੁਹਾਨੂੰ। ਮੈਂ ਚਾਹੁੰਦਾ ਸੀਗਾ ਜੀ, ਇੱਕ ਕਹਾਣੀ ਛਪ ਚੁੱਕੀ ਆ ਜਾਂ ਹਲੇ ਇਹਨਾਂ ਦੀ ਕਿਸੇ ਕਿਤਾਬ ਚੋਂ ਵਾਲੀ ਕਿਤਾਬ ਛਪਣੀ ਆ? ਇਹ ਇਹਨਾਂ ਦੀ ਕਹਾਣੀ ਸਿਰਜਣਾ ਮੈਗਜ਼ੀਨ ਆ, ਲਿਟਰੇਰੀ ਮੈਗਜ਼ੀਨ ਆ, ਉਹਦੇ ਵਿੱਚ ਛਪੀ ਹੈਗੀ ਆ ਉਹ ਕਹਾਣੀ। ਅਤੇ ਉਹਦੀ ਤੁਸੀਂ ਜੇ ਉਹਨੂੰ ਤੁਸੀਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਉਹਦੀ PDF ਜ਼ਰੂਰ ਮੰਗਵਾ ਸਕਦੇ ਹੈਗੇ ਆ। ਅਖੀਰ ਦੇ ਵਿੱਚ ਦੱਸਾਂਗੇ ਕਿ PDF ਕਿਵੇਂ ਮੰਗਵਾਈ ਜਾ ਸਕਦੀ ਆ। ਸੁਣਦੇ ਰਹੋ। ਥੈਂਕ ਯੂ ਸੋ ਮਚ। ਦਵਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਾਣੀ ਦਾ ਆਖਰੀਲਾ ਪਾਠ ਜਿਹੜਾ ਸੀ ਉਹ ਚੱਲ ਰਿਹਾ ਸੀ ਤਾਂ ਮੈਂ ਰੇਡੀਓ ਔਨ ਕੀਤਾ ਅਤੇ ਮੈਂ ਖੜਾ ਹੀ ਰਹਿ ਗਿਆ ਵੀ ਇੰਨੀ ਜਿਹੜੀ ਇਹਨਾਂ ਦੀ ਕਹਾਣੀ ਸੁਣਾਉਣ ਦਾ ਢੰਗ, ਉਹਨਾਂ ਦਾ ਜਿਸ ਤਰ੍ਹਾਂ ਆਪ ਬੀਤੀ ਹੁੰਦੀ ਹੈ, ਕਹਾਣੀ ਦੇ ਵਿੱਚ ਬਹੁਤ ਜ਼ਿਆਦਾ ਫੀਲਿੰਗ ਸੀ। ਉਹਦੇ ਵਾਸਤੇ ਇਹਨਾਂ ਦਾ ਸ਼ੁਕਰੀਆ, ਧੰਨਵਾਦ ਕਰਦੇ ਹਾਂ ਜੀ। ਔਰ ਜੇ ਪੂਰੀ ਕਹਾਣੀ ਮੈਂ ਸੁਣਦਾ ਤਾਂ ਸ਼ਾਇਦ ਮੈਨੂੰ ਹੋਰ ਜ਼ਿਆਦਾ ਪਤਾ ਲੱਗਦਾ ਕਿਸ ਤਰ੍ਹਾਂ ਸ਼ੁਰੂ ਹੋਈ। ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ, ਜਿਹੜੇ ਸਾਡੇ ਸੁਣਨ ਵਾਲੇ ਮਿਸ ਕਰ ਗਏ ਆ, ਕਹਾਣੀ ਸੁਣ ਨਹੀਂ ਸਕੇ, ਆਉਂਦੇ 2-3 ਦਿਨਾਂ ਦੇ ਵਿੱਚ ਅਸੀਂ YouTube ਦੇ ਉੱਤੇ ਇਹਦਾ ਲਿੰਕ ਚਾੜ੍ਹ ਦਿਆਂਗੇ, ਤੁਸੀਂ ਪੂਰੀ ਕਹਾਣੀ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਦਵਿੰਦਰ ਸਿੰਘ ਜੀ। ਥੈਂਕ ਯੂ। ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਨਜੀਤ ਜੀ। ਹਾਂਜੀ, ਅਸਲ ਦੇ ਵਿੱਚ ਮਤਲਬ ਪਹਿਲੀ ਗੱਲ ਤਾਂ ਵੀ ਤੁਹਾਡਾ ਸੁਣਨ ਦਾ ਹੀ ਮੈਂ ਬਹੁਤ ਧੰਨਵਾਦ ਕਰ ਰਿਹਾ, ਕਿਉਂਕਿ ਇਸ ਸਮੇਂ ਦੀ ਲੋੜ ਆ। ਦੇਖੋ, ਕਰੋਨੇ ਨੇ ਸਾਨੂੰ ਇੰਨਾ ਨੁਕਸਾਨ ਸ਼ਾਇਦ ਆਪਣੇ ਇੱਥੇ ਕਮਿਊਨਿਟੀ ਦੇ ਵਿੱਚ ਇੰਨੇ ਬੰਦੇ ਨਹੀਂ ਮਰੇ ਜਿੰਨੇ ਸਾਡੇ ਮੁੰਡੇ ਮਰ ਰਹੇ ਨੇ। ਉਹਦੇ ਵੱਲ ਸਾਡਾ ਕਰੋਨਾ ਕਰਕੇ ਸ਼ਾਇਦ ਮੇਰਾ ਖਿਆਲ ਧਿਆਨ ਘੱਟ ਗਿਆ। ਇਹ ਤੁਸੀਂ ਵੱਡੀ ਸਮੇਂ ਦੀ ਲੋੜ ਦੇ ਮੁਤਾਬਕ ਇਹ ਗੱਲ ਕੀਤੀ ਆ। ਦੇਖੋ, ਮੇਰੇ ਖਿਆਲ ਦੇ ਵਿੱਚ ਮੈਂ ਵਿਚਾਰਲਾ ਪਾਰਟ ਨਹੀਂ ਸੁਣਿਆ, 2 ਪਾਰਟ ਸੁਣੇ ਨੇ, ਤੇ ਮੇਰੇ ਖਿਆਲ ਦੇ ਮੁਤਾਬਕ ਲਿਖਾਰੀ ਨੇ ਬਹੁਤ ਹੀ ਮਾਨਸਿਕ ਤੌਰ ਦੇ ਉੱਤੇ ਸਾਡੇ ਸਮਾਜ ਦਾ ਅਕਸ ਮੂਹਰੇ ਰੱਖਤਾ। ਅਸਲ ਦੇ ਵਿੱਚ ਇਹਨਾਂ ਦੀ ਕਹਾਣੀ ਤੋਂ ਜਿਹੜਾ ਮੈਂ ਸਮਝਿਆ, ਮੇਰੇ ਖਿਆਲ ਦੇ ਵਿੱਚ ਵੀ ਸਾਡੀ ਸੋਚ ਬਹੁਤ ਪਦਾਰਥਵਾਦੀ ਹੋ ਚੁੱਕੀ ਆ। ਪਹਿਲਾਂ ਹੀ ਅਸਲ ਦੇ ਵਿੱਚ ਮੈਂ ਇੱਕ ਬੁੱਕ ਪੜ੍ਹੀ ਸੀ, ਉਹਦੇ ਵਿੱਚ ਲਿਖਿਆ ਸੀ ਕਿਸੇ ਅਸੀਂ ਬਹੁਤ ਪਦਾਰਥਵਾਦੀ ਸੋਚ ਦੇ ਲੋਕ ਆ। ਆਪਣੀ ਕਮਿਊਨਿਟੀ ਬਾਰੇ ਮੈਂ ਗੱਲ ਕਰਦਾ ਵੀ ਪਦਾਰਥ ਦੇ ਉੱਤੇ ਤਾਂ ਅਸੀਂ ਹੋ ਜਾਂਦੇ ਹਾਂ ਵੀ ਦੇਖੋ, ਹੁਣ ਇੱਥੇ ਇਹਨਾਂ ਨੇ ਦੱਸਿਆ ਪੇਂਟ ਹੀ ਕਰੀ ਜਾਂਦੇ ਸੀ। ਦੇਖੋ, ਬੱਚੇ ਨੂੰ ਮਾਂ ਬਾਪ ਨੇ ਧਿਆਨ ਦਿੱਤਾ, ਉਹਨਾਂ ਨਾਲ ਉਹਦਾ ਪਿਆਰ ਸੀ।
ਉਹ ਬੱਚੇ ਨੂੰ ਪਿਆਰ ਦੀ ਘਾਟ, ਉਹਦਾ ਦੋਸਤ ਦੀ ਵੀ, ਉਹਦੇ ਦੀ ਮੌਤ, ਦੋਸਤ ਦੀ ਵੀ ਕਤਲ ਹੋ ਗਿਆ, ਉਹਦੇ ਉੱਤੇ ਮਨ ਦੇ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਿਆ। ਅਸੀਂ ਉਹਨੂੰ ਉਨਾ ਟਾਈਮ ਨਹੀਂ ਦੇ ਸਕੇ ਬੱਚੇ ਨੂੰ। ਇਹੀ ਦੱਸਣਾ ਚਾਹੁੰਦੇ ਆ ਵੀ ਸਾਡੇ ਵਿੱਚ ਵੀ ਅਸੀਂ ਵੱਡੇ ਵੱਡੇ ਘਰਾਂ ਵੱਲ ਤਾਂ ਜਾ ਰਹੇ ਹਾਂ ਵੀ 3 ਦਿਨ ਰੰਗ ਕਰਕੇ ਰੰਗ ਤੋਂ ਹੀ ਨਹੀਂ ਵੇਲ ਮਿਲਦਾ। ਉਹ ਵੀ ਠੀਕ ਆ, ਉਹ ਕਹਿੰਦੇ ਅਸੀਂ ਬੱਚਿਆਂ ਨੂੰ ਟਾਈਮ ਵੀ ਦਿੰਦੇ ਹਾਂ, ਪਰ ਟਾਈਮ ਦਿੰਦੇ ਬੰਦੇ ਦੀ ਮਾਨਸਿਕਤਾ ਬਾਰੇ ਨਹੀਂ ਸੋਚਦੇ। ਹਾਂ, ਜਿਵੇਂ ਹੁਣ ਇਹਨਾਂ ਨੇ ਡਰੱਗ ਟੈਸਟ ਦੀ ਕਰਾਉਣ ਦੀ ਗੱਲ ਕੀਤੀ, ਆਪਾਂ ਇਹ ਵੀ ਨਹੀਂ ਕੋਸ਼ਿਸ਼ ਕਰਦੇ। ਜੇ ਕਿਸੇ ਵੀ ਕੋਈ ਮਾਨਸਿਕ ਤਰੀਕਾ ਬਣਾਇਆ ਜਾ ਸਕਦਾ, ਕੋਈ ਹੋਰ ਤਰੀਕੇ ਨਾਲ ਬੱਚੇ ਦੇ ਮਾਂ ਨੂੰ ਤਾਂ ਬਹੁਤ ਕੁਝ ਪਤਾ ਹੁੰਦਾ ਬੱਚੇ ਬਾਰੇ, ਪਿਓ ਨੂੰ ਜੇ ਘੱਟ ਪਤਾ ਨਾ, ਮਾਂ ਨੂੰ ਬਹੁਤ ਪਤਾ। ਮਾਂ ਨਾ ਜਿਹੜੀ ਮਮਤਾ ਦੇ ਵਿੱਚ ਬੋਲਦੀਆਂ ਨਹੀਂ ਵੀ ਬਾਰੇ ਬੱਚੇ ਨੂੰ ਹਰਟ ਨਾ ਹੋ ਜਾਵੇ, ਵੀ ਕੁਛ ਕਹਾਂਗੇ ਤਾਂ। ਬਹੁਤ ਹੀ ਸਮੇਂ ਦੀ ਲੋੜ ਦੇ ਮੁਤਾਬਕ ਇਹਨਾਂ ਨੇ ਅਕਸ ਖਿੱਚਿਆ। ਬਹੁਤ ਲੋੜ ਆ ਸਾਨੂੰ ਬੱਚਿਆਂ ਦੀ ਮਾਨਸਿਕਤਾ ਵੱਲ ਵੀ ਧਿਆਨ ਦੇਣ ਦੀ ਖਾਤਰ, ਨਾ ਕਿ ਉਹਦੀਆਂ ਲੋੜਾਂ ਦੀ ਖਾਤਰ। 16 ਸਾਲ ਦੇ ਹੋ ਕੇ ਸਾਡੀਆਂ ਗੱਡੀਆਂ ਲੈ ਦਿੰਦੇ ਨੇ ਬਹੁਤ ਵਧੀਆ, ਵੀ ਕਹਿੰਦੇ 16ਵੇਂ ਬਰਥਡੇ ਤੇ ਅਸੀਂ ਵਧੀਆ ਕਾਰ ਲੈ ਕੇ ਦੇਣੀ ਆ। ਉਹ ਵੀ ਇੱਕ ਕਾਰਨ ਬਣਦਾ ਜੀ ਸਾਡਾ, ਮੇਰੇ ਖਿਆਲ ਦੇ ਵਿੱਚ। ਮਨਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਹਰਪ੍ਰੀਤ ਜੀ, ਕੁਝ ਕਹਿਣਾ ਚਾਹੁੰਦੇ ਹੋ? ਬਹੁਤ ਸ਼ੁਕਰੀਆ ਜੀ, ਤੁਸੀਂ ਕਹਾਣੀ ਨੂੰ ਪਸੰਦ ਕੀਤਾ ਅਤੇ ਜਿੰਨੀ ਵੀ ਤੁਸੀਂ ਸੁਣੀ ਹੈ, ਮੈਨੂੰ ਲੱਗਦਾ ਵੀ ਇਹ ਜਿਹੜੀ ਮੈਂ ਕੋਸ਼ਿਸ਼ ਕੀਤੀ ਹੈ ਵੀ ਇਸ ਮਾਹੌਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਇਹ ਸਾਡੇ ਇਸ ਵਰਤਾਰੇ ਦੇ ਨਾਲ ਸਹਿਮ ਵਾਲਾ ਅਤੇ ਡਰ ਵਾਲਾ ਮਾਹੌਲ ਬਣਿਆ ਵਾ, ਉਹਦੇ ਵਿੱਚ ਅਸੀਂ ਜਿਹੜੇ ਬੱਚੇ ਆ, ਜਿਹੜੇ ਆਮ ਬੱਚੇ ਆ ਜਿਨ੍ਹਾਂ ਦਾ ਡਰੱਗਾਂ ਦੇ ਨਾਲ ਕੋਈ ਸੰਬੰਧ ਵੀ ਨਹੀਂ, ਕਿਸ ਤਰੀਕੇ ਨਾਲ ਅਸੀਂ ਅਚੇਤ ਹੀ ਉਹਨਾਂ 'ਤੇ ਅਸੀਂ ਇੱਕ ਜ਼ੁਲਮ ਕਰ ਰਹੇ ਹਾਂ। ਮਾਪਿਆਂ ਦਾ ਬੱਚਿਆਂ ਦੇ ਨਾਲ ਇੱਕ ਵਿੱਥ ਬਣ ਰਹੀ ਹੈ, ਅਸੀਂ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਾਂ। ਇਹ ਜਿਹੜੀ ਮੇਰਾ ਖਿਆਲ ਹੈ ਜਿਹੜੀ ਜਿਵੇਂ ਇਸ ਕਹਾਣੀ ਦੇ ਵਿੱਚ ਹੈਗੀ, ਉਹ ਬੱਚੇ ਦੇ ਜਿਹੜੇ ਮਨ 'ਤੇ ਇੱਕ ਅਸੀਂ ਉਹਦੇ ਪੇਰੈਂਟਸ ਨੇ ਇੱਕ ਲਕੀਰ ਪਾਤੀ ਹੈ ਜਿਹੜੀ ਉਹ ਕਦੇ ਵੀ ਵੱਡੇ ਜ਼ਿੰਦਗੀ ਦੇ ਵਿੱਚ ਉਹ ਤੋਂ ਭੁੱਲੇਗਾ ਨਹੀਂ ਉਹ। ਅਤੇ ਇਸ ਮਾਹੌਲ ਨੂੰ ਫੜਨ ਦੀ ਕੋਸ਼ਿਸ਼ ਕੀਤੀ ਮੈਂ। ਅਗਲੇ ਆਪਾਂ ਲਿਸਟਰ ਸ਼ਾਮਿਲ ਕਰਦੇ ਹਾਂ ਅਵਤਾਰ ਸਿੰਘ ਜੀ। ਹਾਂਜੀ ਨਵਜੋਤ ਜੀ। ਹਾਂਜੀ, ਪਹਿਲੀ ਗੱਲ ਤਾਂ ਹਰਪ੍ਰੀਤ ਨੂੰ ਮੈਂ ਇਸ ਗੱਲ ਲਈ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹ ਐਸਟੈਬਲਿਸ਼ ਲੇਖਕ ਜਿਹੜਾ ਸਥਾਪਿਤ ਹੋ ਚੁੱਕਾ ਜੀ, ਔਰ ਇਹਦੀਆਂ ਲਿਖਤਾਂ ਬਹੁਤ ਹੀ ਸੰਜੀਦਾ ਹੁੰਦੀਆਂ ਨੇ। ਅਤੇ ਅੱਜ ਦੀ ਜਿਹੜੀ ਕਹਾਣੀ ਆ, ਮੈਂ ਸ਼ਾਇਦ ਤੁਹਾਨੂੰ ਮੈਸੇਜ ਵੀ ਕੀਤਾ ਵੀ ਮੈਂ ਵਿਚਾਰਨਾ ਪਾਰਟ ਨਹੀਂ ਆ, ਕਿਉਂਕਿ ਮੈਨੂੰ ਵੀ ਇਸੇ ਤਰ੍ਹਾਂ ਦੀ ਰਿਲੇਟਡ ਇੱਕ ਫੋਨ ਕਾਲ ਆਈ ਸੀ ਅਤੇ ਉਹ ਮੇਰੇ ਤੋਂ ਸਲਾਹ ਮੰਗ ਰਹੇ ਸੀ ਔਰ ਬਹੁਤ ਪਰੇਸ਼ਾਨ ਸੀਗੇ ਵੀ ਅਸੀਂ ਕਰੀਏ ਕੀ ਤੇ ਕੀ ਨਾ ਕਰੀਏ। ਤਾਂ ਮੈਂ ਉਹ ਪਾਰਟ ਮਿਸ ਕਰ ਗਿਆ, ਇਸ ਕਰਕੇ ਵਿਚਾਰ ਲਾ, ਕਿਉਂਕਿ ਮੈਂ ਉਹਨਾਂ ਦੀ ਗੱਲ ਵੀ ਸੁਣਨੀ ਚਾਹੁੰਦਾ ਸੀਗਾ। ਸੋ ਮੈਂ ਰਿਕੁਐਸਟ ਕਰੂੰਗਾ ਹਰਪ੍ਰੀਤ ਨੂੰ ਵੀ ਜਿੰਨਾ ਸੰਜੀਦਾ ਇਹ ਕਹਾਣੀਕਾਰ ਆ, ਜਿੰਨੀਆਂ ਸੰਜੀਦਾ ਲਿਖਤਾਂ ਲਿਖਦਾ ਹੈ, ਇਸੇ ਕਹਾਣੀ ਨਾਲ ਸੰਬੰਧਿਤ ਜੇਕਰ ਸਿਸਟਮ ਬਾਰੇ ਵੀ ਕੁਝ ਸੋਚੇ, ਕਿਉਂਕਿ ਇਕੱਲੇ ਬੱਚੇ ਜਾਂ ਇਕੱਲੇ ਮਾਪੇ ਜ਼ਿੰਮੇਵਾਰ ਨਹੀਂ ਅਸੀਂ ਇਹਨਾਂ ਨੂੰ ਠਹਿਰਾ ਸਕਦੇ। ਇਹ ਸਾਰੇ ਨੁਕਤੇ ਜਿਹੜੇ ਹਰਪ੍ਰੀਤ ਨੇ ਲਏ ਨੇ ਇਹ ਵਾਜਬ ਨੇ, ਵੈਲਿਡ ਨੇ, ਪਰ ਇਸ ਦੇ ਬਿਨਾਂ ਸਿਸਟਮ 'ਤੇ ਵੀ ਕੋਈ ਨਾ ਕੋਈ ਜਿਹੜੀ ਗੱਲ ਹੈਗੀ ਆ, ਜਿਹੜਾ ਜਿੱਥੇ ਸਿਸਟਮ ਦੀ ਕੋਈ ਕਮੀ ਹੈਗੀ ਆ ਉਹਨੂੰ ਵੀ ਧਿਆਨ 'ਚ ਲਿਆ ਕੇ ਜਿਹੜੀ ਹੈਗੀ ਕੋਈ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਗੱਲ ਲਿਖੇ ਤਾਂ ਮੈਂ ਸਮਝਦਾ ਕਿ ਬਹੁਤ ਅੱਛੀ ਗੱਲ ਹੋਊਗੀ। ਸੋ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ ਵੀ ਇਕੱਲੇ ਜਿੱਥੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਨੂੰ ਵੀ ਨਿਭਾਈਏ, ਲੇਕਿਨ ਜਿੱਥੇ ਸਿਸਟਮ ਕਿਤੇ ਕਮਜ਼ੋਰੀ ਦਿਖਾ ਰਿਹਾ ਉੱਥੇ ਅਸੀਂ ਸਿਸਟਮ 'ਤੇ ਵੀ ਜਿਹੜੀ ਉਂਗਲ ਹੈ ਉਹ ਉਠਾਈਏ ਜੀ। ਧੰਨਵਾਦ। ਸ਼ੁਕਰੀਆ ਤੁਹਾਡਾ ਅਵਤਾਰ ਸਿੰਘ ਜੀ ਕਾਲ ਕਰਨ ਦੇ ਲਈ। ਹਰਪ੍ਰੀਤ ਜੀ ਕੀ ਕਹੋਗੇ? ਬਹੁਤ ਸ਼ੁਕਰੀਆ ਜੀ ਅਵਤਾਰ ਜੀ। ਮੈਨੂੰ ਲੱਗਦਾ ਜੀ ਇਹ ਅਸਲ 'ਚ ਮੈਂ ਬਹੁਤ ਸਾਲਾਂ ਤੋਂ ਇਸ ਬਾਰੇ ਕਹਾਣੀ ਲਿਖਣੀ ਚਾਹੁੰਦਾ ਸੀਗਾ, ਪਰ ਮੇਰੀ ਪਕੜ 'ਚ ਨਹੀਂ ਸੀ ਗੱਲ ਆ ਰਹੀ, ਕਿਉਂਕਿ ਸਿਸਟਮ ਵੱਲੋਂ ਵੀ ਇਸ ਵਿਸ਼ੇ ਦੇ ਉੱਪਰ ਕੋਈ ਹਜੇ ਤੱਕ ਕੋਈ ਸਟੱਡੀ ਨਹੀਂ ਹੋਈ, ਕੋਈ ਰਿਸਰਚ ਨਹੀਂ ਹੋਈ। ਮੈਂ ਚਾਹੁੰਦਾ ਸੀ ਕੋਈ ਰਿਸਰਚ ਹੋਵੇ, ਉਹਨੂੰ ਬੇਸ ਬਣਾ ਕੇ ਮੈਂ ਕਹਾਣੀ ਦੇ ਜਿਹੜੇ ਨਿਸ਼ਾਨਦੇਹੀ ਕਰ ਸਕਾਂ ਇਹਨਾਂ ਦੇ ਕਾਰਨਾਂ ਦੀ। ਇਹ ਮੈਨੂੰ ਲੱਗਦਾ ਕਿ ਇੱਕ ਲੇਖ ਦੇ ਵੱਸ ਦੀ ਗੱਲ ਨਹੀਂ, ਇਹ ਇੱਕ ਸਟੱਡੀ, ਇੱਕ ਸਿਸਟਮ ਨੂੰ ਵੀ ਚਾਹੀਦਾ ਵੀ ਉਹ ਦੇਖੇ ਵੀ ਕਿ ਇਹਦੇ ਕੀ ਕਾਰਨ ਹੈ। ਜਿਹੜੇ 25-30 ਸਾਲ ਹੋ ਗਏ ਅਸੀਂ ਇਹ ਗੱਲ ਮੁੱਕ ਹੀ ਨਹੀਂ ਰਹੀ ਕਿਸੇ ਪਾਸੇ, ਅਤੇ ਮੈਂ ਤਾਂ ਚਾਹੂੰਗਾ ਕੋਈ ਸਟੱਡੀ ਆਵੇ ਅਤੇ ਮੈਂ ਲਿਖਾਂ ਉਹਦੇ ਬਾਰੇ ਵੀ। ਸ਼ੁਕਰੀਆ ਜੀ। ਤੁਸੀਂ ਕੋਈ ਖਿਆਲ ਆਪਣਾ, ਕੋਈ ਸਵਾਲ ਸਾਂਝਾ ਕਰਨਾ ਹੋਵੇ 6042040600 'ਤੇ ਹੁਣੇ ਕਾਲ ਕਰ ਸਕਦੇ ਹੋ। ਥੋੜ੍ਹਾ ਹੀ ਸਮਾਂ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਬਾਕੀ ਰਹਿ ਗਿਆ, ਅਤੇ ਕਿਉਂਕਿ ਅਕਸਰ ਤੁਸੀਂ ਇਹ ਵੀ ਸ਼ਿਕਾਇਤ ਕਰਦੇ ਹੋ ਕਿ ਸਾਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ, ਇਹਨਾਂ 10 ਕੁ ਮਿੰਟਾਂ ਦੇ ਵਿੱਚ ਹੀ ਤੁਸੀਂ ਕਾਲ ਕਰ ਸਕਦੇ ਹੋ। ਹਰਪ੍ਰੀਤ ਉਹਨਾਂ ਨੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਪਿਛਲੇ ਹਿੱਸੇ ਦੇ ਵਿੱਚ, ਜਿਹੜੀਆਂ ਉਹਨਾਂ ਨੂੰ ਗੱਲਾਂ ਪੁੱਛੀਆਂ ਗਈਆਂ, ਖਾਸ ਕਰਕੇ ਜਿਹੜੀ ਅਵਤਾਰ ਉਹਨਾਂ ਨੇ ਗੱਲ ਕੀਤੀ ਸੀ ਕਿ ਸਿਸਟਮ ਬਾਰੇ ਵੀ ਕੁਝ ਲਿਖਿਆ ਜਾਣਾ ਚਾਹੀਦਾ, ਜਿਹਦਾ ਇਹਨਾਂ ਨੇ ਸਪਸ਼ਟ ਤੌਰ ਦੇ ਉੱਤੇ ਇਹ ਜਵਾਬ ਦਿੱਤਾ, ਕਹਿੰਦੇ ਕਿ ਵੀ ਕੋਈ ਰਿਸਰਚ ਹੈ ਨਹੀਂ,
ਕੋਈ ਇਸ ਕਰਕੇ ਹਾਲੇ ਮੈਨੂੰ ਲੱਗਦਾ ਨਹੀਂ ਕਿ ਵੀ ਮੈਂ ਇਸ ਵੇਲੇ ਪੋਜੀਸ਼ਨ ਦੇ ਵਿੱਚ ਹੈ ਇਹਦੇ ਬਾਰੇ ਕੁਛ ਲਿਖਣ ਲਈ। ਹਰਪ੍ਰੀਤ ਜੀ, ਮੈਂ ਵੀ ਮੇਰੇ ਮਨ ਦੇ ਵਿੱਚ ਵੀ ਕਈ ਗੱਲਾਂ ਨੇ ਜਿਹੜੀਆਂ ਮੈਂ ਕਰਨਾ ਚਾਹੁੰਦੀ ਹਾਂ। ਸ਼ਾਇਦ ਸਾਡੇ ਕੁਝ ਸੁਣਨ ਵਾਲਿਆਂ ਨੂੰ ਇਸ ਚੀਜ਼ ਦਾ ਖਿਆਲ ਵੀ ਹੈ, ਮੈਂ ਤੁਹਾਡੇ ਨਾਲ ਆਲਰੇਡੀ ਸਾਂਝੀ ਵੀ ਇਹ ਗੱਲ ਕਰ ਚੁੱਕੀ ਹਾਂ ਕਿ ਜਿਸ ਵੇਲੇ ਇਹ ਕਹਾਣੀ ਮੈਂ ਪੜ੍ਹ ਕੇ ਹਟੀ ਸੀ ਅਤੇ ਜਿਹੜੀ ਸਕੌਟਸਡੇਲ ਮਾਲ ਦੇ ਵਿੱਚ ਵੈਰੀ ਨੈਕਸਟ ਈਵਨਿੰਗ ਇਹ ਜਿਹੜੀ ਘਟਨਾ ਸੀ ਇਹੋ ਜਿਹੀ ਇੱਕ ਹੋਰ ਵਾਪਰ ਗਈ। ਤੁਸੀਂ ਯਕੀਨ ਨਹੀਂ ਕਰੋਗੇ ਕਿ ਇਸ ਕਹਾਣੀ ਦੇ ਵਿੱਚ ਜਿਹੜੇ ਪਾਤਰਾਂ ਦਾ ਜ਼ਿਕਰ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਉਹ ਤੁਰੰਤ ਉਸ ਵੇਲੇ ਆਉਣੇ ਸ਼ੁਰੂ ਹੋ ਗਏ ਅਤੇ ਮੈਨੂੰ ਇਵੇਂ ਮਹਿਸੂਸ ਹੋਇਆ ਕਿ ਜਿਵੇਂ ਕਹਾਣੀ ਨਾਲੋਂ ਨਾਲ ਲਿਖੀ ਜਾ ਰਹੀ ਹੋਵੇ। ਤੁਸੀਂ ਇਹ ਕਹਾਣੀ ਲਿਖਦਿਆਂ ਕਿੰਨਾ ਕੁ ਸਮਾਂ ਲਾਇਆ, ਕਦੋਂ ਸ਼ੁਰੂ ਕੀਤੀ ਜਾਂ ਤੁਹਾਡੇ ਮਨ ਦੇ ਵਿੱਚ ਕਦੋਂ ਦੀ ਬੁਣੀ ਜਾ ਰਹੀ ਸੀ ਕਹਾਣੀ? ਜਿਵੇਂ ਮੈਂ ਪਹਿਲਾਂ ਕਿਹਾ ਵੀ ਇਹ ਜਿਹੜਾ ਇਹ ਸਾਰਾ ਵਰਤਾਰਾ ਮੈਨੂੰ ਤੰਗ ਬਹੁਤ ਕਰਦਾ, ਪਰ ਮੇਰੇ ਕੋਲ ਕੋਈ ਜਿਵੇਂ ਹੈ ਨਹੀਂ ਸੀ ਕੋਈ ਵੀ ਮੈਂ ਪਿੰਨ ਪੁਆਇੰਟ ਕਰ ਸਕਾਂ ਵੀ ਆਹ ਕਾਰਨ ਹੈ ਇਹਦੇ, ਵੀ ਇਹਨੂੰ ਉਦਾਹਰ ਬਣਾ ਕੇ ਮੈਂ ਕਹਾਣੀ। ਲਿਟਰੇਚਰ ਦਾ ਮਤਲਬ ਹੁੰਦਾ ਉਹ ਲੇਖਕ ਨੇ ਦੱਸਣਾ ਹੁੰਦਾ ਵੀ ਕਾਰਨ ਜਿਹੜੇ ਵਰਤਾਰੇ ਇਹਨਾਂ ਦੇ ਕਾਰਨ ਕੀ ਹੈਗੇ ਆ, ਪਰ ਮੇਰੇ ਕੋਲ ਕੋਈ ਸਪਸ਼ਟ ਕਾਰਨ ਹੈ ਨਹੀਂ ਹਾਲੇ ਵੀ। ਫਿਰ ਜਦੋਂ ਇੱਥੇ ਆਪਣੇ 2 ਬੱਚੇ 15-16 ਸਾਲ ਦੇ 2 ਬੱਚੇ ਸਕੂਲ ਪੜ੍ਹਦੇ ਬੱਚੇ ਸੀਗੇ, ਉਹਨਾਂ ਦਾ ਕਤਲ ਹੋਇਆ ਅਤੇ ਉਸ ਵੇਲੇ ਸਾਡੀ ਕਮਿਊਨਿਟੀ ਇੱਕ ਵਾਰੀ ਹਿੱਲ ਗਈ ਸੀ ਸਾਰੀ ਕੋਈ, ਜਦੋਂ ਵੇਕਅਪ ਸਾਰੀ ਜਿਹੜੀ ਰੈਲੀ ਵੀ ਕੱਢੀ ਗਈ, ਰੈਲੀ ਵੀ ਹੋਈਆਂ ਸੀ ਅਤੇ ਸਾਰਾ ਕੁਛ। ਅਤੇ ਉਸ ਵੇਲੇ ਇੱਕ ਬੱਚੇ ਦੀ ਮਾਂ ਸੀ ਜਿਹੜੀ ਉਹ TV 'ਤੇ ਖਬਰਾਂ ਦਿਖਾ ਰਹੇ ਸੀਗੇ, ਉਹ ਬੱਚੇ ਦੀ ਮਾਂ ਰੋ ਰਹੀ ਸੀਗੀ ਅਤੇ ਉਹਦੇ ਰੋਣ ਮੇਰਾ ਅੰਦਰ ਵਲੂੰਧਰਾ ਗਿਆ ਉਹਦੇ ਨਾਲ। ਅਤੇ ਮੈਂ ਸੋਚਿਆ ਵੀ ਸ਼ਾਇਦ ਜੇ ਮੈਂ ਇਸ ਕਾਰਨਾਂ ਬਾਰੇ ਨਹੀਂ ਲਿਖ ਸਕਦਾ ਤਾਂ ਘੱਟੋ ਘੱਟ ਮੈਂ ਇਸ ਮਾਹੌਲ ਬਾਰੇ ਤਾਂ ਲਿਖ ਸਕਦਾ। ਸੋ ਉਸ ਮਾਹੌਲ ਨੂੰ ਦੇਖ ਕੇ ਉਦੋਂ ਮੈਂ ਕਹਾਣੀ ਮੇਰੇ ਮਨ ਦੇ ਵਿੱਚ ਬਣਨੀ ਸ਼ੁਰੂ ਹੋ ਗਈ ਸੀਗੀ ਅਤੇ 2 ਸਾਲ ਪਹਿਲਾਂ ਮੈਂ ਕਹਾਣੀ ਲਿਖੀ ਹੈ। ਸੋ 2 ਸਾਲ ਪਹਿਲਾਂ ਕਹਾਣੀ ਇਹ ਤੁਹਾਡੇ ਵੱਲੋਂ ਲਿਖੀ ਗਈ, ਪਰ ਹੁਣ ਜਦੋਂ ਇਹ ਕਹਾਣੀ ਤੁਹਾਡੀ ਬਾਹਰ ਆਈ ਆ, ਜਦੋਂ ਪਬਲਿਸ਼ ਹੋ ਗਈ, ਜਿਸ ਵੇਲੇ ਕਹਾਣੀ ਪੜ੍ਹੀ ਜਾ ਰਹੀ, ਅੱਜ ਕੱਲ੍ਹ ਪੜ੍ਹੀ ਜਾ ਰਹੀ ਸੀ, ਇੱਕਦਮ ਹੀ ਫਿਰ ਉਹੋ ਜਿਹਾ ਮਾਹੌਲ ਸਾਹਮਣੇ ਆ ਗਿਆ। ਇੱਕਦਮ ਹੀ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਅੱਜ ਕੱਲ੍ਹ? ਕੁਛ ਹੋਰ ਬਣ ਰਿਹਾ? ਨਹੀਂ, ਮੈਂ ਕਹਿੰਦਾ ਵੀ ਇਸ ਵਿਸ਼ੇ 'ਤੇ ਕੁਛ ਹੋਰ ਨਾ ਮੇਰੇ ਮਨ 'ਚ ਬਣੇ। ਇਹ ਸਾਰਾ ਜਿਹੜਾ ਬਹੁਤ ਹੀ ਤਕਲੀਫਦੇਹ ਹੈ ਇਹ ਵਰਤਾਰਾ ਸਾਰਾ, ਇਹਦਾ ਛੇਤੀ ਕੋਈ ਹੱਲ ਨਿਕਲੇ ਅਤੇ ਸਾਡੇ ਬੱਚੇ ਜਿਹੜੇ ਸਾਡੇ ਉਹਨਾਂ ਦੇ ਜਿਹੜੇ ਬੱਚੇ ਇਨਵੋਲਵ ਹੈਗੇ ਆ ਉਹ ਵੀ ਆਪਣੀਆਂ ਜਾਨਾਂ ਬਚਾਉਣ, ਅਤੇ ਜਿਹੜੇ ਬੱਚੇ ਨਹੀਂ ਇਨਵੋਲਵ ਉਹਨਾਂ ਦੀ ਪਰਵਰਿਸ਼ ਉਹਨਾਂ ਦੇ ਮਾਪੇ ਸਹੀ ਤਰੀਕੇ ਨਾਲ ਕਰ ਸਕਣ, ਕਿਸੇ ਡਰ ਦੇ ਮਾਹੌਲ ਦੇ ਵਿੱਚ ਨਾ ਕਰਨ। ਜਦੋਂ ਅਸੀਂ ਮਨੁੱਖ ਡਰ ਦੇ ਵਿੱਚ ਹੁੰਦਾ ਉਹ ਸਹੀ ਸੰਤੁਲਨ ਸੋਚ ਨਹੀਂ ਰੱਖ ਸਕਦਾ ਉਸ ਵੇਲੇ, ਅਤੇ ਉਹਨਾਂ ਬੱਚਿਆਂ ਦੀ ਪਰਵਰਿਸ਼ 'ਤੇ ਵੀ ਉਹਨਾਂ ਦਾ ਅਸਰ ਪੈਂਦਾ ਜੀ। ਸਾਡੇ ਇੱਕ ਲਿਸਨਰ ਨੇ ਜਸਵੀਰ ਮੰਗੂਵਾਲ, ਖੁਦ ਵੀ ਇਹ ਲਿਖਦੇ ਨੇ, ਵਿਨੀਪੈਗ ਤੋਂ ਸਾਨੂੰ ਅਕਸਰ ਕਾਲ ਕਰਦੇ ਆ। ਇੱਕ ਵਾਰੀ ਫਿਰ ਮੈਂ ਇਹਨਾਂ ਨੂੰ ਅੱਜ ਸ਼ਾਮਿਲ ਕਰ ਰਹੀ ਹਾਂ। ਜਸਵੀਰ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਹਰਪ੍ਰੀਤ ਸੇਖਾ ਉਹਨਾਂ ਨੂੰ ਲਿਆਂਦਾ, ਔਰ ਮਤਲਬ ਕਿ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਆ ਰਾਈਟਰਸ ਨੂੰ ਲੈ ਕੇ ਆਉਂਦੇ ਆ। ਅਤੇ ਦੂਜਾ ਮੇਰੀ ਇੱਕ ਪਹਿਲੇ ਨੰਬਰ 'ਤੇ ਤਾਂ ਇਹ ਹੈਗੀ ਆ ਤੁਹਾਡੀ ਮੈਨੇਜਮੈਂਟ ਨੂੰ, ਵੀ ਤੁਹਾਡਾ ਪ੍ਰੋਗਰਾਮ ਇੰਨਾ ਇੰਟਰਸਟਿੰਗ ਹੁੰਦਾ, ਵਿੱਚ ਬਾਰ ਜਿਹੜਾ ਇੰਟਰਪਟ ਹੁੰਦਾ ਕਦੇ ਖਬਰਾਂ ਨਾਲ ਜਾਂ ਦੂਜੇ ਨਾਲ, ਜੇ ਕੁਛ ਕਰ ਸਕਦੀ ਹੋਵੇ ਮੈਨੇਜਮੈਂਟ ਤਾਂ ਪਲੀਜ਼ ਇਹਦੇ ਬਾਰੇ ਸੋਚੇ, ਹੈ ਨਾ। ਇਹ ਮੇਰੀ ਇਕੱਲੀ ਦੀ ਨਹੀਂ, ਮੈਨੂੰ ਲੱਗਦਾ ਸਾਰੇ ਲੋਕ ਇੱਦਾਂ ਹੀ ਹੁੰਦੇ ਆ। ਜਦੋਂ ਮੈਂ ਕਹਾਣੀ ਸੁਣਦੀ ਸੀ ਵਿੱਚ ਬਾਰ ਉਹ ਲੈ ਟੁੱਟ ਜਾਣੀ, ਹੈ ਨਾ। ਅਤੇ ਦੂਜਾ ਬਾਕੀ ਹਰਪ੍ਰੀਤ ਸੇਖਾ ਜਿਹੜਾ ਇਹ ਸਾਡਾ ਵੀਰ ਮਾਣ ਆ ਸਾਡੇ ਕਨੇਡਾ ਦਾ, ਬਹੁਤ ਸ਼ੁਕਰੀਆ। ਅਤੇ ਇਹਨਾਂ ਦੀਆਂ ਬਹੁਤ ਜ਼ਿਆਦਾ ਸਾਰੀਆਂ ਹੀ ਕਹਾਣੀਆਂ ਮੈਂ ਸ਼ੁਰੂ ਤੋਂ ਲੈ ਕੇ ਜਦੋਂ ਦੀ ਬੀਜੀ ਮੁਸਕਰਾ ਪਏ ਤੋਂ ਲੈ ਕੇ ਹੁਣ ਤੱਕ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਮੈਂ ਕਿਤਾਬਾਂ ਪੜ੍ਹੀਆਂ ਤਕਰੀਬਨ। ਅਤੇ ਦੂਜੀ ਜਿਹੜੀ ਕਹਾਣੀ ਆ ਇਹ ਇੰਟਰਨੈਸ਼ਨਲ ਵਰਤਾਰਾ ਆ, ਜਿੱਦਾਂ ਆਪਾਂ ਜਾਣਦੇ ਹੀ ਹਾਂ, ਹੈ ਨਾ। ਇਹ ਡਰੱਗ ਦਾ ਮਸਲਾ ਨਾ ਭਾਰਤ, ਨਾ ਪਾਕਿਸਤਾਨ, ਨਾ ਕੈਨੇਡਾ, ਨਾ ਅਮਰੀਕਾ, ਕੋਈ ਵੀ ਦੇਸ਼, ਕੋਈ ਵੀ ਦੁਨੀਆ ਦਾ ਕੋਨਾ, ਕੋਈ ਇੱਦਾਂ ਦਾ ਬਚਿਆ ਹੀ ਨਹੀਂ ਹੈਗਾ ਜਿਹਦਾ ਪਾਤਰ ਵੀ ਉਹਦਾ ਕਹਿੰਦਾ ਆ, ਮੇਨ ਪਾਤਰ ਵੀ ਕਿੱਥੇ ਲੈ ਜਾਈਏ ਬੱਚਿਆਂ ਨੂੰ, ਹੈ ਨਾ। ਸੋ ਇਹ ਬਹੁਤ ਚਿੰਤਾ ਦਾ, ਸੈਂਕੜੇ ਸਾਡੇ ਬੱਚੇ ਜਿਹੜੇ ਆ ਉਹ ਇਸ ਡਰੱਗ ਦੇ ਕਾਰਨ ਮਰ ਚੁੱਕੇ ਆ, ਮਾਪੇ ਜਿਹੜੇ ਆ ਉਹ ਜਾਣੀ ਕਿ ਅਸਹਾਏ ਜਿਹੜੇ ਹੈਗੇ ਆ ਉਹ ਹੋ ਗਏ ਆ, ਹੈ ਨਾ। ਇਹ ਬਹੁਤ ਸੋਚਣ ਦਾ ਵਿਸ਼ਾ ਆ। ਬਾਕੀ ਕਹਾਣੀ ਨੂੰ ਬਹੁਤ ਵਧੀਆ ਤਰ੍ਹਾਂ ਗੁੰਦਿਆ ਆ, ਹੈ ਨਾ, ਇੱਕ ਬੈਲੈਂਸ ਰੱਖ ਕੇ ਕੀਤੀ ਆ। ਪਰ ਮੈਨੂੰ ਇੱਕ ਗੱਲ ਇਹ ਵੀ ਲੱਗਦੀ ਆ ਕਿ ਇਹਦੇ ਵਿੱਚ ਜੇ ਸਿਸਟਮ ਕੋਸ਼ਿਸ਼ ਕਰੇ, ਜੇ ਪੁਲਿਸ ਹੀ
ਇਨਵੋਲਵਮੈਂਟ ਨਾ ਹੋਵੇ, ਸ਼ਾਇਦ ਇਹ ਚੀਜ਼ਾਂ ਨਾ ਵਾਪਰਨ। ਕਿਤੇ ਨਾ ਕਿਤੇ ਇਹ ਵੀ ਗੱਲ ਸੋਚਣ ਵਾਲੀ ਹੈਗੀ ਆ। ਜੇ ਅਸੀਂ ਹਰ ਚੀਜ਼ ਦਾ ਸਾਨੂੰ ਮਿੰਟ ਤੇ ਪਤਾ ਹੁੰਦਾ, ਸਾਡਾ ਇੰਨਾ ਟੈਕਨੋਲੋਜੀ ਆ ਸਾਇੰਸ ਦੀ, ਹੈ ਨਾ, ਤੇ ਜੇ ਡਰੱਗ ਸ਼ਰੇਆਮ ਸੜਕਾਂ ਦੇ ਵਿੱਚ ਵਿਕ ਰਹੀ ਆ, ਤੇ ਇਹ ਵੀ ਗੱਲ ਸੋਚਣ ਵਾਲੀ ਹੈਗੀ ਆ ਕਿ ਕੀ ਇਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਹੈਗੀ ਆ ਜਾਂ ਨਹੀਂ ਹੈਗੀ, ਹੈ ਨਾ। ਬਾਕੀ ਐਜ਼ ਏ ਰਾਈਟਰ ਜਿਹੜਾ ਹੈਗਾ ਆ, ਉਹਨਾਂ ਨੇ ਜਿਹੜਾ ਸਬਜੈਕਟ ਆ ਉਹਦੇ ਨਾਲ ਬਹੁਤ ਇਨਸਾਫ ਕੀਤਾ। ਮੈਂ ਵਧਾਈ ਵੀ ਦਿੰਦੀ ਹਾਂ ਤੇ ਮੈਂ ਮਾਣ ਵੀ ਮਹਿਸੂਸ ਕਰਦੀ ਹਾਂ ਆਪਣੇ ਭਰਾ ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਜਸਵੀਰ ਜੀ ਇਹ ਗੱਲਬਾਤ ਕਰਨ ਦੇ ਲਈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਰਪ੍ਰੀਤ ਜੀ? ਨਹੀਂ, ਮੇਰੇ ਖਿਆਲ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ ਅਤੇ ਬਹੁਤ ਸ਼ੁਕਰੀਆ ਕਹਿਣਾ ਉਹਨਾਂ ਦਾ ਮੈਂ ਜੀ। ਅੱਛਾ, ਕਹਾਣੀ ਦੇ ਵਿੱਚ ਇੱਕ ਤਾਂ ਤੁਸੀਂ ਜਿਹੜੀ ਬੱਚੇ ਦੀ ਮਾਨਸਿਕ ਹਾਲਤ ਦਿਖਾਈ ਹੈਗੀ ਆ ਕਿ ਉਹ ਬੱਚਾ ਕਿਵੇਂ ਮਹਿਸੂਸ ਕਰ ਰਿਹਾ, ਪੈਰ ਦੇ ਉੱਤੇ ਉਹਦਾ ਇੱਕ ਜਿਹੜੀ ਵਿੱਚ ਇੱਕ ਦੋ ਡਾਇਲੌਗਸ ਆਉਂਦੇ ਆ, ਜਿਹੜੀ ਤੁਹਾਡੀ ਕਨਵਰਸੇਸ਼ਨ ਹੋ ਰਹੀ ਆ ਉਸ ਨੌਜਵਾਨ ਬੱਚੇ ਦੇ ਨਾਲ, ਜਿੱਥੇ ਕਾਰਾਂ ਵਾਲੀ ਗੱਲ ਹੁੰਦੀ ਆ, ਜਿੱਥੇ ਗੈਂਗਸ ਵਾਲੀ ਗੱਲ ਹੁੰਦੀ ਆ। ਉਹ ਗੱਲ ਤਾਂ ਸਹੀ ਆ, ਬੱਚੇ ਜਿਹੜੇ ਸੋਚਦੇ, ਹੁਣ ਉਹ ਬੱਚਾ ਆ ਜਿਹੜਾ ਉਹਦੇ ਵੀ ਮਨ 'ਚ ਥੋਟ ਇਹੀ ਆ, ਬੇਸ਼ੱਕ ਉਹ ਗੈਂਗ ਦੇ ਨਾਲ ਕਿਸੇ ਨਾਲ ਐਸੋਸੀਏਟਿਡ ਨਹੀਂ ਹੈ, ਪਰ ਸਾਡੇ ਮਨ ਦੇ ਵਿੱਚ ਇਹ ਖੌਫ ਇੰਨਾ ਜ਼ਿਆਦਾ ਪੈ ਚੁੱਕਾ ਕਿ ਨਹੀਂ, ਬਿਕੋਜ਼ ਜੇ ਬੱਚੇ ਦੀ ਇਹ ਚਾਹਤ ਹੈ ਤਾਂ ਉਹ ਇਸ ਤਰ੍ਹਾਂ ਨਹੀਂ ਕਰ ਸਕਦਾ। ਹੁਣ ਇੱਕ ਦੋ ਐਗਜ਼ਾਮਪਲਸ ਤੁਹਾਨੂੰ ਮੈਂ ਹੋਰ ਦਿੰਦੀ ਹਾਂ। ਕੁਝ ਚੀਜ਼ਾਂ ਜਿਹੜੀਆਂ ਗੈਂਗਸ ਦੇ ਨਾਲ ਐਸੋਸੀਏਟ ਹੋ ਗਈਆਂ, ਜਿੱਦਾਂ ਮਹਿੰਗੀਆਂ ਕਾਰਾਂ ਹੋ ਗਈਆਂ, ਟੈਟੂਜ਼ ਹੋ ਗਏ, ਕੋਈ ਖ਼ਾਸ ਕਿਸਮ ਦੇ ਵਾਲਾਂ ਦਾ ਸਟਾਈਲ ਹੋ ਗਿਆ, ਕੁਝ ਖ਼ਾਸ ਕਿਸਮ ਦੇ ਜਿਹੜੇ ਬ੍ਰੈਂਡ ਹੋ ਗਏ, ਕੱਪੜੇ ਪਾਉਣ ਦਾ ਉਹਨਾਂ ਦਾ ਅੰਦਾਜ਼ ਹੋ ਗਿਆ, ਸ਼ੂਜ਼ ਦਾ ਹੋ ਗਿਆ, ਜਾਂ ਈਵਨ ਹੋਰ ਜਿਹੜੇ ਗਹਿਣੇ ਗੱਟੇ ਵੀ ਅੱਜ ਕੱਲ੍ਹ ਫੈਸ਼ਨ ਦੇ ਵਿੱਚ ਨੇ। ਅਸੀਂ ਆਪਣੇ ਬੱਚਿਆਂ ਨੂੰ, ਜੇ ਉਹ ਸਾਡਾ ਬੱਚਾ ਐਕਸਪ੍ਰੈਸ ਕਰਦਾ ਨਾ ਕਿ ਵੀ ਮੈਂ ਇੱਦਾਂ ਦਾ ਹੇਅਰ ਸਟਾਈਲ ਬਣਾਉਣਾ ਚਾਹੁੰਦਾ, ਮੈਂ ਟੈਟੂ ਬਣਵਾਉਣਾ ਚਾਹੁੰਦਾ, ਕਿ ਨਹੀਂ ਇਹ ਚੀਜ਼ਾਂ ਨਹੀਂ ਕਰੀਦੀਆਂ ਹੁੰਦੀਆਂ, ਇਹ ਤਾਂ ਉਹ ਬੱਚੇ ਕਰਦੇ ਹੁੰਦੇ ਆ। ਉਹ ਜਿਹੜੀ ਗੱਲ ਤੁਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਇੱਥੇ ਕਿ ਬੱਚਾ ਕਲੀਨ ਹੈ, ਬੱਚਾ ਉਹ ਡਰੱਗ ਨਹੀਂ ਲੈਂਦਾ, ਸਟਿਲ ਅਸੀਂ ਉਸ ਬੱਚੇ ਨੂੰ ਉਹਦੇ ਸ਼ੌਕ ਪੂਰੇ ਕਰਨ ਤੋਂ ਵਾਂਝਿਆ ਰੱਖ ਰਹੇ ਹਾਂ। ਕਿੱਦਾਂ ਦੇਖਦੇ ਹੋ? ਬਿਲਕੁਲ ਇਹੀ ਗੱਲ ਨੂੰ ਮੈਂ ਸਾਰੀ ਕਹਾਣੀ ਦੇ ਵਿੱਚ ਇਹੀ ਗੱਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਇੱਕ ਆਮ ਸਧਾਰਨ ਬੱਚਾ ਹੈ, ਉਹਦੀ ਅਸੀਂ ਜਿਹੜੇ ਇੱਕ ਆਮ ਸਧਾਰਨ ਮਾਪੇ ਜਿਨ੍ਹਾਂ ਦਾ ਕੋਈ ਜਿਹੜੇ ਚਾਹੁੰਦੇ ਆ ਵੀ ਉਹਨਾਂ ਬੱਚਿਆਂ ਦੀ ਚੰਗੀ ਦੇਖਭਾਲ ਕਰਨ, ਪਰ ਮਾਹੌਲ ਇਸ ਤਰ੍ਹਾਂ ਦਾ ਬਣਿਆ ਵਾ ਵੀ ਉਹ ਉਹਨਾਂ ਦੇ ਅੰਦਰ ਜਿਹੜੇ ਡਰ ਹੈ ਉਹ ਬੱਚੇ ਨੂੰ ਉਹ ਫਰੀਡਮ ਨਹੀਂ ਦੇ ਰਹੇ। ਇਹ ਕੁਦਰਤੀ ਗੱਲ ਹੈ। ਜਦੋਂ ਬੱਚਾ ਮੈਨੂੰ ਆਪ ਚੇਤਾ ਜਦੋਂ ਮੈਂ ਸਾਈਕਲ ਚਲਾਉਣਾ ਸਿੱਖਿਆ ਤਾਂ ਸਾਈਕਲ ਚੱਕ ਕੇ ਮੈਂ ਬਾਹਰ ਉੱਦਾਂ ਹੀ ਅਸੀਂ ਗੇੜੀ ਦੇਣ ਜਾ ਵੜਦੇ ਹਾਂ ਜੀ। ਇਸੇ ਤਰ੍ਹਾਂ ਹੁਣ ਬੱਚਿਆਂ ਨੇ ਜਦੋਂ ਕਾਰ ਦਾ ਲਾਇਸੈਂਸ ਲਿਆ, ਉਹਨਾਂ ਦਾ ਜੀਅ ਕਰਦਾ ਕਾਰ ਚਲਾਉਣ ਨੂੰ, ਪਰ ਮਾਪਿਆਂ ਨੂੰ ਲੱਗਦਾ ਵੀ ਪਤਾ ਨਹੀਂ ਕਿਤੇ ਕਿਸੇ ਬਾਹਰ ਕੰਮ, ਕਿਸੇ ਗਲਤ ਕੰਮ 'ਚ ਚੱਲਿਆ ਹੈਗਾ, ਅਤੇ ਉਹਨੂੰ ਵਰਜਦੇ ਆ। ਜਦੋਂ ਉਹਨੂੰ ਵਰਜਣਗੇ ਤਾਂ ਉਹਦੀ ਆਜ਼ਾਦੀ 'ਚ ਅਤੇ ਕੁਦਰਤੀ ਉਹਨਾਂ ਦੇ ਵਿੱਚ ਆਪਸ ਵਿੱਚ ਥੋੜ੍ਹੀ ਬਹੁਤ ਜਿਹੜੀ ਹੈਗੀ ਹੈ ਮਾਹੌਲ ਫਰੈਕਸ਼ਨ ਪਊਗੀ। ਅਸੀਂ ਉਹਨਾਂ ਦੀ ਜਿਹੜੀ ਖੁੱਲ੍ਹੇ ਖੇਡਣ ਦੇ ਦੇਣਾ ਜਿਹੜੇ ਉਹਨਾਂ 'ਤੇ ਅਸੀਂ ਕੰਟਰੋਲ ਕਰ ਰਹੇ ਹਾਂ। ਇਹ ਡਰ ਚੋਪ ਜੀ ਗੱਲ ਹੈ ਇਹ ਸਾਰੀ। ਰਿਪੀਟਡਲੀ ਜਦੋਂ ਅਸੀਂ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਵੀ ਪਾ ਰਹੇ ਹਾਂ ਕਿ ਵੀ ਆਹ ਚੀਜ਼ ਨਹੀਂ ਕਰਨੀ ਤੂੰ, ਕਿਉਂਕਿ ਇਹ ਅੱਛੇ ਬੱਚੇ, ਚੰਗੇ ਮੁੰਡੇ ਨਹੀਂ ਇਹ ਚੀਜ਼ਾਂ ਕਰਦੇ। ਹੁਣ ਤਾਂ ਕੁੜੀਆਂ ਵੀ ਇਨਵੋਲਵ ਹੋ ਗਈਆਂ। ਉਹ ਵੀ ਪਹਿਲਾਂ ਤਾਂ ਇਸ਼ੂ ਇਸ ਤਰ੍ਹਾਂ ਦੇ ਸਮਝੇ ਜਾਂਦੇ ਸੀ, ਬਹੁਤੇ ਕੁੜੀਆਂ ਦੇ ਕੱਪੜਿਆਂ ਦੇ ਉੱਤੇ ਕਿੰਤੂ ਪਰੰਤੂ ਹੁੰਦਾ ਸੀ। ਹੁਣ ਮੁੰਡਿਆਂ ਦੇ ਲਈ ਵੀ ਅਸੀਂ ਇਹ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਹੈਗੀਆਂ। ਬਹੁਤ ਤੁਸੀਂ ਖੂਬਸੂਰਤੀ ਦੇ ਨਾਲ ਇਹ ਚੀਜ਼ ਪੇਸ਼ ਕੀਤੀ ਆ। ਇੱਕ ਜਿਹੜੀ ਚੀਜ਼ ਇੱਕ ਲੇਖਕ ਦੇ ਤੌਰ ਦੇ ਉੱਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਪੇਸ਼ ਕੀਤੀ ਆ ਕਿ ਗ੍ਰੈਂਡ ਪੇਰੈਂਟਸ ਦੇ ਨਾਲ ਬੱਚੇ ਦੀ ਜਿਹੜੀ ਐਸੋਸੀਏਸ਼ਨ ਆ ਉਹਦਾ ਕਿੰਨਾ ਇੰਪੈਕਟ ਹੋ ਸਕਦਾ ਹੈਗਾ। ਬੱਚੇ ਦੀ ਮਾਨਸਿਕ ਹਾਲਤ ਵੀ ਦਿਖਾਈ ਆ, ਦੂਸਰੀ ਤੁਸੀਂ ਲੋੜ ਵੀ ਦਿਖਾਈ ਹੈਗੀ ਆ। ਸਟਿਲ ਹੋ ਸਕਦਾ ਤੁਸੀਂ ਕਹਾਣੀ ਦੇ ਵਿੱਚ ਪੂਰੀ ਗੱਲ ਨਹੀਂ ਕਹਿ ਸਕਦੇ ਜਾਂ ਕਹਿ ਸਕੇ, ਤੁਹਾਨੂੰ ਲੱਗਦਾ ਕਿ ਕੁਝ ਅਣਕਿਆ ਰਹਿ ਗਿਆ ਹੋਵੇ ਕਿ ਗ੍ਰੈਂਡ ਪੇਰੈਂਟਸ ਕਿਹੋ ਜਿਹਾ ਰੋਲ ਪਲੇ ਕਰਦੇ ਨੇ, ਜਿਹੜਾ ਅਕਸਰ ਅਸੀਂ ਛੋਟਾ ਕਰਕੇ ਦੇਖ ਲੈਂਦੇ ਹਾਂ, ਜਾਂ ਸਾਡੇ ਮਨਾਂ ਦੇ ਵਿੱਚ ਇਹੀ ਆ ਕਿ ਨਹੀਂ ਸਾਡੀ ਆਪਣੀ ਪ੍ਰਾਈਵੇਟ ਲਾਈਫ ਆ, ਸਾਡੀ ਪ੍ਰਾਈਵੇਸੀ ਹੋਣੀ ਚਾਹੀਦੀ ਆ, ਆਪੋ ਆਪਣੇ ਕਮਰਿਆਂ ਦੇ ਵਿੱਚ ਸਾਰੇ ਬੈਠੇ ਆ, ਬਹੁਤ ਘੱਟ ਟਾਈਮ ਸਾਡਾ ਫੈਮਿਲੀ ਰੂਮ ਦੇ ਵਿੱਚ ਆ ਜਾਂ ਲਿਵਿੰਗ ਰੂਮ ਦੇ ਵਿੱਚ ਆ। ਕੁਝ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਕਿ ਹਾਲੇ ਹੋਰ ਵੀ ਕਰਨੀਆਂ ਰਹਿ ਗਈਆਂ। ਮੈਨੂੰ ਲੱਗਦਾ ਜੀ ਉਸ ਵਿਸ਼ੇ 'ਤੇ ਮੈਂ ਕਹਾਣੀ ਕੋਈ ਵੱਖ ਕਹਾਣੀ ਲਿਖੂੰਗਾ ਜੇ ਇਹ ਜਿਹੜੇ ਪੇਰੈਂਟਸ ਦਾ ਰੋਲ, ਗ੍ਰੈਂਡ ਪੇਰੈਂਟਸ ਦਾ ਰੋਲ ਹੈਗਾ ਉਹਦੇ 'ਤੇ। ਮੈਨੂੰ ਲੱਗਦਾ ਇਹ 'ਤੇ ਦੋਹੇ ਅਸਰ ਵੀ ਦੋਹੇ ਪਾਸੇ ਹੋਣਗੇ ਅਤੇ ਇਸ ਮਾਹੌਲ 'ਤੇ ਜਿਹੜੇ ਗ੍ਰੈਂਡ ਪੇਰੈਂਟਸ ਜਿਹੜੇ ਨਾਲ ਰਹਿੰਦੇ ਆ, ਪੋਜ਼ੀਟਿਵ ਵੀ ਅਤੇ ਕੁਝ ਨੈਗੇਟਿਵ ਵੀ ਹੋਣਗੇ ਉਹਦੇ ਵਿੱਚ, ਕਿਉਂਕਿ ਉਹ ਜਿਹੜੇ ਇੱਕ ਪੀੜ੍ਹੀ ਹੈ ਜਿਹੜੀ ਸੈਂਡਵਿਚ ਪੀੜ੍ਹੀ ਹੈਗੀ ਹੈ,
ਉਹਨਾਂ 'ਤੇ ਉਹ ਆਪਣੇ ਮਾਪਿਆਂ ਦੇ ਸਾਹਮਣੇ ਉਸ ਆਜ਼ਾਦੀ ਨਾਲ ਆਪਣੇ ਜਿਵੇਂ ਉਹ ਚਾਹੁੰਦੇ ਆ ਬੱਚਿਆਂ ਨੂੰ ਉਸ ਤਰ੍ਹਾਂ ਪਾਲ ਨਹੀਂ ਸਕਦੇ। ਉਹਨਾਂ ਨੂੰ ਲੱਗਦਾ ਵੀ ਉਹ ਜੇ ਬੱਚੇ ਨੂੰ ਕੁਛ ਝਿੜਕਦੇ ਆ ਜਾਂ ਬੱਚਾ ਆਪਣੀ ਗ੍ਰੈਂਡ ਪੇਰੈਂਟਸ ਕੋਲ ਚਲਾ ਜਾਂਦਾ। ਮੈਨੂੰ ਲੱਗਦਾ ਦੋਹੇ ਤਰ੍ਹਾਂ ਦੇ ਅਸਰ ਹੋਣਗੇ ਉੱਤੇ, ਅਤੇ ਇਹ ਤਾਂ ਕੋਈ ਡਾਊਟ ਨਹੀਂ ਵੀ ਜਿਹੜੇ ਗ੍ਰੈਂਡ ਪੇਰੈਂਟਸ ਹੈਗਾ ਉਹਨਾਂ ਦੀ ਬਹੁਤ ਪੋਜ਼ੀਟਿਵ ਰੋਲ ਵੀ ਹੈ ਘਰ ਦੇ ਬੱਚਿਆਂ ਦੀ ਲੁੱਕ ਆਫਟਰ ਕਰਨ ਦੇ ਵਿੱਚ। ਆਪਣੇ ਕਾਲਰ ਜਸਵੀਰ ਹੁਣੀ ਕਹਿ ਕੇ ਗਏ ਆ ਕਿ ਕਹਾਣੀ ਬਹੁਤ ਸੋਹਣੀ ਗੁੰਦੀ ਹੈ। ਕਹਾਣੀ ਕਿਵੇਂ ਗੁੰਦਦੇ ਹੋ ਤੁਸੀਂ? ਜੇ ਇਹ ਥੋੜ੍ਹਾ ਜਿਹਾ ਐਕਸਪਲੇਨ ਕਰ ਸਕੋ, ਕਿਉਂਕਿ ਸਾਰੇ ਪਾਤਰਾਂ ਦੀ ਜਗ੍ਹਾ 'ਤੇ ਹੋ ਕੇ ਤੁਸੀਂ ਸੋਚ ਨਹੀਂ ਸਕਦੇ। ਕਿੰਨਾ ਕੁ ਤੁਸੀਂ ਫੈਮਿਲੀ ਤੋਂ, ਸੁਸਾਇਟੀ ਤੋਂ ਲੈਂਦੇ ਹੋ, ਕਿੰਨਾ ਕੁਝ ਆਪਣਾ ਹੁੰਦਾ? ਮੈਨੂੰ ਲੱਗਦਾ ਇਹ ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਸੀ ਵੀ ਜਿਵੇਂ ਕੋਈ ਬੰਦੇ ਨੂੰ ਇੱਕ ਵਾਰੀ ਸਾਈਕਲ ਚਲਾਉਣਾ ਆ ਜਾਏ ਨਾ ਅਤੇ ਉਹ ਫਿਰ ਭੁੱਲਦਾ ਨਹੀਂ ਉਹ। ਮੈਨੂੰ ਲੱਗਦਾ ਮੈਨੂੰ ਤੱਕ ਜੀ ਆ ਗਈ ਵੀ ਇੱਦਾਂ ਕਹਾਣੀ ਲਿਖੀ ਦੀ ਹੈ, ਕੋਈ ਹੋਰ ਹੈ ਨਹੀਂ। ਮੈਨੂੰ ਪਤਾ ਵੀ ਮੈਂ ਐਕਸਪਲੇਨ ਨਹੀਂ ਕਰ ਸਕਦਾ ਵੀ ਮੈਂ ਕੀ ਕਰਦਾ ਜਾਂ ਕਿਵੇਂ ਮੈਨੂੰ ਮੇਰੇ ਦਿਮਾਗ ਦੇ ਵਿੱਚ ਕਹਾਣੀ ਆਪ ਹੀ ਹੁਣ ਬਣ ਜੇ ਲੱਗ ਗਈ ਹੈ। ਇਸ ਕਹਾਣੀ ਬਾਰੇ ਤੁਸੀਂ ਕੁਝ ਹੋਰ ਕਹਿਣਾ ਹੋਵੇ, ਇਹਨੂੰ ਲਿਖਣ ਦੇ ਦੌਰਾਨ ਤੁਹਾਡੇ ਮਨ ਦੇ ਵਿੱਚ ਹੋਰ ਕੀ ਨਾਲ ਚੱਲਦਾ ਰਿਹਾ, ਜਾਂ ਕਹਾਣੀ ਲਿਖ ਲੈਣ ਤੋਂ ਬਾਅਦ ਜਦੋਂ ਤੁਸੀਂ ਲਿਖਿਆ ਪਹਿਲੀ ਵਾਰੀ ਤੁਸੀਂ ਕਿਹਨੂੰ ਪੜ੍ਹਾਈ, ਕੀ ਤੁਹਾਡੇ ਆਪਣੇ ਬੱਚੇ ਜਿਹੜੇ ਉਹਨਾਂ ਨੂੰ ਵੀ ਤੁਸੀਂ ਪੜ੍ਹਾਈ? ਮੈਂ ਇਹਦੇ ਬਾਰੇ ਵੀ ਜਾਣਨਾ ਚਾਹੁੰਦੀ ਤੁਹਾਡੇ ਕੋਲੋਂ। ਇਹ ਕਹਾਣੀ ਲਿਖਦੇ ਮੈਂ ਕਾਫੀ ਤਕਲੀਫ 'ਚੋਂ ਗੁਜ਼ਰਿਆ। ਤਕਲੀਫ ਤੋਂ ਮਤਲਬ ਵੀ ਇਹ ਇਮੈਜਿਨ ਕਰਨਾ, ਕਲਪਨਾ ਕਰਨੀ ਵੀ ਤੁਹਾਡਾ ਆਪਣਾ ਬੱਚਾ ਇਸ ਫੇਜ਼ 'ਚੋਂ ਗੁਜ਼ਰ ਰਿਹਾ, ਉਹ ਆਪਣੇ ਆਪ ਵਿੱਚ ਹੀ ਇੱਕ ਜਿਹੜੀ ਕਲਪਨਾ ਹੀ ਬਹੁਤ ਦੁਖਦਾਈ ਹੈ। ਅਤੇ ਮੈਂ ਸੋਚਦਾ ਵੀ ਜਿਹਨਾਂ ਦੇ ਬੱਚੇ ਇੱਦਾਂ ਇਸ ਸਾਰੇ ਕੁਝ 'ਚੋਂ ਨਿਕਲ ਰਹੇ ਆ ਜਾਂ ਜਿਹੜੇ ਪਰਿਵਾਰ ਇਸ 'ਚੋਂ ਨਿਕਲ ਰਹੇ ਆ, ਉਹਨਾਂ ਲਈ ਕਿੰਨਾ ਇਹ ਦੁੱਖ ਭਰਿਆ ਅਤੇ ਹੋਊਗਾ ਇਹ ਸਾਰਾ ਸਮਾਂ। ਇਹ ਕਹਾਣੀ ਲਿਖ ਕੇ ਮੈਂ ਪਹਿਲਾਂ ਮੈਂ ਆਪਣੀ ਵਾਈਫ ਨੂੰ ਪੜ੍ਹਾਈ ਸੀ। ਉਹਨਾਂ ਦਾ ਲਿਟਰੇਚਰ ਨਾਲ ਬਹੁਤਾ ਹੈ ਨਹੀਂ ਗਾ, ਪਰ ਇਹ ਕਹਾਣੀ ਪੜ੍ਹੀ ਉਹਨਾਂ ਨੇ, ਠੀਕ ਉਹ ਕਿਉਂਕਿ ਸਾਰੇ ਸਿਸਟਮ ਨੂੰ ਡਰ ਆ ਮਾਵਾਂ ਬੱਚਿਆਂ ਦੇ ਸਾਰੇ, ਅਤੇ ਉਹ ਕਹਾਣੀ ਠੀਕ ਚੰਗੀ ਲੱਗੀ ਉਹਨਾਂ ਨੂੰ ਵੀ। ਹਾਂਜੀ। ਅਤੇ ਕੋਈ ਤੁਸੀਂ ਯੰਗ ਬੱਚਿਆਂ ਨੂੰ ਵੀ ਪੜ੍ਹਾਈ ਪਬਲਿਸ਼ ਕਰਨ ਤੋਂ ਪਹਿਲਾਂ? ਆਪਣੇ ਬੱਚਿਆਂ ਨੂੰ ਜਾਂ ਕੋਈ ਹੋਰ ਆਪਣੇ ਕਈ ਵਾਰ ਨੋਨ ਹੁੰਦੇ ਆ ਯੰਗ ਬੱਚੇ, ਇੱਕ ਤਾਂ ਪੰਜਾਬੀ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਪੰਜਾਬੀ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ, ਇਹ ਨਹੀਂ ਪਤਾ, ਸਟਿਲ ਮੈਂ ਜਾਣਨਾ ਚਾਹੂੰਗੀ। ਹਾਂਜੀ, ਨਹੀਂ ਬੱਚਿਆਂ ਨੂੰ ਇੱਦਾਂ ਕਹਾਣੀ ਪੜ੍ਹਾਈ ਨਹੀਂ ਮੈਂ, ਪਰ ਉਹਨਾਂ ਤੋਂ ਮੈਂ ਜਦੋਂ ਸਕੂਲ ਦੇ ਹਾਲਾਤ ਬਾਰੇ ਜਾਂ ਜਿਵੇਂ ਇੱਕ ਇਹਦੇ ਵਿੱਚ ਹੀ ਆਉਂਦਾ ਵੀ ਮੈਨੂੰ ਬਰਾਉਨੀ ਕਹਿੰਦਾ ਸੀਗਾ, ਉਹ ਉਹਨੂੰ ਕਰੈਕਰਸ ਕਹਿੰਦਾ ਸੀਗਾ, ਇਹ ਮੈਂ ਸਾਰੀ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕਰਦਾ ਸੀ। ਮੈਂ ਉਹਨਾਂ ਨੂੰ ਪੜ੍ਹਨਾ ਵੀ ਜੇ ਤੁਸੀਂ ਇਹ ਹਾਲਾਤ 'ਚੋਂ ਹੋ, ਟੀਚਰ ਤੁਹਾਡਾ ਕੀ ਕਹੂਗਾ ਜਾਂ ਤੁਹਾਡਾ ਕਾਉਂਸਲਰ ਕਿੱਦਾਂ ਦੀ ਸਲਾਹ ਦਊਗਾ, ਜਾਂ ਤੁਹਾਡੇ ਇੱਦਾਂ ਦੀਆਂ ਗੱਲਾਂ। ਜਦੋਂ ਮੈਂ ਕੋਈ ਵੀ ਕਹਾਣੀ ਲਿਖਦਾ ਜਾਂ ਸਕੂਲ ਦਾ ਜਾਂ ਉਹਨਾਂ ਦੀ ਉਮਰ ਦੇ ਨਾਲ ਰਿਲੇਟਡ ਹੋਵੇ, ਤਾਂ ਉਹਨਾਂ ਨੂੰ ਮੈਂ ਸਮਝਾ ਕੇ ਹਾਲਾਤ ਅਤੇ ਉਹਨਾਂ ਦੀ ਇਨਪੁੱਟ ਜ਼ਰੂਰ ਲੈਂਦਾ ਹੁੰਦਾ। ਇਹ ਕਹਾਣੀ ਉਹਨਾਂ ਨੂੰ ਮੈਂ ਸੁਣਾਈ ਨਹੀਂ ਨਾ, ਮੈਂ ਉਹਨਾਂ ਨੇ ਕਿਉਂਕਿ ਉਹ ਲਿਟਰੇਚਰ ਉਹ ਥੋੜ੍ਹੀ ਬਹੁਤ ਪੰਜਾਬੀ ਪੜ੍ਹ ਲੈਂਦੇ ਆ, ਪਰ ਇੰਨੀ ਨਹੀਂ ਵੀ ਕਹਾਣੀ ਨੂੰ ਪੜ੍ਹਨ ਨੂੰ। ਕਿਸੇ ਹੋਰ ਨੂੰ ਕਹਾਣੀ ਸੁਣਾਈ ਵੀ ਆ? ਜਿਵੇਂ ਹੁਣ ਕਈ ਵਾਰ ਲੋੜ ਮਹਿਸੂਸ ਹੁੰਦੀ ਹੈ, ਮੈਂ ਤੁਹਾਨੂੰ ਇਹ ਗੱਲ ਸ਼ੇਅਰ ਕਰਦੀ ਹਾਂ ਕਿ ਮੈਂ ਆਪਣੇ ਬੇਟੇ ਨੂੰ ਇਹ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਆ। ਮੈਂ ਕਿਉਂਕਿ ਲੰਬੀ ਕਹਾਣੀ ਆ, ਇੰਨੀ ਉਹਦੇ ਵਿੱਚ ਪੇਸ਼ੈਂਸ ਨਹੀਂ ਹੈ। ਮੇਰਾ ਬੇਟਾ ਵੀ ਟੀਨਏਜਰ ਹੈ, ਮੈਂ ਵੀ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਉਹ ਵੀ ਕਹਾਣੀ ਪੜ੍ਹੇ ਤਾਂ ਕਿ ਉਹ ਥੋੜ੍ਹਾ ਮਾਪਿਆਂ ਦਾ ਪਰਸਪੈਕਟਿਵ ਵੀ ਸਮਝ ਸਕੇ ਕਿ ਅਸੀਂ ਜੇ ਮਾਪੇ ਹੋਣ ਦੇ ਨਾਤੇ ਬੱਚੇ ਨੂੰ ਕੁਝ ਦੱਸ ਰਹੇ ਹਾਂ। ਕਈ ਵਾਰ ਆਪਾਂ ਸਿਰਫ ਸਮਝਾਉਣ ਦੇ ਚੱਕਰ 'ਚ ਹੀ ਬਹੁਤ ਜ਼ਿਆਦਾ ਕੁਝ ਉਹਨਾਂ ਨੂੰ ਗੱਲਾਂ ਕਹਿ ਜਾਂਦੇ ਹਾਂ, ਪਰ ਮੈਨੂੰ ਇਹ ਸੀ ਕਿ ਜਿਸ ਵੇਲੇ ਉਹ ਕਹਾਣੀ ਸੁਣ ਰਿਹਾ ਹੋਊਗਾ ਉਹਨੂੰ ਦੂਸਰਾ ਐਂਗਲ ਵੀ ਪਤਾ ਲੱਗੂਗਾ। ਇਹ ਨਹੀਂ ਹੈ ਕਿ ਵੀ ਇਹ ਮੇਰੇ ਮਾਪੇ ਕਹਿ ਰਹੇ ਆ, ਇਹ ਦੂਜੇ ਬੱਚਿਆਂ ਦੇ ਮਾਪੇ ਵੀ ਇੱਦਾਂ ਫੀਲ ਕਰਦੇ ਆ, ਇੱਦਾਂ ਦੀਆਂ ਗੱਲਾਂ ਉਹ ਕਰਦੇ ਆ, ਜਾਂ ਕੰਮਾਂ ਕਾਰਾਂ 'ਤੇ ਜਿਹੜੇ ਕੰਮ ਵੀ ਕਰ ਰਹੇ ਆ ਉਹ ਕੀ ਗੱਲਾਂ ਕਰ ਰਹੇ ਆ। ਇਸ ਤੋਂ ਇਲਾਵਾ ਉਹ ਕਿਉਂ ਇੰਨਾ ਕੰਮ ਕਰ ਰਹੇ ਆ, ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਇਹਦੇ ਵਿੱਚ ਹੈਗੇ ਆ। ਮੈਂ ਆਪਣੇ ਬੇਟੇ ਨੂੰ ਇਹ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਹੈ ਕਿਉਂਕਿ ਕਹਾਣੀ ਲੰਬੀ ਹੈ, ਥੋੜ੍ਹੀ ਜਿਹੀ ਹਾਲੇ ਸੁਣਾਈ ਹੈ। ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨੂੰ ਪੂਰੀ ਕਹਾਣੀ ਸੁਣਾ ਸਕਾਂ। ਮੈਨੂੰ ਵੀ ਉਤਸੁਕਤਾ ਹੈਗੀ ਵੀ ਉਹਦਾ ਰਿਸਪੌਂਸ ਹੋਊਗਾ ਅਤੇ ਕੀ ਉਸ 'ਤੇ ਰਿਐਕਟ ਹੋਊਗਾ, ਕਿਸ ਤਰ੍ਹਾਂ ਉਹ ਰਿਐਕਟ ਕਰੂਗਾ, ਮੈਨੂੰ ਜਾਣਨ ਦੀ ਉਤਸੁਕਤਾ ਹੈਗੀ ਹੈ। ਜ਼ਰੂਰ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਬਾਕੀ ਸਾਡੇ ਜਿਹੜੇ ਸੁਣਨ ਵਾਲੇ ਆ ਉਹਨਾਂ ਨੇ ਵਿੱਚ ਆਪਣੇ ਇੱਕ ਸਾਡੇ ਲਿਸਨਰ ਇਹ ਸ਼ਿਕਾਇਤ ਕਰਕੇ ਗਏ ਕਿ ਟੁੱਟਵੀਂ ਕਹਾਣੀ ਅਸੀਂ ਸੁਣ ਸਕੇ। ਕਮਰਸ਼ੀਅਲ ਬ੍ਰੇਕ ਕਰਕੇ, ਖਬਰਾਂ ਕਰਕੇ ਮੈਂ ਆਪਣੇ ਵੱਲੋਂ ਤਾਂ ਇੰਨਾ ਹੀ ਕਹਿ ਸਕਦੀ ਹਾਂ ਕਿ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਾ ਦਿੱਤਾ ਜਾਏਗਾ ਕਿ ਜੇ ਕੁਝ ਕੀਤਾ ਜਾ ਸਕੇ, ਪਰ ਉਹ ਜਿਹੜਾ ਕਮਰਸ਼ੀਅਲ ਪੱਖ ਹੈ ਉਹ ਵੀ ਬਹੁਤ ਜ਼ਰੂਰੀ ਹੈ। ਕੁਝ ਲਿਸਨਰਸ ਨੇ ਇਹ ਮੈਸੇਜ ਕੀਤਾ ਕਿ ਅਸੀਂ ਅੱਧੀ ਕਹਾਣੀ ਸੁਣ ਸਕੇ ਹਾਂ, ਵਿੱਚੋਂ ਕਈਆਂ ਨੇ ਇਹ ਗੱਲ ਕੀਤੀ ਹੈ ਕਿ ਕੁਝ ਹਿੱਸਾ ਸਾਡਾ ਮਿਸ ਹੋ ਗਿਆ, ਅਸੀਂ ਕਿੱਥੇ ਪੜ੍ਹ ਸਕਦੇ ਹਾਂ? ਤੁਸੀਂ ਦੱਸੋ ਜੀ, ਕਹਾਣੀ ਕਿੱਥੇ ਪੜ੍ਹੀ ਜਾ ਸਕਦੀ ਹੈ? ਇਹ ਕਹਾਣੀ ਆ ਸਾਡੇ ਸਿਰਜਣਾ ਪੰਜਾਬੀ ਦਾ ਬਹੁਤ ਸਿਰਮੌਰ
ਸਾਹਿਤਕ ਪਰਚਾ ਹੈ, ਉਹਦਾ 200 ਅੰਕ ਆਇਆ, ਉਹਦੇ ਵਿੱਚ ਕਹਾਣੀ ਹੈ ਉਹਦੀ। ਵੈਸੇ ਇੱਥੇ ਉਹ ਜਿਹੜੀ ਉਹਦੀ ਕਾਪੀ ਹੈਗੀ ਹਾਰਡ ਕਾਪੀ ਤਾਂ ਨਹੀਂ ਮਿਲਦੀ, PDF ਕਾਪੀ ਉਹਨਾਂ ਦੇ ਡਾਕਟਰ ਰਘਬੀਰ ਸਿੰਘ ਸਿਰਜਣਾ ਹੈਗੇ, ਉਹਨਾਂ ਤੋਂ ਲਈ ਜਾ ਸਕਦੀ ਹੈ। ਉਹਨਾਂ ਨੂੰ ਈਮੇਲ ਤੁਹਾਡੇ ਕੋਲ ਹੈਗੀ ਤਾਂ ਹਾਂਜੀ, ਉਹਨਾਂ ਦੀ ਈਮੇਲ ਹੈਗੀ ਆ raghbir@yahoo.com। ਅਤੇ ਜੇ ਨਾ ਵੀ ਹੋਵੇ, ਮੈਂ ਸੁਣਨ ਵਾਲਿਆਂ ਨੂੰ ਇਹ ਕਹੂੰਗੀ ਕਿ ਤੁਸੀਂ ਮੈਨੂੰ ਵੀ ਈਮੇਲ ਕਰ ਸਕਦੇ ਹੋ, ਤੁਹਾਨੂੰ ਵੀ ਮੈਂ ਉਹਨਾਂ ਦਾ ਜਿਹੜਾ ਈਮੇਲ ਐਡਰੈਸ ਹੈ ਉਹ ਅੱਗੇ ਫਾਰਵਰਡ ਕਰ ਸਕਦੀ ਹਾਂ, raghbir@yahoo.com। ਹਰਪ੍ਰੀਤ ਜੀ, ਅਖੀਰ 'ਚ ਕੁਝ ਕਹਿਣਾ ਚਾਹੁੰਦੇ ਹੋ? ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ ਇਸ ਵਿਸ਼ੇ 'ਤੇ ਗੱਲ ਕਰਨ ਲਈ, ਕਹਾਣੀ ਨੂੰ ਮਾਧਿਅਮ ਚੁਣਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸਟੂਡੀਓ 'ਚ ਆਉਣ ਦੇ ਲਈ।